ਤਾਂ ਉਦੋਂ ਲੋਕ ਕਿੰਨੀਆਂ ਸਿਫਤਾਂ ਕਰਦੇ ਨੇ, ਮਰੇ ਬੰਦੇ ਦੀਆਂ ਕਿੰਨੀਆਂ ਸਿਫਤਾਂ ਕਰਦੇ ਨੇ। ਕੁਝ ਲੋਕ ਤਾਂ ਸਿਫਤਾਂ ਕਰ ਰਹੇ ਹੁੰਦੇ ਨੇ ਤੇ ਜਿਨ੍ਹਾਂ ਨੂੰ ਅਸਲੀਅਤ ਦਾ ਪਤਾ ਹੁੰਦਾ ਉਹ ਥੱਲੇ ਬੈਠੇ ਵਿੱਚੇ ਵਿੱਚ ਹੱਸ ਰਹੇ ਹੁੰਦੇ ਨੇ ਵੀ ਐਵੇਂ ਦਾ ਹੈ ਤੇ ਨਹੀਂ ਸੀ ਜਿਵੇਂ ਦਾ ਕਹਿ ਰਿਹਾ ਬੰਦਾ ਨਾ। ਇਸ ਲਈ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਵੀ ਕਿਸੇ ਨਿਰੇ ਬੋਲਾਂ ਦੇ ਨਾਲ, ਕਥਨੀ ਦੇ ਨਾਲ ਰੱਬ ਤੱਕ ਨਹੀਂ ਪਹੁੰਚਿਆ ਜਾ ਸਕਦਾ, ਕਥਨੀ ਦੇ ਨਾਲ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਲਈ ਕਰਨੀ ਜ਼ਰੂਰਤ ਹੈ, ਕਰਨੀ ਦੀ ਬਹੁਤ ਵੱਡੀ ਲੋੜ ਹੈ। ਜਹ ਕਰਨੀ ਤੇ ਪੂਰੀ ਮਤ, ਕਰਨੀ ਬਾਝੋਂ ਘਟੇ ਘਟ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਯਾਨੀ ਕਥਨੀ ਦੇ ਨਾਲ ਨਹੀਂ ਪਾਇਆ ਜਾ ਸਕਦਾ, ਕਥਨੀ ਕਹਿ ਭਰਮ ਨਾ ਜਾਈ, ਅਮਲ ਕਰਨਾ ਹੈ। ਅਗੰਮ ਅਗੋਚਰ ਪ੍ਰਭ ਨਿਰਬਾਨੀ, ਨਿਰਬਾਨੀ ਦਾ ਮਤਲਬ ਵਾਸ਼ਨਾ ਤੋਂ ਰਹਿਤ। ਅਗੰਮ ਅਗੋਚਰ, ਜਿਸ ਤੱਕ ਸਰੀਰਕ ਇੰਦਰੀਆਂ ਦੀ ਪਹੁੰਚ ਨਹੀਂ ਹੈ। ਨਿਰਬਾਨੀ ਦਾ ਮਤਲਬ ਵਾਸ਼ਨਾ ਤੋਂ ਰਹਿਤ, ਨਿਰਲੇਪ। ਤਾਂ ਪ੍ਰਭੂ ਪਹੁੰਚ ਤੋਂ ਪਰੇ ਹੈ। ਅਗੰਮ ਦਾ ਮਤਲਬ ਪਹੁੰਚ, ਸਾਡੀ ਪਹੁੰਚ ਤੋਂ ਪਰੇ ਹੈ। ਇਹਦੇ ਦੋ ਰੂਪ ਨੇ ਪਹੁੰਚ ਤੋਂ ਪਰੇ ਦੇ। ਇੱਕ ਤੇ ਇਹ ਹੈ ਕਿ ਉਹ ਸਰਬ ਵਿਆਪਕ ਹੈ। ਮੇਰੇ ਅੰਦਰ, ਤੁਹਾਡੇ ਸਾਰਿਆਂ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ, ਸੱਚਾਈ ਵੀ, ਦਇਆ ਵੀ, ਇਹ ਮੌਜੂਦ ਨੇ, ਇੱਕ ਸੱਚਾਈ ਹੈ। ਪਰ ਮੇਰੇ ਤੋਂ ਅਗੰਮ ਨੇ, ਅਪਹੁੰਚ ਨੇ, ਕਿਉਂਕਿ ਮੈਂ ਉਹਨਾਂ ਦੀ ਯੂਜ਼ ਨਹੀਂ ਕਰ ਰਿਹਾ ਨਾ ਗੁਣਾਂ ਦਾ। ਸੱਚ ਮੇਰੇ ਅੰਦਰ ਹੈ ਪਰ ਮੈਂ ਉਹਦੀ ਵਰਤੋਂ ਨਹੀਂ ਕਰ ਰਿਹਾ, ਵਰਤੋਂ ਮੈਂ ਝੂਠ ਦੀ ਕਰ ਰਿਹਾ, ਤਾਂ ਮੇਰੇ ਤੋਂ ਅਪਹੁੰਚ ਹੀ ਹੋਇਆ ਨਾ। ਇੱਕ ਤਾਂ ਐਵੇਂ ਹੈ ਤੇ ਦੂਜਾ ਇਹ ਹੈ ਕਿ ਸਾਡੇ ਪਹੁੰਚ ਤੋਂ, ਯਾਨੀ ਸਾਡੇ ਗਿਣਤੀ ਮਿਣਤੀ ਤੋਂ ਪਰੇ ਨੇ ਵੀ ਕਿੰਨੇ ਕੁ ਰੱਬ ਦੇ ਗੁਣ ਨੇ, ਇਹਦਾ ਕੋਈ ਅੰਤ ਨਹੀਂ ਪਾਇਆ ਜਾਂਦਾ। ਤਾਂ ਪ੍ਰਭੂ ਸਾਡੀ ਪਹੁੰਚ ਤੋਂ ਪਰੇ ਹੈ। ਤੇ ਦੂਜਾ ਹੈ ਉਹ ਵਾਸ਼ਨਾ ਤੋਂ ਰਹਿਤ ਹੈ, ਉਹਨੂੰ ਕੋਈ ਵਾਸ਼ਨਾ ਨਹੀਂ ਹੈ। ਇਹਦਾ ਮਤਲਬ ਸਰੀਰਕ ਇੰਦਰੀਆਂ ਦੀ ਵੀ ਉਹਦੇ ਤੱਕ ਪਹੁੰਚ ਨਹੀਂ ਹੈ। ਵਾਸ਼ਨਾ ਤੋਂ ਰਹਿਤ ਹੈ, ਅਗੰਮ ਹੈ, ਅਗੋਚਰ ਹੈ। ਨਿਰਾਹਾਰ, ਨਿਰਵੈਰ, ਸੁਖਦਾਈ। ਨਿਰਾਹਾਰ ਤੇ ਥੋੜਾ ਜਿਹਾ ਰੁਕਾਂਗੇ। ਨਿਰਾਹਾਰ, ਨਿਰਵੈਰ, ਸੁਖਦਾਈ, ਇਹ ਤਿੰਨ ਗੁਣ ਦੱਸੇ ਨੇ। ਨਿਰਾਹਾਰ ਦਾ ਮਤਲਬ ਆਹਾਰ ਤੋਂ ਬਿਨਾਂ, ਖੁਰਾਕ ਤੋਂ ਬਿਨਾਂ, ਜਿਹਨੂੰ ਕਿਸੇ ਖੁਰਾਕ ਦੀ ਲੋੜ ਨਹੀਂ ਹੈ। ਜਿਵੇਂ ਹੁਣ ਅਸੀਂ ਆ, ਸਾਨੂੰ ਜ਼ਿੰਦਗੀ ਜੀਣ ਵਾਸਤੇ, ਜਿੰਦਾ ਰਹਿਣ ਲਈ ਖੁਰਾਕ ਦੀ ਲੋੜ ਹੈ ਨਾ। ਸਵੇਰੇ ਸਾਨੂੰ ਨਾਸ਼ਤਾ ਚਾਹੀਦਾ ਹੈ, ਦੁਪਹਿਰ ਦਾ ਭੋਜਨ ਚਾਹੀਦਾ ਹੈ, ਸ਼ਾਮ ਦਾ ਜਿਵੇਂ ਵੀ ਕਿਸੇ ਨੇ ਆਪਣਾ ਰੂਟੀਨ ਬਣਾਇਆ ਹੈ, ਯਾਨੀ ਖਾਣ ਵਾਸਤੇ ਸਾਨੂੰ ਕੁਛ ਨਾ ਕੁਛ ਚਾਹੀਦਾ ਹੈ। ਜਿਵੇਂ ਜਿਵੇਂ ਵੀ ਕਿਸੇ ਦੀ ਖੁਰਾਕ ਹੈ, ਕੋਈ ਵੈਜ, ਕੋਈ ਨੌਨ ਵੈਜ, ਜਿਵੇਂ ਵੀ ਖਾਂਦਾ ਹੈ। ਕਈ ਫਲਾਹਾਰ ਨੇ, ਕਈ ਦੁੱਧ ਹੀ ਪੀਂਦੇ ਨੇ। ਲੇਕਿਨ ਜੀਣ ਵਾਸਤੇ ਖੁਰਾਕ ਚਾਹੀਦੀ ਹੈ। ਪਰ ਰੱਬ ਨੂੰ ਖੁਰਾਕ ਨਹੀਂ ਚਾਹੀਦੀ। ਉਹ ਕਿਸੇ ਖੁਰਾਕ ਦੇ ਆਸਰੇ ਨਹੀਂ ਹੈ ਕਿ ਉਹਨੂੰ ਰੋਟੀ ਚਾਹੀਦੀ ਹੈ, ਜਾਂ ਉਹਨੂੰ ਖੀਰ ਚਾਹੀਦਾ ਹੈ, ਜਾਂ ਜੇ ਖੀਰ ਕੜਾ ਨਾ ਦਿੱਤਾ ਤੇ ਉਹਨੂੰ ਫਰੂਟ ਚਾਹੀਦਾ ਹੈ, ਫਰੂਟ ਨਾ ਤੇ ਉਹਨੂੰ ਮਤਲਬ ਹੋਰ ਕੋਈ ਚੀਜ਼, ਦੁੱਧ ਵਗੈਰਾ ਚਾਹੀਦਾ ਹੈ। ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਨਿਰਾਹਾਰ ਦਾ ਮਤਲਬ ਖੁਰਾਕ ਤੋਂ ਬਿਨਾਂ ਹੈ, ਉਹਨੂੰ ਖੁਰਾਕ ਦੀ ਲੋੜ ਹੀ ਨਹੀਂ ਹੈ, ਹੈ ਹੀ ਨਿਰਾਹਾਰ। ਅਸੀਂ ਲਵਾਉਂਦੇ ਆ ਨਾ, ਭੋਗ ਲਵਾਉਂਦੇ ਆ ਲੰਗਰ ਦਾ, ਪਕੌੜਿਆਂ ਦਾ, ਕੋਈ ਕੁਛ ਉਹ ਅਸੀਂ ਲਵਾਉਂਦੇ ਹਾਂ। ਸਾਡੀ ਸੋਚ ਹੈ ਵੀ ਸ਼ਾਇਦ ਰੱਬ ਨੂੰ ਖੁਰਾਕ ਦੀ ਲੋੜ ਹੈ, ਵੀ ਸ਼ਾਇਦ ਰੱਬ ਖਾ ਰਿਹਾ, ਪਰ ਗੁਰਬਾਣੀ ਕਹਿੰਦੀ ਉਹ ਨਿਰਾਹਾਰ ਹੈ, ਉਹਨੂੰ ਖੁਰਾਕ ਦੀ ਲੋੜ ਨਹੀਂ ਹੈ। ਉਹਦੀ ਸਾਡੇ ਵਾਲੀ ਖੁਰਾਕ ਨਹੀਂ ਹੈ, ਕਿਉਂਕਿ ਇੱਕ એનર્ਜੀ ਹੈ, ਇੱਕ ਪਾਵਰ ਹੈ। ਸਾਡੇ ਵਾਲੀ ਖੁਰਾਕ ਨਹੀਂ ਹੈ। ਅਸੀਂ ਆਪਣੇ ਵਰਗਾ ਸਮਝਦੇ ਹਾਂ ਵੀ ਸ਼ਾਇਦ ਉਹ ਸਾਡੇ ਵਰਗਾ ਹੈ, ਵੀ ਉਹਨੂੰ ਸਵੇਰੇ ਭੁੱਖ ਵੀ ਲੱਗਦੀ ਹੈ, ਨਾਸ਼ਤਾ ਵੀ ਚਾਹੀਦਾ, ਦੁਪਹਿਰ ਦਾ ਭੋਜਨ, ਸ਼ਾਮ ਦਾ। ਨਿਰਾਹਾਰ, ਖੁਰਾਕ ਤੋਂ ਰਹਿਤ ਹੈ। ਨਿਰਵੈਰ, ਉਹਦਾ ਵੈਰ ਨਹੀਂ ਕਿਸੇ ਨਾਲ। ਅਸੀਂ ਸਮਝਦੇ ਹਾਂ ਸ਼ਾਇਦ ਰੱਬ ਸਾਡੇ ਵਰਗਾ ਹੈ, ਸਾਡੇ ਵਰਗਾ ਨਹੀਂ ਹੈ। ਅਸੀਂ ਉਹਦੇ ਵਰਗੇ ਹੋ ਸਕਦੇ ਹਾਂ ਜੇ ਹੋਣਾ ਚਾਹੀਏ। ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਕਿਸੇ ਧਰਮ ਨਾਲ, ਕਿਸੇ ਮਜ਼ਹਬ ਨਾਲ, ਕਿਸੇ ਜਾਤ ਨਾਲ, ਕਿਸੇ ਔਰਤ ਨਾਲ, ਕਿਸੇ ਬੰਦੇ ਨਾਲ, ਕਿਸੇ ਨਾਲ ਉਹਦਾ ਕੋਈ ਵੈਰ ਨਹੀਂ ਹੈ, ਹੀ ਨਿਰਵੈਰ ਹੈ। ਸਾਡੇ ਧਰਮਾਂ ਦੇ ਵੈਰ ਹੈ ਨੇ, ਅਸੀਂ ਇੱਕ ਧਰਮ ਦੇ ਬੰਦੇ ਦੂਜੇ ਦੇ ਵੈਰ ਹੀ ਆ। ਔਰ ਆ ਧਰਮਾਂ ਦੇ ਝਗੜੇ ਵੇਖੇ ਜਾ ਸਕਦੇ ਨੇ। ਧਰਮਾਂ ਦੇ ਨਾਮ ਦੇ ਉੱਤੇ ਕਿੰਨੇ ਲੜਾਈਆਂ, ਦੰਗੇ, ਫਸਾਦ ਹੁੰਦੇ ਨੇ, ਕਿੰਨਾ ਕਤਲਾਮ ਹੋਇਆ ਹੈ ਧਰਮ ਦੇ ਨਾਮ ਤੇ, ਹੁਣ ਵੀ ਹੋ ਰਿਹਾ ਹੈ, ਅੱਗੇ ਨੂੰ ਹੁੰਦਾ ਰਹੇਗਾ। ਇਹ ਸਾਡੇ ਝਗੜੇ ਨੇ, ਰੱਬ ਦਾ ਝਗੜਾ ਨਹੀਂ। ਉਹਦਾ ਕੋਈ ਵੈਰੀ ਥੋੜਾ ਹੈ। ਜੇ ਉਹਦਾ ਵੈਰੀ ਹੋਵੇ, ਮੰਨ ਲਓ ਰੱਬ ਮੇਰਾ ਵੈਰੀ ਹੋਵੇ, ਮੈਂ ਰੱਬ ਨੂੰ ਦੁਸ਼ਮਣ ਸਮਝਦਾ ਹੂੰ ਆਪਣਾ, ਤੇ ਮੈਨੂੰ ਖਤਮ ਕਰਨ ਵਾਸਤੇ ਰੱਬ ਨੂੰ ਕਿੰਨਾ ਕੁਛ ਕਰਨਾ ਪਏਗਾ। ਮੇਰੀ ਵੈਲਿਊ ਕੀ ਹੈ ਰੱਬ ਦੇ ਅੱਗੇ? ਸਾਰੀ ਦੁਨੀਆ ਦੀ ਵੀ ਵੈਲਿਊ ਕੀ ਹੈ ਰੱਬ ਦੇ ਅੱਗੇ? ਜੇ ਰੱਬ ਸਾਡਾ ਵੈਰੀ ਹੋਏ ਤੇ ਮਾਰਨਾ ਚਾਹੇ, ਵੈਰ ਕਮਾਣਾ ਚਾਹੇ, ਤੇ ਸਾਡੀ ਵੈਲਿਊ ਕੀ ਹੈ? ਸਾਡੇ ਤੋਂ ਤਾਂ ਨਿੱਕਾ ਜਿਹਾ ਕਰੋਨਾ ਹੀ ਨਹੀਂ ਨਾ ਕਾਬੂ ਹੋਣ ਡਿਆ, ਦਿਸਦਾ ਵੀ ਨਹੀਂ। ਇਥੋਂ ਅੰਦਾਜ਼ਾ ਲਾ ਲੈਂਦਾ ਨਾ ਬੰਦਾ, ਮਤਲਬ
ਤਾਂ ਨਿਰਵੈਰ ਰੱਬ ਦਾ ਕਿਸੇ ਨਾਲ ਵੈਰ ਨਹੀਂ ਹੈ, ਉਹ ਸਾਰਿਆਂ ਦਾ ਵਿੱਚ ਵਸਦਾ ਹੈ, ਉਹ ਵੈਰ ਤੋਂ ਰਹਿਤ ਤੇ ਵੈਰ ਹੈ ਹੀ ਨਹੀਂ ਇਹਦੇ ਵਿੱਚ। ਸੁਖਦਾਈ ਦਾ ਮਤਲਬ ਸੁਖ ਦੇਣ ਵਾਲਾ ਹੈ, ਦੁੱਖ ਦੇਣ ਵਾਲਾ ਹੈ ਹੀ ਨਹੀਂ ਰੱਬ। ਇਸ ਲਈ ਰੱਬ ਨਹੀਂ ਕਿਸੇ ਨੂੰ ਦੁੱਖ ਦਿੰਦਾ। ਸੁਖ ਦੁੱਖ ਸਾਡੇ ਆਪਣੇ ਕਰਮ ਪੈਦਾ ਕਰਦੇ ਨੇ। ਇਹ ਸੰਸਾਰ ਹੈ, ਇਹਨੂੰ ਕਿਵੇਂ ਵਰਤਾਂਗੇ, ਸਾਡੇ ਵਰਤਨ ਦਾ ਢੰਗ ਸਾਡੇ ਜੀਵਨ ਵਿੱਚ ਸੁਖ ਜਾਂ ਦੁੱਖ ਪੈਦਾ ਕਰੇਗਾ। ਮੰਨ ਲਓ ਅੱਗ ਹੈ, ਤਾਂ ਅੱਗ ਨਾ ਦੁਖਦਾਈ ਹੈ ਨਾ ਸੁਖਦਾਈ ਹੈ, ਅੱਗ ਤਾਂ ਅੱਗ ਹੈ। ਇਹਦੀ ਵਰਤੋਂ ਕਿਵੇਂ ਕਰੋਗੇ? ਹੁਣ ਜੇ ਅੱਗ ਨਾ ਹੋਵੇ, ਨਿੱਘ ਨਾ ਹੋਵੇ, ਤਾਂ ਜ਼ਿੰਦਗੀ ਚੱਲ ਹੀ ਨਹੀਂ ਨਾ ਸਕਦੀ। ਕਿੰਨੀ ਸੁਖਦਾਈ ਹੈ ਅਗਨੀ, ਰੱਬ ਨੇ ਸੁਖ ਵਾਸਤੇ ਪੈਦਾ ਕੀਤੀ ਹੈ। ਅਗਨੀ ਕਰਕੇ ਹੀ ਸਾਡੇ ਅੰਦਰ ਖੂਨ ਵਗੈਰਾ ਬਣਦਾ ਹੈ। ਜੇ ਸੂਰਜ ਨਾ ਹੋਵੇ ਤਾਂ ਦੁਨੀਆ ਵੀ ਨਹੀਂ ਨਾ ਹੋਏਗੀ। ਪਰ ਅਸੀਂ ਅੱਗ ਦੀ ਵਰਤੋਂ ਕਿਵੇਂ ਕਰਾਂਗੇ? ਹੁਣ ਅੱਗ ਦੇ ਨਾਲ ਕਿਸੇ ਨੂੰ ਪ੍ਰਸ਼ਾਦਾ ਪਾਣੀ ਵੀ ਬਣਾ ਕੇ ਛਕਾਇਆ ਜਾਂਦਾ ਹੈ, ਤੇ ਉਹ ਹੀ ਪੈਟਰੋਲ ਪਾ ਕੇ ਇਸ ਤੇ ਅੱਗ ਵੀ ਲਾਈ ਜਾਂਦੀ ਹੈ। ਜਿਵੇਂ 84 ਵਿੱਚ ਕਿੰਨੇ ਲੋਕਾਂ ਨੂੰ ਸਾੜਿਆ ਗਿਆ ਨਾ। ਅੱਗ ਤਾਂ ਨਿਰਵੈਰ ਸੀ, ਪਰ ਅਸੀਂ ਉਹਦੀ ਵਰਤੋਂ ਕਿਵੇਂ ਕਰਾਂਗੇ? ਰੱਬ ਆਹਾਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਔਰ ਸੁਖਦਾਈ ਹੈ। ਉਹ ਸਿਰਫ ਸੁਖ ਦਿੰਦਾ ਹੈ। ਜਦੋਂ ਅਸੀਂ ਉਹਨਾਂ ਸੁੱਖਾਂ ਨੂੰ ਨਹੀਂ ਮਾਣਦੇ ਤਾਂ ਉਹ ਸਾਡੀ ਜ਼ਿੰਦਗੀ ਵਿੱਚ ਦੁੱਖ ਪੈਦਾ ਹੋ ਜਾਂਦੇ ਨੇ। ਇਹ ਗੱਲ ਨਾ ਸਮਝਣ ਵਾਲੀ ਹੈ। ਜਦੋਂ ਅਸੀਂ ਇੱਕ ਚੀਜ਼ ਨੂੰ ਪਾਸੇ ਕਰ ਦਿੰਨੇ ਆ, ਦੂਜੀ ਚੀਜ਼ ਉੱਥੇ ਆਪੇ ਹੀ ਆ ਜਾਂਦੀ ਹੈ। ਸਵਿਚ ਆਫ ਕਰ ਦੋ, ਚਾਨਣ ਨੂੰ ਪਾਸੇ ਕਰ ਦੋ, ਹਨੇਰਾ ਆਪੇ ਹੀ ਆ ਜਾਏਗਾ। ਤੇ ਸੁੱਖਾਂ ਨੂੰ ਪਾਸੇ ਕਰ ਦੋ, ਦੁੱਖ ਆਪੇ ਹੀ ਆ ਜਾਣਗੇ। ਹੁਣ ਰੱਬ ਨੇ ਤੇ ਸੁੱਖ ਹੀ ਦਿੱਤੇ ਨੇ, ਪਰ ਅਸੀਂ ਉਹਨਾਂ ਸੁੱਖਾਂ ਨੂੰ ਮਾਣਦੇ ਨਹੀਂ, ਇਸ ਕਰਕੇ ਦੁੱਖ ਆ ਜਾਂਦੇ ਨੇ। ਪਿੱਲੇ ਵਿੱਚ ਸੁੱਖ ਨਹੀਂ ਮਾਣਦੇ ਤੇ ਦੁੱਖ ਆਪੇ ਹੀ ਆ ਜਾਂਦੇ ਨੇ। ਕਿਵੇਂ ਆ ਜਾਂਦੇ ਨੇ? ਚੀਜ਼ਾਂ ਨਾ ਬੜੀਆਂ ਠਰਮੇ ਨਾਲ ਸੋਚਣ ਵਾਲੀਆਂ ਨੇ। ਹੁਣ ਸਾਡੇ ਅੰਦਰ ਰੱਬ ਨੇ ਪ੍ਰੇਮ ਪੈਦਾ ਕੀਤਾ ਨਾ, ਤੇ ਪ੍ਰੇਮ ਦੇ ਨਾਲ ਸੁੱਖ ਪੈਦਾ ਹੁੰਦਾ ਹੈ, ਤੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ। ਪਰ ਹੁਣ ਅਸੀਂ ਪ੍ਰੇਮ ਕਰਦੇ ਨਹੀਂ ਇੱਕ ਦੂਜੇ ਨਾਲ। ਲੋਕ ਇੱਕ ਦੂਜੇ ਨਾਲ ਪ੍ਰੇਮ ਨਾਲ ਨਹੀਂ ਨਾ ਰਹਿੰਦੇ। ਪ੍ਰੇਮ ਨਾਲ ਨਹੀਂ ਰਹਿੰਦੇ, ਈਰਖਾ ਆ ਜਾਂਦੀ, ਆਟੋਮੈਟਿਕਲੀ ਆਏਗੀ। ਤੇ ਜਿੱਥੋਂ ਪ੍ਰੇਮ ਨਿਕਲੇਗਾ ਉੱਥੇ ਈਰਖਾ ਆਏਗੀ, ਜਿੱਥੇ ਈਰਖਾ ਆਏਗੀ ਉੱਥੇ ਦੁੱਖ ਵੀ ਆਏਗਾ। ਤਾਂ ਫਿਰ ਅਸੀਂ ਨਹੀਂ ਨਾ ਰਹਿਣਾ ਚਾਹੁੰਦੇ ਸੁਖੀ। ਰੱਬ ਤਾਂ ਸਾਨੂੰ ਸੁਖੀ ਰੱਖਣਾ ਚਾਹੁੰਦਾ ਹੈ। ਰੱਬ ਨੇ ਤੇ ਨਿਰਵੈਰਤਾ ਪੈਦਾ ਕੀਤੀ ਹੈ, ਨਿਰਭੈਤਾ ਪੈਦਾ ਕੀਤੀ ਹੈ, ਦਇਆ ਪੈਦਾ ਕੀਤੀ ਹੈ। ਅਗਲਾ ਬਚਨ ਕਰਦੇ ਨੇ, ਤਾਂ ਕਿ ਕੀਮਤ ਕਿਨੈ ਨਾ ਪਾਈ। ਇਹਨੂੰ ਕਿਨੇ ਨਹੀਂ ਪੜਨਾ, ਕਿਨੈ ਨੰਨੇ ਨਾਲ ਦਲਾਵਾਂ। ਤਾਂ ਕਿ ਕੀਮਤ ਕਿਨੈ ਨਾ ਪਾਈ। ਕੋਈ ਜੀਵ ਉਹਦੇ ਗੁਣਾਂ ਦਾ ਮੁੱਲ ਨਹੀਂ ਪਾ ਸਕਦਾ। ਉਹਦਾ ਮੁੱਲ ਕਿਸੇ ਤੋਂ ਨਹੀਂ ਪਾਇਆ ਜਾਂਦਾ। ਹੁਣ ਕੀ ਮੁੱਲ ਪਾਓਗੇ? ਕੀ ਕਿਸੇ ਮੁੱਲ ਦੇ ਨਾਲ ਸੱਚ ਮਿਲ ਸਕਦਾ ਹੈ? ਕੀ ਮੁੱਲ ਗਿਆਨ ਮਿਲ ਸਕਦਾ ਹੈ? ਕਿ ਅਸੀਂ ਸਕੂਲ ਨਾ ਜਾਈਏ, ਪ੍ਰੈਕਟਿਸ ਨਾ ਕਰੀਏ, ਤੇ ਅਸੀਂ ਇੰਜ ਕਰੀਏ ਵੀ ਇੰਜੀਨੀਅਰ ਬਣਨ ਤੱਕ ਕਿੰਨਾ ਖਰਚਾ ਆ ਜਾਂਦਾ ਬੰਦੇ ਦਾ। ਵੀ ਜਿਸ ਦਿਨ ਪਹਿਲੇ ਦਿਨ ਬੱਚਾ ਸਕੂਲ ਜਾਂਦਾ ਹੈ, ਉਹਦੀ ਫੀਸ, ਉਹਦੀ ਪੜ੍ਹਾਈ, ਉਹਦਾ ਆਉਣ ਜਾਣ ਦਾ ਕਿਰਾਇਆ, ਸਾਰਾ ਕੁਝ ਇਕੱਠਾ ਕਰਕੇ ਮੰਨ ਲਓ ਸਪੋਜ਼ ਕਿ ਕਰੋੜ ਰੁਪਇਆ ਬਣ ਜਾਂਦਾ ਹੈ। ਸਪੋਜ਼ ਕਿ ਇੰਜੀਨੀਅਰ ਬਣਨ ਤੱਕ ਕਰੋੜ ਰੁਪਇਆ ਖਰਚਾ ਆ ਗਿਆ। ਤਾਂ ਕੀ ਐਸਾ ਹੋ ਸਕਦਾ ਕਿ ਕੋਈ ਬੱਚਾ ਸਕੂਲ ਨਾ ਜਾਏ ਤੇ ਉਹਦੇ ਮਾਂ-ਪਿਓ ਕਹਿਣ ਵੀ ਅਸੀਂ 2 ਕਰੋੜ ਰੁਪਇਆ ਦੇ ਦਿੰਨੇ ਆ ਤੇ ਸਾਡਾ ਬੱਚਾ ਇੰਜੀਨੀਅਰ ਬਣ ਜਾਏ, ਇੰਜੀਨੀਅਰਿੰਗ ਸਾਨੂੰ ਮਿਲ ਜਾਏ 2 ਕਰੋੜ ਦੀ। ਦੇਖੋ, ਡੁਪਲੀਕੇਟ ਡਿਗਰੀ ਲੈਣੀ ਇੱਕ ਵੱਖਰੀ ਗੱਲ ਹੈ, ਲੇਕਿਨ ਇੰਜੀਨੀਅਰ ਤੇ ਨਹੀਂ ਨਾ ਬਣੇਗਾ 2 ਕਰੋੜ ਨਾਲ। ਉਹ ਤਾਂ ਪ੍ਰੈਕਟਿਸ ਕਰਨੀ ਪਵੇਗੀ ਨਾ। ਤਾਂ ਕਿਸੇ ਮੁੱਲ ਦੇ ਨਾਲ ਇਹ ਪ੍ਰੇਮ ਨਹੀਂ ਖਰੀਦਿਆ ਜਾ ਸਕਦਾ। ਜਿਹੜਾ ਪ੍ਰੇਮ ਦਾ ਸੁੱਖ ਹੈ ਨਾ, ਜੇ ਹੁਣ ਅਸੀਂ ਕਹੀਏ ਕਿ ਜਿਹੜੇ ਪਰਿਵਾਰ ਆਪਸ ਦੇ ਅੰਦਰ ਪ੍ਰੇਮ ਨਾਲ ਰਹਿੰਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਬੜੀ ਖੁਸ਼ੀ ਹੈ, ਖੁਸ਼ਹਾਲੀ ਹੈ, ਤੇ ਅਸੀਂ ਉਹਨਾਂ ਲੋਕਾਂ ਦੀ ਤਰ੍ਹਾਂ ਪ੍ਰੇਮ ਨਾਲ ਤੇ ਨਾ ਜੀਵੀਏ, ਫਿਰ 2-4 ਕਰੋੜ ਪੌਂਡ ਦੇ ਕੇ ਤੇ ਉਹ ਸੁੱਖ ਖਰੀਦ ਲਈਏ। ਕੀ ਐਵੇਂ ਖਰੀਦ ਲਵਾਂਗੇ? ਨਹੀਂ ਖਰੀਦਿਆ ਜਾ ਸਕਦਾ ਨਾ। ਤਾਂ ਕਿਸੇ ਕੀਮਤ ਦੇ ਨਾਲ ਗੁਣਾਂ ਨੂੰ ਖਰੀਦਿਆ ਨਹੀਂ ਜਾ ਸਕਦਾ। ਇਹਦੇ ਵਾਸਤੇ ਤਾਂ ਫ੍ਰੀ ਵਿੱਚ ਨੇ। ਇਹ ਤਾਂ ਸਮਰਪਣ ਕਰਨ ਦੀ ਲੋੜ ਹੈ। ਇਹਨਾਂ ਦੀ ਵਰਤੋਂ ਕਰੋ ਤੇ ਫ੍ਰੀ ਵਿੱਚ ਕਰ ਲਓ। ਪ੍ਰੇਮ ਤੁਹਾਡੇ ਅੰਦਰ ਹੈ, ਪੈਸਾ ਖਰਚਣ ਦੀ ਲੋੜ ਥੋੜਾ ਹੈ। ਸੱਚ ਤੁਹਾਡੇ ਅੰਦਰ ਹੈ, ਮੇਰੇ ਅੰਦਰ ਹੈ, ਸੱਚ ਨੂੰ ਫ੍ਰੀ ਵਿੱਚ ਬੋਲੋ। ਮੁਸਕਰਾਹਟ ਤੁਹਾਡੇ ਅੰਦਰ ਹੈ ਨਾ, ਤੇ ਮੁਸਕਰਾਹਟ ਖਰੀਦਣ ਲਈ ਪੈਸੇ ਥੋੜੀ ਦੇਣ ਦੀ ਲੋੜ ਹੈ। ਫ੍ਰੀ ਵਿੱਚ ਮੁਸਕਰਾਓ ਥੋੜਾ ਜਿਹਾ, ਸਾਰੇ ਆਪਣਾ ਰਿਲੈਕਸ ਕਰ ਲਓ। ਆ ਮੱਥੇ ਦੇ ਉੱਤੇ ਕਿਉਂ ਵੱਟ ਪਾ ਕੇ ਬੈਠੇ ਹੋ?
ਰਿਲੈਕਸ, ਫ੍ਰੀ ਵਿੱਚ ਰਿਲੈਕਸ ਹੋ ਰਹੇ ਹੋ, ਰਿਲੈਕਸ ਰਹੋ, ਮੁਸਕਰਾਓ, ਖੁਸ਼ ਹੋਵੋ। ਇਹ ਕਿਸੇ ਕੀਮਤ ਨਾਲ ਥੋੜਾ ਮਿਲਣੀ ਹੈ ਕਿ ਹੁਣ ਮੈਂ ਬਾਜ਼ਾਰ ਜਾਵਾਂ, ਕਿੱਥੇ ਚੱਲਿਆ ਜੀ, ਮੈਂ ਮੁਸਕਰਾਹਟ ਖਰੀਦਣ ਚੱਲਿਆ, ਮੁਸਕਰਾਹਟ ਥੋੜਾ ਮਿਲਣੀ ਹੈ। ਫ੍ਰੀ ਵਿੱਚ ਮੁਸਕਰਾ ਲੈ ਯਾਰ, ਐਵੇਂ ਮੁਸਕਰਾ ਲੈ, ਐਵੇਂ ਪ੍ਰੇਮ ਕਰ ਲੈ, ਐਵੇਂ ਸੱਚ, ਫ੍ਰੀ ਦੇ ਵਿੱਚ ਹੀ, ਕਿਸੇ ਕੀਮਤ ਨਾਲ ਨਹੀਂ, ਫ੍ਰੀ ਵਿੱਚ ਨੇ ਔਰ ਅਮੁੱਲਕ ਨੇ। ਅਨੇਕ ਭਗਤ, ਇੱਥੇ ਅਸੀਂ ਰੁਕਾਂਗੇ। ਬੰਧਨ ਨਿਤ ਕਰਹਿ, ਬਿੰਦੀ ਲਗਾ ਕੇ ਪਾਠ ਕਰਾਂਗੇ। ਕਰਹਿ, ਕਰਹਿ ਦਾ ਮਤਲਬ ਕਰਦੇ ਨੇ। ਅਨੇਕਾਂ ਭਗਤ ਰੱਬ ਦੇ ਜਿਹੜੇ ਪਿਆਰੇ ਨੇ, ਉਹ ਰੱਬ ਨੂੰ ਨਮਸਕਾਰ ਕਰਦੇ ਨੇ। ਅਨੇਕਾਂ ਲੋਕ ਮੱਥਾ ਟੇਕਦੇ ਨੇ, ਅਨੇਕਾਂ ਲੋਕ ਰੱਬ ਅੱਗੇ ਸਮਰਪਣ ਕਰਦੇ ਨੇ। ਕਿੰਨੇ ਸਾਰੇ ਰੱਬ ਦੇ ਪਿਆਰੇ ਨੇ ਜੋ ਰੱਬੀ ਚਰਨਾਂ ਵਿੱਚ ਚੁੱਕੇ ਨੇ, ਰੱਬੀ ਭਾਣੇ ਦੇ ਅੰਦਰ ਜ਼ਿੰਦਗੀ ਗੁਜ਼ਾਰ ਰਹੇ ਨੇ, ਅਨੇਕਾਂ ਨੇ। ਚਰਨ ਕਮਲ ਹਿਰਦੈ ਸਿਮਰਹਿ, ਚਰਨ ਕਮਲ ਦਾ ਮਤਲਬ ਰੱਬ ਦੇ ਕਮਲਾ ਵਰਗੇ ਜਿਹੜੇ ਚਰਨ ਨੇ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਸਿਮਰਦੇ ਨੇ। ਚਰਨ ਕਮਲ, ਇੱਥੇ ਵਿਸਰਾਮ ਲਾਵਾਂਗੇ। ਹਿਰਦੈ ਸਿਮਰਹਿ, ਬਿੰਦੀ ਲਗਾ ਕੇ ਪਾਠ ਕਰਾਂਗੇ। ਸਿਮਰਹਿ ਕਿਉਂਕਿ ਇਹ ਪਲੂਰਲ ਸ਼ਬਦ ਹੈ। ਜਦੋਂ ਵੀ ਕਿਸੇ ਕਿਰਿਆਵਾਚੀ ਹਾਹੇ ਦੇ ਨਾਲ ਸਿਹਾਰੀ ਆਉਂਦੀ ਹੈ ਤਾਂ ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ। ਸਿਮਰਹਿ, ਚਰਨ ਕਮਲ, ਹਿਰਦੈ ਸਿਮਰਹਿ, ਪ੍ਰਭੂ ਦੇ ਕਮਲਾਂ ਵਰਗੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਸਿਮਰਦੇ ਨੇ। ਸਿਮਰਨ ਦਾ ਮਤਲਬ ਯਾਦ ਰੱਖਦੇ ਨੇ। ਤੇ ਰੱਬ ਦੇ ਚਰਨ ਕਮਲ ਦਾ ਮਤਲਬ, ਇਸੇ ਤਰ੍ਹਾਂ ਅਨਮਿਊਟ ਰਹਿ ਕੇ ਜਦੋਂ ਬੋਲੋਗੇ ਮੈਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਬੋਲ ਰਹੇ ਹੋ। ਚਰਨ ਕਮਲ ਦਾ ਮਤਲਬ ਰੱਬ ਦੇ ਗੁਣ, ਚਰਨ ਕਮਲ ਦਾ ਮਤਲਬ ਰੱਬ ਦੇ ਗੁਣ। ਅਨੇਕਾਂ ਜਿਹੜੇ ਰੱਬ ਦੇ ਭਗਤ ਨੇ, ਰੱਬ ਅੱਗੇ ਸਮਰਪਿਤ ਨੇ ਔਰ ਉਹਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦੇ ਨੇ, ਯਾਦ ਰੱਖਦੇ ਨੇ, ਆਪਣੀ ਚੇਤੇ ਵਿੱਚ ਵਸਾਇਆ। ਇਹਨਾਂ ਗੁਣਾਂ ਨੂੰ ਉਹਨਾਂ ਨੇ ਆਪਣੇ ਹਿਰਦੇ ਵਿੱਚ ਟਿਕਾਇਆ ਹੋਇਆ। ਤੇ ਰੱਬ ਦੇ ਗੁਣਾਂ ਨੂੰ ਹਿਰਦੇ ਵਿੱਚ ਟਿਕਾਣਾ, ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਜੀਣੀ ਹੀ ਰੱਬ ਦਾ ਪਿਆਰ ਹੈ। ਇਹੀ ਰੱਬ ਦੀ ਭਗਤੀ ਹੈ। ਸਦ ਬਲਿਹਾਰੀ ਸਤਿਗੁਰ ਆਪਣੇ, ਹੁਣ ਗੁਰੂ ਜੀ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਸਦਕਾ ਸਦਾ ਸਦਕੇ ਜਾਂਦਾ ਹਾਂ। ਸਦ ਬਲਿਹਾਰੀ ਸਤਿਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਸਦਾ ਵਾਰ ਨੇ ਸਦਕੇ ਹਾਂ। ਸਾਨੂੰ ਗੁਰੂ ਤੋਂ ਸਦਕੇ ਹੋਣਾ ਚਾਹੀਦਾ ਹੈ, ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਹੈ। ਤੇ ਬਲਿਹਾਰ ਦਾ ਮਤਲਬ ਬਲ ਪਲਸ ਹਾਰ, ਆਪਣੀ ਤਾਕਤ ਹਾਰ ਜਾਣਾ, ਸਰੈਂਡਰ ਹੋ ਜਾਣਾ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੇ ਮੱਤ ਦੇ ਧਾਰਨੀ ਹੋਣਾ। ਇਸੇ ਨੂੰ ਬਲਿਹਾਰ ਹੋਣਾ ਕਹਿੰਦੇ ਨੇ। ਬਲਿਹਾਰ ਹੋਣਾ ਨਿਰਾ ਗੱਲਾਂ ਨਾਲ ਨਹੀਂ ਕਿ ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ, ਵਾਰ ਨੇ ਹਾਂ, ਸਦਕੇ ਹਾਂ, ਕੋਲ ਘੁਮਾਈ ਹਾਂ, ਜਿੰਨੇ ਮਰਜ਼ੀ ਵਰਡ ਵਰਤ ਲੋ, ਲੇਕਿਨ ਕੱਲੇ ਵਰਡ ਨਹੀਂ ਵਰਤਨੇ। ਬਲਿਹਾਰ ਹੋਣਾ ਹੈ, ਸਮਰਪਿਤ ਕਰਨਾ ਹੈ ਆਪਣਾ ਆਪਾ। ਕਿਉਂ ਸਮਰਪਿਤ ਕਰਨਾ ਹੈ? ਗੁਰੂ ਅੱਗੇ ਸਰੈਂਡਰ ਕਿਉਂ ਹੋਣਾ ਹੈ? ਗੁਰੂ ਦੀ ਮੱਤ ਦੇ ਧਾਰਨੀ ਕਿਉਂ ਬਣਨਾ ਹੈ? ਇਹਦਾ ਰੀਜ਼ਨ ਕੀ ਹੈ? ਉਹ ਅਗਲੀ ਪੰਕਤੀ ਵਿੱਚ ਦੱਸ ਰਹੇ ਨੇ। ਸਦ ਬਲਿਹਾਰੀ ਸਤਿਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਹਾਂ। ਕਿਉਂ? ਨਾਨਕ, ਇੱਥੇ ਵਿਸਰਾਮ ਲਾਵਾਂਗੇ। ਜਿਹ ਪ੍ਰਸਾਦ, ਇੱਥੇ ਵਿਸਰਾਮ ਲਾਵਾਂਗੇ। ਐਸਾ ਪ੍ਰਭ ਜਪਨੇ, ਇਸ ਪੰਕਤੀ ਦਾ ਉਚਾਰਨ ਹੋਏਗਾ ਨਾਨਕ। ਜਿਹ ਪ੍ਰਸਾਦ, ਐਸਾ ਪ੍ਰਭ ਜਪਨੇ, ਪ੍ਰਸਾਦ ਨਹੀਂ ਬੋਲਾਂਗੇ, ਪ੍ਰ ਬੋਲਾਂਗੇ, ਪ੍ਰ ਅੱਧਾ ਰਾਰਾ। ਨਾਨਕ ਜਿਹ ਪ੍ਰਸਾਦ, ਐਸਾ ਪ੍ਰਭ ਜਪਨੇ, ਸੌਰੀ ਜਿਹ ਬੋਲ ਗਿਆ, ਜਿਸ, ਮੈਂ ਇੱਕ ਗਲਤ ਪੜ ਗਿਆ, ਸੌਰੀ। ਨਾਨਕ ਜਿਸ ਪ੍ਰਸਾਦ, ਜਿਹ ਮੈਂ ਗਲਤ ਪੜ ਗਿਆ, ਸੌਰੀ ਦੁਬਾਰਾ। ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਜਿਸ ਦਾ ਮਤਲਬ ਜਿਸ ਗੁਰੂ ਦੀ ਕਿਰਪਾ ਨਾਲ ਐਸੇ ਪ੍ਰਭੂ ਨੂੰ ਜਪ ਸਕੀਦਾ। ਗੁਰੂ ਤੋਂ ਬਲਿਹਾਰ ਕਿਉਂ ਜਾਣਨਾ ਹੈ? ਕਿਉਂਕਿ ਗੁਰੂ ਦੀ ਕਿਰਪਾ ਨਾਲ ਰੱਬ ਨੂੰ ਜਪ ਸਕੀਦਾ, ਰੱਬ ਦੇ ਗੁਣਾਂ ਦੇ ਧਾਰਨੀ ਹੋਈਦਾ। ਸਾਨੂੰ ਰੱਬ ਦੇ ਗੁਣਾਂ ਦੀ ਹੋਣਾ ਹੈ, ਜਿਸ ਕਰਕੇ ਸਾਡੀ ਜ਼ਿੰਦਗੀ ਦੇ ਅੰਦਰ ਸੂਝ ਆਵੇ, ਸਮਝ ਆਵੇ, ਗਿਆਨ ਦੀ ਦਾਤ ਮਿਲੇ। ਇਹ ਹਰ ਰਸ
ਭਾਵੈ ਜਨ ਕੋਏ, ਰਸ ਤੇ ਵਿਸ਼ਰਾਮ ਲਾਵਾਂਗੇ। ਇਹ ਹਰ ਰਸ ਭਾਵੈ ਜਨ ਕੋਏ। ਕੋਈ ਵਿਰਲਾ ਮਨੁੱਖ ਇਹ ਰਸ ਨੂੰ ਮਾਣਦਾ ਹੈ, ਕੋਈ ਵਿਰਲਾ ਮਨੁੱਖ ਪਾਉਂਦਾ ਹੈ, ਮਾਣਦਾ ਹੈ। ਭਾਵੈ ਦਾ ਮਤਲਬ ਮਾਨਣਾ। ਇਹ ਜਿਹੜਾ ਰੱਬੀ ਗੁਣਾਂ ਦਾ ਰਸ ਹੈ ਨਾ, ਰੱਬੀ ਹੁਕਮ ਦੇ ਵਿੱਚ ਤੁਰਨਾ, ਇਸ ਰਸ ਨੂੰ ਕੋਈ ਵਿਰਲਾ ਮਾਣਦਾ ਹੈ। ਦੇਖੋ, ਇਹ ਚੀਜ਼ਾਂ ਅਸੀਂ ਸਮਝ ਗਏ, ਸਾਡੀ ਸਮਝ ਵਿੱਚ ਇਹ ਚੀਜ਼ਾਂ ਬਹਿ ਗਈਆਂ ਕਿ ਰੱਬੀ ਰਜ਼ਾ ਵਿੱਚ ਤੁਰਨਾ ਚਾਹੀਦਾ ਹੈ। ਇਹ ਚੀਜ਼ ਸਮਝ ਵਿੱਚ ਬਹਿ ਗਈ। ਸਾਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਰੱਬੀ ਹੁਕਮ ਤੋਂ ਬਿਨਾਂ ਇਸ ਦੁਨੀਆ ਵਿੱਚ ਕੁਝ ਵੀ ਨਹੀਂ ਹੋ ਸਕਦਾ। ਜੋ ਵੀ ਕੁਝ ਪ੍ਰਾਪਤੀ ਹੈ ਰੱਬ ਦੀ ਰਜ਼ਾ ਭਾਣੇ ਵਿੱਚ, ਹੁਕਮ ਵਿੱਚ ਹੋ ਸਕਦੀ ਹੈ। ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਇਹ ਸਾਨੂੰ ਸਮਝ ਆ ਗਿਆ ਕਿ ਜਿਹੜੇ ਗੁਣਾਂ ਦੇ ਧਾਰਨੀ ਨੇ, ਅਸੀਂ ਗੁਣਾਂ ਦੀ ਗੱਲ ਕਰਾਂਗੇ, ਗੁਣਾਂ ਮੁਤਾਬਕ ਜ਼ਿੰਦਗੀ ਜੀਵਾਂਗੇ ਤਾਂ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਪੈਦਾ ਹੋਏਗੀ। ਇਹਨਾਂ ਚੀਜ਼ਾਂ ਦੀ ਸਮਝ ਆ ਗਈ, ਪਰ ਹਾਲੀ ਸਾਨੂੰ ਸੁੱਖ ਮਿਲਿਆ ਨਹੀਂ, ਖੁਸ਼ੀ ਅਸੀਂ ਮਾਣੀ ਨਹੀਂ। ਕਿਉਂ? ਕਿਉਂਕਿ ਅਸੀਂ ਨੇ ਚੀਜ਼ਾਂ ਤੇ ਅਮਲ ਨਹੀਂ ਨਾ ਕੀਤਾ। ਭੁੱਖ ਕਿਹਦੀ ਮਿਟੇਗੀ? ਜਿਹੜਾ ਲੰਗਰ ਛਕੇਗਾ। ਪਿਆਸ ਕਿਹਦੀ ਮਿਟੇਗੀ? ਜੋ ਪਾਣੀ ਪੀਵੇਗਾ। ਤੇ ਤ੍ਰਿਪਤ ਕੌਣ ਹੋਏਗਾ? ਜੋ ਗੁਣਾਂ ਦਾ ਧਾਰਨੀ ਹੋਏਗਾ। ਰਸ ਸੱਚ ਵਿੱਚੋਂ ਆਉਣਾ ਹੈ। ਰਸ ਜਿਹੜਾ ਹੈ ਨਾ, ਸੱਚ ਦਾ ਰਿਜ਼ਲਟ ਹੈ। ਜਦੋਂ ਅਸੀਂ ਸੱਚ ਬੋਲਾਂਗੇ, ਸੱਚਾ ਵਿਹਾਰ ਕਰਾਂਗੇ, ਤਾਂ ਸੱਚੇ ਵਿਹਾਰ ਦੇ ਵਿੱਚੋਂ ਜਿਹੜੀ ਖੁਸ਼ੀ ਪੈਦਾ ਹੋਣੀ ਹੈ, ਉਹਨੂੰ ਗੁਰੂ ਦੀ ਰਸ ਕਹਿ ਰਹੇ ਨੇ। ਤੇ ਸੱਚ ਦੇ ਰਸ ਨੂੰ ਕੌਣ ਮਾਣੇਗਾ? ਜਿਹੜਾ ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੋਏਗਾ। ਦਇਆ ਦੇ ਰਸ ਨੂੰ ਕੌਣ ਮਾਣੇਗਾ? ਜਿਹੜਾ ਦਇਆ ਕਰੇਗਾ। ਤਾਂ ਗੁਰੂ ਜੀ ਕਹਿੰਦੇ ਨੇ, ਇਹ ਜੋ ਗੁਣਾਂ ਦਾ ਰਸ ਹੈ, ਇਹਨੂੰ ਕੋਈ ਵਿਰਲਾ ਇਨਸਾਨ ਮਾਣਦਾ ਹੈ। ਤੇ ਜਿਹੜਾ ਫਿਰ ਮਾਣਦਾ ਹੈ, ਉਹਨੂੰ ਮਿਲਦਾ ਕੀ ਹੈ? ਅੰਮ੍ਰਿਤ ਪੀਵੈ ਅਮਰ ਸੋ ਹੋਏ। ਇਹਨੂੰ ਅਮਰ ਸੋ ਹੋਏ। ਜੋ ਇਸ ਅੰਮ੍ਰਿਤ ਨੂੰ ਪੀਂਦਾ ਹੈ, ਯਾਨੀ ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ, ਅਮਰ ਸੋ ਹੋਏ ਦਾ ਮਤਲਬ ਉਹ ਮੌਤ ਤੋਂ ਰਹਿਤ ਹੋ ਜਾਂਦਾ ਹੈ। ਉਹ ਫਿਰ ਕਦੇ ਮਰਦਾ ਨਹੀਂ, ਯਾਨੀ ਉਹਨੂੰ ਆਤਮਿਕ ਜੀਵਨ ਮਿਲਦਾ ਹੈ। ਇਹਦਾ ਭਾਵ ਇਹ ਨਹੀਂ ਕਿ ਉਹ ਸਰੀਰਕ ਤੌਰ ਤੇ ਨਹੀਂ ਮਰਦਾ। ਸਰੀਰਕ ਤੌਰ ਤੇ ਤਾਂ ਹਰ ਬੰਦੇ ਦੀ ਮੌਤ ਹੋਣੀ ਨਿਸ਼ਚਿਤ ਹੈ। ਇੱਥੇ ਹੈ ਆਤਮਿਕ ਮੌਤ ਤੇ ਨਹੀਂ ਮਰਦਾ, ਉਹਦੀ ਜ਼ਮੀਰ ਨਹੀਂ ਮਰਦੀ, ਉਹਦੇ ਅੰਦਰੋਂ ਇਨਸਾਨੀਅਤ ਨਹੀਂ ਮਰਦੀ। ਜੋ ਗੁਣਾਂ ਦਾ ਧਾਰਨੀ ਹੋ ਜਾਂਦਾ ਨਾ, ਸੱਚ ਦਾ, ਦਇਆ ਦਾ, ਰੱਬੀ ਧਰਮ ਵਿੱਚ, ਰੱਬੀ ਹੁਕਮ ਵਿੱਚ ਜੋ ਤੁਰਦਾ ਹੈ, ਇਹਨਾਂ ਗੁਣਾਂ ਦੇ ਉੱਤੇ ਅਮਲ ਕਰਦਾ ਹੈ, ਇਹਨਾਂ ਗੁਣਾਂ ਦਾ ਰਸ ਮਾਣਦਾ ਹੈ, ਉਹ ਇਨਸਾਨ ਅਮਰ ਹੋ ਜਾਂਦਾ ਹੈ। ਭਾਵ ਉਹਦੀ ਆਤਮਿਕ ਮੌਤ ਕਦੇ ਨਹੀਂ ਹੁੰਦੀ, ਉਹ ਆਤਮਿਕ ਜ਼ਿੰਦਗੀ ਜੀਂਦਾ ਹੈ। ਉਸ ਪੁਰਖ ਕਾ ਨਾ ਹੀ ਕਦੇ ਵਿਨਾਸ਼। ਇਹੋ ਜਿਹੇ ਮਨੁੱਖ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਯਾਨੀ ਕਦੇ ਉਹਦਾ ਵਿਨਾਸ਼ ਨਹੀਂ ਹੁੰਦਾ, ਕਦੇ ਉਹਦੀ ਆਤਮਿਕ ਮੌਤ ਨਹੀਂ ਹੁੰਦੀ। ਇਹਦਾ ਮਤਲਬ ਇਹ ਨਹੀਂ ਕਿ ਉਹ ਇਹੋ ਜਿਹਾ ਬੰਦਾ ਜਿਹੜਾ ਮਰਦਾ ਹੀ ਨਹੀਂ। ਸਰੀਰ ਕਰਕੇ ਤਾਂ ਇੱਕ ਸੱਚਾਈ ਹੈ ਭਾਈ, ਸਭ ਨੇ ਮਰ ਜਾਣਾ, ਚੰਗੇ ਨੇ ਵੀ, ਮਾੜੇ ਨੇ ਵੀ। ਪਰ ਇੱਕ ਜ਼ਿੰਦਗੀ ਔਰ ਮੌਤ ਹੋਰ ਹੈ। ਕਈ ਵਾਰ ਐਸਾ ਹੁੰਦਾ ਹੈ, ਅਸੀਂ ਸਰੀਰਕ ਜ਼ਿੰਦਗੀ ਜੀ ਰਹੇ ਹੁੰਦੇ ਹਾਂ, ਪਰ ਆਤਮਿਕ ਤੌਰ ਤੇ ਮਰੇ ਹੋਏ ਹੁੰਦੇ ਆ। ਜ਼ਮੀਰ ਅੰਦਰੋਂ ਮਰੀ ਹੁੰਦੀ ਹੈ, ਇਨਸਾਨੀਅਤ ਮਰੀ ਹੁੰਦੀ ਹੈ। ਜਦੋਂ ਅਸੀਂ ਪਰ ਤਨ ਔਰ ਪਰ ਧਨ ਵੱਲ ਕਾਮੁਕ ਔਰ ਲਲਚਾਈਆਂ ਨਜ਼ਰਾਂ ਦੇ ਨਾਲ ਤੱਕਦੇ ਹਾਂ, ਉਦੋਂ ਬੰਦਾ ਅੰਦਰੋਂ ਮਰ ਗਿਆ ਹੁੰਦਾ ਹੈ, ਉਹਦਾ ਵਿਨਾਸ਼ ਹੋ ਗਿਆ ਹੁੰਦਾ ਹੈ। ਇਹ ਗੱਲਾਂ ਅਸੀਂ ਹਰ ਕਲਾਸ ਵਿੱਚ ਹਰ ਰੋਜ਼ ਵਿਚਾਰ ਰਹੇ ਹਾਂ, ਸਾਂਝੀਆਂ ਕਰ ਰਹੇ ਹਾਂ, ਔਰ ਇਹਦੇ ਬਾਰੇ ਸਾਨੂੰ ਸਾਰਿਆਂ ਵੀਰਾਂ ਭੈਣਾਂ ਨੂੰ ਪਤਾ ਹੈ। ਅਸੀਂ ਸਾਰੇ ਹੀ ਵੀਰ ਭੈਣਾਂ ਇਸ ਗੱਲ ਤੋਂ ਸਪਸ਼ਟ ਹਾਂ ਕਿ ਜਦੋਂ ਬੰਦਾ ਸੱਚ ਨਾਲੋਂ ਟੁੱਟ ਜਾਂਦਾ, ਉਦੋਂ ਬੰਦਾ ਅੰਦਰੋਂ ਮਰ ਜਾਂਦਾ ਹੈ, ਇਨਸਾਨੀਅਤ ਉਹਦੇ ਅੰਦਰੋਂ ਮਰ ਜਾਂਦੀ ਹੈ, ਉਹ ਇੱਕ ਚੱਲਦੀ ਫਿਰਦੀ ਲਾਸ਼ ਰਹਿ ਜਾਂਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬੀ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਰੱਬੀ ਰਜ਼ਾ ਵਿੱਚ ਤੁਰਦਾ ਹੈ, ਉਹਦੀ ਫਿਰ ਕਦੇ ਜ਼ਮੀਰ ਨਹੀਂ ਮਰਦੀ, ਉਹਦੇ ਅੰਦਰੋਂ ਇਨਸਾਨੀਅਤ ਕਦੇ ਨਹੀਂ ਮਰਦੀ, ਕਦੇ ਨਹੀਂ ਮੁੱਕਦੀ। ਜਾ ਕੇ ਮਨ ਪ੍ਰਗਟੇ ਗੁਣਤਾਸ। ਕਿਹਦੀ ਮੌਤ ਨਹੀਂ ਹੁੰਦੀ?
ਜਿਹਦੇ ਮਨ ਦੇ ਅੰਦਰ ਗੁਣਾਂ ਦੇ ਖਜ਼ਾਨੇ ਪ੍ਰਭੂ ਦਾ ਪ੍ਰਕਾਸ਼ ਹੋ ਜਾਂਦਾ ਹੈ। ਪ੍ਰਗਟੇ ਦਾ ਮਤਲਬ ਪ੍ਰਗਟ ਪੈ ਜਾਂਦਾ ਹੈ, ਗੁਣਾਂ ਦੇ ਖਜ਼ਾਨਾ। ਜਿਹਦੇ ਹਿਰਦੇ ਵਿੱਚ ਨੇਕੀਆਂ ਦਾ ਖਜ਼ਾਨਾ ਪ੍ਰਤੱਖ ਹੋ ਜਾਂਦਾ ਹੈ। ਗੁਣਤਾਸ ਦਾ ਮਤਲਬ ਗੁਣਾਂ ਦਾ ਖਜ਼ਾਨਾ, ਪ੍ਰਗਟੇ ਦਾ ਮਤਲਬ ਪ੍ਰਗਟ ਪੈਂਦਾ ਹੈ। ਹੁਣ ਹੈ ਤੇ ਸਾਰਿਆਂ ਦੇ ਵਿੱਚ ਗੁਣਾਂ ਦਾ ਖਜ਼ਾਨਾ, ਪਰ ਪ੍ਰਗਟ ਨਹੀਂ ਨਾ। ਪ੍ਰਗਟ ਬਹੁਤ ਘੱਟ ਲੋਕਾਂ ਦੇ ਵਿੱਚ ਹੈ। ਸੱਚ ਹੈ ਸਾਰਿਆਂ ਦੇ ਅੰਦਰ, ਪਰ ਪ੍ਰਗਟ ਕੁਝ ਘੱਟ ਲੋਕਾਂ ਨੇ ਕੀਤਾ ਹੈ, ਬੋਲਿਆ ਬਹੁਤ ਘੱਟ ਲੋਕਾਂ ਨੇ, ਅਪਣਾਇਆ ਘੱਟ ਲੋਕਾਂ ਨੇ ਹੈ। ਇੱਥੇ ਪ੍ਰਗਟ ਦਾ ਮਤਲਬ ਅਪਣਾਉਣਾ। ਜਿਨ੍ਹਾਂ ਨੇ ਅਪਣਾਇਆ ਉਹਨਾਂ ਦੇ ਅੰਦਰ ਪ੍ਰਗਟ ਹੈ, ਪਤਾ ਹੈ ਕਿ ਸੱਚ ਬੋਲਦਾ ਬੰਦਾ, ਉਹਦੀ ਇਮੇਜ ਬਣ ਜਾਂਦੀ ਹੈ ਐਵੇਂ ਦੀ। ਜਿਨ੍ਹਾਂ ਦੇ ਅੰਦਰ ਨਿਰਭੈਤਾ ਨਿਰਵੈਰਤਾ ਹੈ, ਪ੍ਰਗਟ ਹੈ, ਉਹ ਨਿਰਭਉਰ ਨਿਰਵੈਰ ਵਾਲੀ ਜ਼ਿੰਦਗੀ ਜੀ ਰਹੇ ਨੇ। ਪ੍ਰੇਮ ਪ੍ਰਗਟ ਹੈ ਨਾ, ਕਈ ਲੋਕਾਂ ਦੇ ਅੰਦਰ ਪ੍ਰਗਟ ਹੈ, ਉਹ ਸਾਰਿਆਂ ਦੇ ਨਾਲ ਬੜੇ ਪਿਆਰ ਨਾਲ ਬੋਲਦੇ ਨੇ, ਉਹਨਾਂ ਦਾ ਵਤੀਰਾ ਹੀ ਪਿਆਰ ਵਾਲਾ ਹੈ, ਪ੍ਰਗਟ ਹੈ। ਹੁਣ ਇਹ ਗੁਣ ਹੈ ਸਾਡੇ ਸਾਰਿਆਂ ਵਿੱਚ ਨੇ, ਪਰ ਅਸੀਂ ਪ੍ਰਗਟ ਨਹੀਂ ਨਾ ਕੀਤੇ, ਅਸੀਂ ਇਹਨਾਂ ਨੂੰ ਯੂਜ਼ ਨਹੀਂ ਕੀਤਾ, ਅਮਲ ਵਿੱਚ ਨਹੀਂ ਲਿਆਂਦਾ। ਤਾਂ ਗੁਰੂ ਜੀ ਕਹਿੰਦੇ ਨੇ ਉਹ ਬੰਦੇ ਦੀ ਕਦੇ ਆਤਮਿਕ ਮੌਤ ਨਹੀਂ ਹੁੰਦੀ ਜਿਹਦੇ ਹਿਰਦੇ ਵਿੱਚ ਇਹ ਗੁਣ ਪ੍ਰਗਟ ਹੋ ਜਾਂਦੇ ਨੇ, ਯਾਨੀ ਜੋ ਇਹਨਾਂ ਗੁਣਾਂ ਤੇ ਅਮਲ ਕਰਦਾ ਹੈ, ਇੰਪਲੀਮੈਂਟ ਕਰ ਲੈਂਦਾ ਇਹਨਾਂ ਗੁਣਾਂ ਨੂੰ, ਉਹਦੀ ਕਦੇ ਜ਼ਮੀਰ ਨਹੀਂ ਮਰਦੀ, ਇਨਸਾਨੀਅਤ ਨਹੀਂ ਮਰਦੀ। ਉਹਦੀ ਫਿਰ ਨਿਸ਼ਾਨੀ ਕੀ ਹੈ? ਆਠ ਪਹਿਰ ਹਰ ਕਾ ਨਾਮ ਲੈ ਦਾ ਮਤਲਬ ਲੈਂਦਾ ਹੈ, ਅੱਠ ਪਹਿਰ ਦਾ ਮਤਲਬ ਅੱਠੇ ਪਹਿਰ, ਨਾਮ ਦਾ ਮਤਲਬ ਰੱਬ ਦਾ ਹੁਕਮ। ਅੱਠੇ ਪਹਿਰ ਉਹ ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀਂਦਾ ਹੈ। ਅੱਠੇ ਪਹਿਰ ਉਹ ਰੱਬ ਦੇ ਗੁਣਾਂ ਦਾ ਧਾਰਨੀ ਹੈ। ਕੋਈ ਵੀ ਐਸਾ ਪਲ ਨਹੀਂ ਜਦੋਂ ਉਹ ਹੁਕਮ ਤੋਂ ਬਾਹਰ ਜ਼ਿੰਦਗੀ ਜੀ ਰਿਹਾ ਹੋਵੇ। ਕੋਈ ਪਲ ਐਸਾ ਨਹੀਂ ਜਦੋਂ ਉਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੋਈ ਔਗਣ ਹੋਣ। ਉਹ ਹਰ ਪਲ ਰੱਬ ਦੀ ਸਿਫਤ ਸਲਾਹ ਕਰਦਾ ਹੈ, ਰੱਬ ਦੇ ਗੁਣ ਗਾਉਂਦਾ ਹੈ, ਗੁਣਾਂ ਦਾ ਧਾਰਨੀ ਹੈ, ਗੁਣਾਂ ਬਾਰੇ ਸੋਚਦਾ ਹੈ, ਗੁਣਾਂ ਬਾਰੇ ਬੋਲਦਾ ਹੈ, ਗੁਣਾਂ ਵਾਲਾ ਵਿਹਾਰ ਕਰਦਾ ਹੈ। ਰੱਬ ਦੀ ਰਜ਼ਾ ਭਾਣੇ ਬਾਰੇ ਹੀ ਸੋਚਦਾ ਹੈ, ਰਜ਼ਾ ਵਿੱਚ ਹੀ ਸੋਚਦਾ ਹੈ, ਰਜ਼ਾ ਦੇ ਬੋਲ ਬੋਲਦਾ ਹੈ, ਰਜ਼ਾ ਵਾਲਾ ਵਿਹਾਰ ਕਰਦਾ ਹੈ। ਇਹ ਉਹਦੀ ਨਿਸ਼ਾਨੀ ਹੈ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ। ਸੱਚ ਉਪਦੇਸ਼ ਸੇਵਕ ਕੋ ਦੇ, ਤੇ ਜੋ ਉਹਦਾ ਸੇਵਕ ਹੈ, ਸੇਵਕ ਦਾ ਮਤਲਬ ਜੋ ਸੰਗੀ ਸਾਥੀ ਨੇ, ਉਹਨਾਂ ਨੂੰ ਇਹ ਸੱਚਾ ਉਪਦੇਸ਼ ਦਿੰਦਾ ਹੈ। ਜੋ ਗੁਰੂ ਦਾ ਸਿੱਖ ਹੈ ਨਾ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਜਿਹਦੇ ਬਾਰੇ ਆਪਾਂ ਪਿੱਛੇ ਵਿਚਾਰ ਕਰ ਰਹੇ ਹਾਂ, ਰੱਬ ਦੇ ਸੇਵਕ ਦੀ ਗੱਲ, ਕਿ ਜੋ ਇਹਨਾਂ ਗੁਣਾਂ ਦਾ ਆਨੰਦ ਮਾਣਦਾ ਹੈ, ਜਿਹਦੇ ਅੰਦਰ ਇਹ ਗੁਣਾਂ ਦਾ ਖਜ਼ਾਨਾ ਪ੍ਰਗਟ ਹੈ, ਜਿਹਨੇ ਆਪਣਾ ਆਪਾ ਗੁਰੂ ਅੱਗੇ ਸਮਰਪਿਤ ਕਰ ਦਿੱਤਾ ਹੈ, ਜੋ ਗੁਰੂ ਤੋਂ ਕੁਰਬਾਨ ਜਾਂਦਾ ਹੈ, ਜੋ ਗੁਰੂ ਦੇ ਵੇ ਆਫ ਲਾਈਫ ਨੂੰ ਅਪਣਾ ਲੈਂਦਾ ਹੈ, ਤੇ ਅੱਗੋਂ ਜਿਹੜੇ ਉਹਦੇ ਸੰਗੇ ਸਾਥੀ ਨੇ ਉਹਨਾਂ ਨੂੰ ਵੀ ਸੱਚ ਦਾ ਹੀ ਉਪਦੇਸ਼ ਕਰਦਾ ਹੈ ਵੀ ਤੁਸੀਂ ਪਿਆਰਿਓ ਸੱਚੀ ਜ਼ਿੰਦਗੀ ਜੀਵੋ, ਗੁਰੂ ਦੀ ਬਾਣੀ ਆਪ ਪੜ੍ਹੋ, ਗੁਰਬਾਣੀ ਦੀ ਵਿਚਾਰ ਕਰੋ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੋ। ਉਹ ਅੱਗਿਆਂ ਨੂੰ ਅੱਗੇ ਵੀ ਇਹ ਉਪਦੇਸ਼ ਕਰਦਾ ਹੈ। ਉਹ ਇਹ ਉਪਦੇਸ਼ ਨਹੀਂ ਕਰਦਾ ਵੀ ਤੁਸੀਂ ਮੇਰੇ ਨਾਲ ਜੁੜ ਜਾਓ। ਉਹ ਆਪਣਾ ਡੇਰਾ ਵੱਖਰਾ ਬਣਾ ਕੇ ਨਹੀਂ ਬਹਿ ਜਾਂਦਾ, ਉਹ ਆਪਣੀ ਵੱਖਰੀ ਮਰਿਆਦਾ ਨਹੀਂ ਬਣਾ ਲੈਂਦਾ, ਉਹ ਆਪਣਾ ਵੱਖਰਾ ਰਾਹ ਪੈਦਾ ਨਹੀਂ ਕਰਦਾ, ਸਗੋਂ ਗੁਰੂ ਦੇ ਨਾਲ ਜੋੜਦਾ ਹੈ, ਰੱਬ ਦੇ ਨਾਲ ਜੋੜਦਾ ਹੈ। ਉਹ ਇਹ ਉਪਦੇਸ਼ ਕਰਦਾ ਵੀ ਰੱਬੀ ਰਜ਼ਾ ਦੇ ਵਿੱਚ ਤੁਰੋ, ਮੈਂ ਵੀ ਰੱਬੀ ਰਜ਼ਾ ਵਿੱਚ ਤੁਰਿਆ ਵਾਂ, ਤੁਸੀਂ ਵੀ ਰੱਬੀ ਰਜ਼ਾ ਦੇ ਵਿੱਚ ਤੁਰੋ। ਉਹਦੀ ਬੋਲ ਬਾਣੀ ਐਸੀ ਹੋਏਗੀ, ਉਹਦੇ ਅੰਦਰ ਵਖਰੇਵਾ ਨਹੀਂ ਹੋਏਗਾ। ਤੇ ਜਿਹੜਾ ਵਖਰੇਵਾ ਪੈਦਾ ਕਰ ਲਵੇ, ਸਮਝ ਲਓ ਉਹ ਪ੍ਰਭੂ ਦਾ ਸੇਵਕ ਨਹੀਂ। ਜਿੰਨੇ ਵੀ ਵਖੇਵੇਂ ਪੈਦਾ ਹੋਏ ਨੇ ਉਹ ਸਾਡੀ ਆਪਣੀ ਈਗੋ ਕਰਕੇ ਹੋਏ ਨੇ। ਵੱਖਰੀਆਂ ਵੱਖਰੀਆਂ ਮਰਿਆਦਾਵਾਂ ਸਾਹਮਣੇ ਹੈ ਨਾ, ਕਿ ਆਪਣੀ ਵੱਖਰੀ ਵੱਖਰੀ ਮਰਿਆਦਾ, ਤੇ ਉਹ ਵੱਖਰਾ ਇੱਕ ਵਖੇਵਾ ਹੋ ਗਿਆ ਨਾ। ਗੁਰੂ ਨਾਨਕ ਦੇਵ ਨੇ ਤਾਂ ਇੰਨੀਆਂ ਮਰਿਆਦਾ ਨਹੀਂ ਦਿੱਤੀਆਂ ਹੋਣੀਆਂ। ਜੇ ਆਪਾਂ ਠਰਮੇ ਨਾਲ ਸੋਚੀਏ ਵੀ ਗੁਰੂ ਨਾਨਕ ਦੇਵ ਨੇ ਕਿਸੇ ਨੂੰ ਕੁਛ ਕਿਹਾ ਹੋਏ ਵੀ ਤੂੰ ਇੰਜ ਕਰ ਲੈ, ਤੂੰ ਦੂਜੇ ਨੂੰ ਕਿਹਾ ਹੋਏ ਤੂੰ ਇੰਜ, ਤੇ ਉਹ ਦੋਵੇਂ ਇੱਕ ਦੂਜੇ ਦੇ ਉਲਟ ਹੋਣ, ਐਵੇਂ ਤੇ ਨਹੀਂ ਨਾ ਹੋ ਸਕਦਾ। ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਹੁਣ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਵਾਸਤੇ ਵੱਖਰਾ ਉਪਦੇਸ਼ ਤੇ ਤੁਹਾਡੇ ਲਈ ਵੱਖਰਾ ਉਪਦੇਸ਼ ਥੋੜਾ ਦੇ ਰਹੇ ਨੇ। ਇਹਦਾ ਮਤਲਬ ਜਿਹੜੇ ਵਖੇਵੇਂ ਨੇ ਉਹ ਸਾਡੇ ਆਪਣੇ ਨੇ ਨਾ। ਸੱਚ ਉਪਦੇਸ਼ ਸੇਵਕ ਕੋ ਦੇ, ਮੋਹ ਮਾਇਆ ਕੈ ਸੰਗ ਨਾ ਲੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਐਸਾ ਪੁਰਖ ਹੈ ਨਾ ਰੱਬ ਦੇ ਨਾਲ ਜੁੜਿਆ, ਉਹ ਮਾਇਆ ਦੇ ਮੋਹ ਦੇ ਵਿੱਚ ਲਿਪਾਏਮਾਨ ਨਹੀਂ ਹੈ। ਮਾਇਆ ਦਾ ਮੋਹ ਪਕੜ ਤੇ ਮਾਇਆ ਦੀ ਐਕਸਪਲੇਨੇਸ਼ਨ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਉਹਨੂੰ ਐਕਸਪਲੇਨ ਕਿਵੇਂ ਕਰਾਂਗੇ, ਉਹਦੀ ਇੰਟਰਪ੍ਰੀਟੇਸ਼ਨ ਕੀ ਕਰਾਂਗੇ। ਹੁਣ ਇਹ ਅਸੀਂ ਗੱਲਾਂ ਰੋਜ਼ ਕਰ ਰਹੇ ਹਾਂ ਆਪਸ ਵਿੱਚ ਸਾਰੇ ਭੈਣ ਭਰਾ, ਕਿ ਮਾਇਆ ਸ਼ਬਦ ਤਾਂ ਬਾਣੀ ਚੋਂ ਲੈ ਲਿਆ,
ਤੇ ਉਹਦੀ ਵਿਆਖਿਆ ਕਿਸੇ ਹੋਰ ਧਰਮ ਵਾਲੀ ਕਰ ਦਿੱਤੀ, ਤਾਂ ਫਿਰ ਗੁਰਬਾਣੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਵੀ ਅਸੀਂ ਮਨਮਤ ਦਾ ਪ੍ਰਚਾਰ ਕਰਨ ਵਾਲੇ ਹੋ ਗਏ ਨਾ, ਕਿਉਂਕਿ ਇੰਟਰਪ੍ਰੀਟੇਸ਼ਨ ਅਸੀਂ ਕਿਹਦੀ ਕਰ ਰਹੇ ਹਾਂ। ਇਸ ਲਈ ਅਸੀਂ ਮਾਇਆ ਨੂੰ ਜਾਂ ਜਿਹੜਾ ਵੀ ਸ਼ਬਦ ਲੈਣਾ ਹੈ ਉਹਦੀ ਵਿਆਖਿਆ ਗੁਰਬਾਣੀ ਅਨੁਸਾਰ ਕਰਨੀ ਹੈ। ਗੁਰਬਾਣੀ ਚੋਂ, ਗੁਰਬਾਣੀ ਵਿੱਚ ਮਾਇਆ ਕਿਹਨੂੰ ਕਿਹਾ ਗਿਆ ਹੈ? ਇਹ ਮਾਇਆ, ਬੋਲੋ ਸਾਰੇ, ਇਹ ਮਾਇਆ ਅੱਗੇ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਹੈ ਨਾ, ਕਿ ਇਹ ਮਾਇਆ ਉਹ ਸੋਚ ਹੈ ਸਾਡੀ, ਜਿਹੜੀ ਸੋਚ ਸਾਨੂੰ ਰੱਬ ਦੇ ਨਾਲੋਂ ਤੋੜਦੀ ਹੈ। ਇੱਕ ਦੂਜੇ ਨਾਲ ਅਸੀਂ ਰੱਬ ਵਾਲਾ ਵਿਹਾਰ ਨਹੀਂ ਕਰਦੇ, ਉਹ ਸੋਚ ਸਾਡੀ ਮਾਇਆ ਹੈ। ਜੋ ਸਾਨੂੰ ਸੈਲਫਿਸ਼ ਬਣਾ ਰਹੀ ਹੈ ਉਹ ਸੋਚ ਮਾਇਆ ਹੈ। ਜਿਹੜੀ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਦ્વੈਤ ਪੈਦਾ ਕਰਦੀ ਉਹ ਸੋਚ ਮਾਇਆ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬ ਦਾ ਸੇਵਕ ਹੈ ਉਹ ਇਸ ਮਾਇਆ ਵਾਲੀ ਸੋਚ ਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ, ਇਹਦੇ ਤੋਂ ਨਿਰਲੇਪ ਹੈ, ਉਹ ਅਲੇਪ ਹੈ, ਉਹ ਇਸ ਸੋਚ ਦੇ ਨਾਲ ਨਹੀਂ ਜੁੜਿਆ ਹੋਇਆ। ਸਗੋਂ ਮਨ ਮਹਿ ਰਾਖੈ, ਰਾਖੇ ਨਹੀਂ ਬੋਲਣਾ, ਰਾਖੈ, ਮਨ ਮਹਿ ਰਾਖੈ ਹਰ ਹਰ ਏਕ, ਉਹ ਆਪਣੇ ਮਨ ਦੇ ਅੰਦਰ ਸਦਾ ਇੱਕ ਰੱਬ ਨੂੰ ਟਿਕਾਉਂਦਾ ਹੈ। ਉਹਦੀ ਵਿਚਾਰ ਵਿੱਚ ਇਹ ਟਿਕਿਆ ਹੋਇਆ ਹੈ ਕਿ ਇੱਕ ਹੀ ਰੱਬ ਹੈ ਸਾਰਿਆਂ ਦੇ ਅੰਦਰ, ਇੱਕ ਹੀ ਰੱਬ ਹੈ ਸਾਰੇ ਸੰਸਾਰ ਦਾ, ਵੱਖਰੇ ਵੱਖਰੇ ਰੱਬ ਨਹੀਂ ਹਨ। ਉਹਨੂੰ ਇਹ ਸਮਝ ਹੈ ਕਿ ਇੱਕ ਹੀ ਸਮਾਇਆ ਹੋਇਆ ਹੈ, ਸਭ ਹੈ ਕਟ ਰਾਮ ਬੋਲੇ, ਇੱਕ ਹੀ ਫੈਲਿਆ ਹੋਇਆ ਹੈ, ਇੱਕ ਓੰਕਾਰ ਹੈ। ਉਹਦੀ ਭਾਵਨਾ ਐਸੀ ਹੈ ਤੇ ਫਿਰ ਐਸੀ ਭਾਵਨਾ ਵਾਲਾ ਹੀ ਉਹਦਾ ਵਿਹਾਰ ਹੁੰਦਾ ਹੈ। ਅੰਧਕਾਰ ਦੀਪਕ ਪ੍ਰਗਾਸੇ, ਹੁਣ ਜਿਵੇਂ ਦੀਵਾ ਜਗਾਈਏ ਤੇ ਹਨੇਰੇ ਦੇ ਅੰਦਰ ਚਾਨਣ ਹੋ ਜਾਂਦਾ ਨਾ, ਅੰਧਕਾਰ, ਇੱਥੇ ਵਿਸ਼ਰਾਮ ਲਗਾਵਾਂਗੇ। ਅੰਧਕਾਰ ਦੀਪਕ ਪ੍ਰਗਾਸੇ, ਜਿਵੇਂ ਦੀਵਾ ਜਗਾਉਣ ਨਾਲ ਹਨੇਰਾ ਦੂਰ ਹੋ ਜਾਂਦਾ ਹੈ। ਲਾਈਟ ਔਨ ਕਰੋ, ਹਨੇਰਾ ਖਤਮ, ਹਨੇਰੇ ਨੂੰ ਤੇ ਭਾਜਣਾ ਪੈ ਜਾਣੀ, ਉਹਨੇ ਪਤਾ ਵੀ ਨਹੀਂ ਲੱਗਣਾ ਹਨੇਰਾ ਗਿਆ ਕਿੱਥੇ। ਦੀਵਾ ਜਗਾਉਂਦਿਆਂ ਹੀ ਹਨੇਰਾ ਖਤਮ। ਨਾਨਕ ਪਰਮ ਮੋਹ ਦੁੱਖ ਤਹਿ ਤੇ ਨਾਸੇ, ਨਾਨਕ ਤੇ ਵਿਸਰਾਮ ਲਗਾਵਾਂਗੇ, ਦੂਜਾ ਵਿਸਰਾਮ ਦੁੱਖ ਤੇ ਲਗਾਵਾਂਗੇ। ਨਾਨਕ ਪਰਮ ਮੋਹ ਦੁੱਖ ਤਹਿ ਤੇ ਨਾਸੇ, ਹੀ ਨਾਨਕ ਇਸੇ ਤਰ੍ਹਾਂ ਭੁਲੇਖੇ, ਭਰਮ ਦਾ ਮਤਲਬ ਭੁਲੇਖੇ, ਮੋਹ, ਸੈਲਫਿਸ਼ਨੈਸ, ਔਰ ਇਹਨਾਂ ਤੋਂ ਪੈਦਾ ਹੋਏ ਜਿੰਨੇ ਵੀ ਦੁੱਖ ਨੇ ਸਾਰੇ ਉੱਥੋਂ ਨਸ ਜਾਂਦੇ ਨੇ। ਦੀਵਾ ਜਗਾਉਂਦਿਆਂ ਹੀ ਜਿਵੇਂ ਚਾਨਣ ਹੋ ਜਾਂਦਾ ਹੈ, ਹਨੇਰਾ ਮਿਟ ਜਾਂਦਾ ਹੈ, ਇਸੇ ਤਰ੍ਹਾਂ ਸੱਚ ਦੀ ਸਮਝ ਹੁੰਦਿਆਂ ਹੀ, ਗੁਰੂ ਦੇ ਗਿਆਨ ਦੇ ਧਾਰਨੀ ਹੁੰਦਿਆਂ ਹੀ, ਜਦੋਂ ਗੁਰੂ ਦਾ ਗਿਆਨ ਅੰਦਰ ਜਗਦਾ ਹੈ, ਸਮਝ ਆਉਂਦੀ ਹੈ, ਕਾਮਨ ਸੈਂਸ ਪੈਦਾ ਹੁੰਦੀ ਹੈ, ਵਿਵੇਕ ਬੁੱਧੀ ਹੈ, ਅੰਦਰ ਗੁਰੂ ਦੀ ਪਾਵਨ ਬਾਣੀ ਟਿਕਦੀ ਹੈ। ਜਦੋਂ ਰੱਬ ਦੇ ਗੁਣ ਅੰਦਰ ਟਿਕਦੇ ਨੇ ਤਾਂ ਭਟਕਣਾ ਮਿਟ ਜਾਂਦੀ ਹੈ, ਭੁਲੇਖੇ ਮਿਟ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਭੁਲੇਖਾ ਰਹਿੰਦਾ ਹੀ ਨਹੀਂ। ਹੁਣ ਸਾਨੂੰ ਭੁਲੇਖਾ ਹੈ ਨਾ ਕਿ ਅਸੀਂ ਵੱਖਰੇ ਹਾਂ ਰੱਬ ਤੋਂ, ਰੱਬ ਸਾਡੇ ਤੋਂ ਵੱਖਰਾ ਹੈ, ਉਦੋਂ ਫਿਰ ਭੁਲੇਖਾ ਖਤਮ ਹੋ ਜਾਂਦਾ ਹੈ, ਸਮਝ ਆ ਜਾਂਦੀ ਹੈ ਕਿ ਮੈਂ ਸੋਨਾ ਹੀ ਹਾਂ। ਜੇ ਛਾਪ ਇੱਕ ਹੈ ਕਿ ਮੈਂ ਵੱਖਰੀ ਹਾਂ ਸੋਨੇ ਤੋਂ, ਮੈਂ ਤੇ ਛਾਪ ਹਾਂ, ਮੈਂ ਤੇ ਛੱਲਾ ਹਾਂ, ਮੈਂ ਤੇ ਜੰਜੀਰ ਹਾਂ, ਇਹ ਨਾਮ ਨੇ, ਹੈ ਤੇ ਸੋਨਾ ਹੀ ਨਾ, ਸੋਨੇ ਨੂੰ ਹੀ ਨਾਮ ਦਿੱਤੇ ਨੇ। ਇਹ ਸਮਝ ਪੈ ਜਾਂਦੀ ਹੈ ਕਿ ਜੇ ਡਿਜ਼ਾਈਨ 1000 ਕਿਸਮ ਦਾ ਬਣਾ ਦਿੱਤਾ ਨਾ, ਛਾਪਾਂ ਦਾ, ਛੱਲਿਆਂ ਦਾ, ਤਾਂ ਸੋਨਾ 1000 ਕਿਸਮ ਦਾ ਨਹੀਂ ਹੋਇਆ, ਸੋਨਾ ਹੀ ਹੈ ਉਹ। ਇਸ ਤਰ੍ਹਾਂ ਭਰਮ ਮੁੱਕ ਜਾਂਦਾ ਹੈ ਕਿ ਮੈਂ ਰੱਬ ਦੇ ਨਾਲੋਂ ਵੱਖਰਾ। ਸਮਝ ਆ ਜਾਂਦੀ ਹੈ ਕਿ ਰੱਬ ਇੱਕ ਜ਼ਿੰਦਗੀ ਦਾ ਦਰਿਆ ਹੈ ਤੇ ਮੈਂ ਉਹਦੀ ਹੀ ਇੱਕ ਲਹਿਰ ਹਾਂ। ਭਰਮ ਮਿਟ ਜਾਂਦੇ ਨੇ। ਇਹ ਭਰਮ ਮਿਟ ਜਾਂਦਾ ਹੈ ਕਿ ਉੱਚੀ ਜਾਤ ਦਾ, ਕੋਈ ਨੀਵੀਂ ਜਾਤ ਦਾ, ਇਹ ਭਰਮ ਮਿਟ ਜਾਂਦੇ ਨੇ। ਮੋਹ ਖਤਮ ਹੋ ਜਾਂਦਾ ਹੈ, ਸੈਲਫਿਸ਼ਨੈਸ ਖਤਮ ਹੋ ਜਾਂਦੀ ਹੈ। ਫਿਰ ਸਮਝ ਆਉਂਦੀ ਹੈ ਨਾ ਕਿ ਮੇਰਾ ਆਪਣਾ ਆਪਾ ਹੀ ਦੂਜਿਆਂ ਵਿੱਚ ਹੈ, ਦੂਜੇ ਵੀ ਸਾਰੇ ਮੇਰੇ ਭੈਣ ਭਰਾ ਨੇ, ਅਸੀਂ ਸਾਰੇ ਇੱਕ ਸਾਂਝੇ ਇੱਕ ਪਿਤਾ ਦੇ ਬੱਚੇ ਹਾਂ, ਸਾਡਾ ਸਾਰਿਆਂ ਦਾ ਸਾਂਝਾ ਇੱਕ ਪਰਿਵਾਰ ਹੈ। ਤੇ ਜਦੋਂ ਭਰਮ ਔਰ ਮੋਹ ਖਤਮ ਹੋ ਗਏ, ਸੈਲਫਿਸ਼ਨੈਸ ਮੁੱਕ ਗਈ, ਭੁਲੇਖੇ ਮੁੱਕ ਗਏ, ਅਗਿਆਨਤਾ ਦਾ ਹਨੇਰਾ ਮੁੱਕ ਗਿਆ, ਵਿਕਾਰ ਖਤਮ ਹੋ ਗਏ, ਦੁੱਖ ਆਟੋਮੈਟਿਕਲੀ ਖਤਮ ਹੋ ਜਾਣ। ਦੁੱਖ ਤੇ ਹੈ ਹੀ ਇਹਨਾਂ ਕਰਕੇ ਸਨ। ਦੁੱਖਾਂ ਦੀ ਹੋਂਦ ਆਪਣੀ ਥੋੜਾ ਕੋਈ, ਸੁੱਖਾਂ ਦੀ ਅਣਹੋਂਦ ਦਾ ਨਾਮ ਦੁੱਖ ਹੈ। ਅਵਗੁਣਾਂ ਦੀ ਅਣਹੋਂਦ ਨਹੀਂ, ਗੁਣਾਂ ਦੀ ਅਣਹੋਂਦ ਦਾ ਨਾਮ ਅਵਗੁਣ ਨੇ। ਤੇ ਜਿੱਥੇ ਸੱਚ ਆ ਗਿਆ, ਦਇਆ ਆ ਗਈ, ਧਰਮ ਆ ਗਿਆ, ਭਰਮ ਖਤਮ ਹੋ ਗਏ, ਮੋਹ ਖਤਮ ਹੋ ਗਿਆ, ਦੁੱਖ ਆਟੋਮੈਟਿਕਲੀ ਖਤਮ ਹੋ ਜਾਣੇ ਨੇ। ਇਸ ਲਈ
ਸਾਨੂੰ ਦੁੱਖਾਂ ਨੂੰ ਖਤਮ ਕਰਨ ਵਾਸਤੇ ਸੋਚਣ ਦੀ ਲੋੜ ਨਹੀਂ ਹੈ। ਵਿਕਾਰਾਂ ਨੂੰ ਕਿਵੇਂ ਖਤਮ ਕਰਨਾ ਹੈ ਇਹ ਸੋਚਣ ਵਾਸਤੇ ਲੋੜ ਨਹੀਂ ਹੈ। ਲੋੜ ਇਹ ਹੈ ਕਿ ਅਸੀਂ ਗੁਣਾਂ ਦੇ ਧਾਰਨੀ ਕਿਵੇਂ ਹੋਣਾ, ਅਸੀਂ ਦੀਵਾ ਕਿਵੇਂ ਜਗਾਉਣਾ। ਸਾਡੀ ਪ੍ਰੋਬਲਮ ਇਹ ਹੈ। ਹਨੇਰਾ ਦੂਰ ਕਿਵੇਂ ਕਰਨਾ, ਜੇ ਐਵੇਂ ਸੋਚਦੇ ਰਹੋਗੇ ਤੇ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ। ਜੇ ਇਹ ਸੋਚੋ ਵੀ ਦੀਵਾ ਕਿਵੇਂ ਜਗਾਉਣਾ, ਦੀਵਾ ਕਿੱਥੋਂ ਮਿਲੇਗਾ, ਲਾਈਟ ਦਾ ਸਵਿਚ ਕਿੱਥੇ ਹੈ, ਤੇ ਸਵਿਚ ਔਨ ਕਰ ਦਿਓ, ਬਸ ਹਨੇਰਾ ਆਪੇ ਖਤਮ ਹੋ ਜਾਏਗਾ। ਇਸ ਲਈ ਆਪਣੇ ਅੰਦਰ ਗੁਣ ਪੈਦਾ ਕਰ ਲਓ, ਦੁੱਖ ਆਪੇ ਖਤਮ ਹੋ ਜਾਣਗੇ। ਪ੍ਰੇਮ ਪੈਦਾ ਕਰ ਲਓ, ਗੁੱਸਾ ਆਪੇ ਖਤਮ ਹੋ ਜਾਏਗਾ। ਦਇਆ ਪੈਦਾ ਕਰ ਲਓ, ਕੁਦਇਆ ਆਪੇ ਖਤਮ ਹੋ ਜਾਏਗੀ। ਜ਼ਮੀਰ ਜਗਾ ਲਓ, ਆਤਮਕ ਮੌਤ ਆਪ ਮੁੱਕ ਜਾਏਗੀ। ਇਸ ਲਈ ਗੁਰੂ ਜੀ ਕਹਿੰਦੇ ਨੇ ਉਸ ਜ਼ਿੰਦਗੀ ਦੇ ਵਿੱਚੋਂ ਭਰਮ ਮੋਹ ਦੁੱਖ ਆਦਿਕ ਜਿਹੜੇ ਨੇ ਉਹ ਨਸ ਜਾਂਦੇ ਨੇ, ਉਹ ਖਤਮ ਹੋ ਜਾਂਦੇ ਨੇ। ਤਪਤ ਮਾਹੇ ਠਾਂਡ ਵਰਤਾਈ, ਇੱਥੇ ਲਿਖਿਆ ਹੈ ਠਾੜ, ਲੇਕਿਨ ਇੱਥੇ ਠਾਂਡ ਪੜਾਂਗੇ ਬਿੰਦੀ ਲਗਾ ਕੇ। ਤਪਤ ਮਾਹੇ ਇੱਥੇ ਵਿਸਰਾਮ ਲਾਵਾਂਗੇ। ਤਪਤ ਮਾਹੇ ਠਾਂਡ ਵਰਤਾਈ, ਠਾਂਡ ਦਾ ਮਤਲਬ ਠੰਡਕ, ਤਪਤ ਦਾ ਮਤਲਬ ਤਪਸ਼। ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਕੋਈ ਆਉਂਦਾ ਹੈ ਨਾ, ਤਾਂ ਗੁਰੂ ਦਾ ਜੋ ਸ਼ਬਦ ਉਪਦੇਸ਼ ਹੈ ਉਹ ਤਪਤ ਦੇ ਅੰਦਰ, ਵਿਕਾਰਾਂ ਦੀ ਤਪਤ ਦੇ ਅੰਦਰ ਠੰਡ ਵਰਤਾ ਦਿੰਦਾ ਹੈ। ਯਾਨੀ ਵਿਕਾਰਾਂ ਦੀ ਅੱਗ ਜਿਹੜੀ ਹੈ ਉਹ ਬੁਝ ਜਾਂਦੀ ਹੈ, ਉੱਥੇ ਸ਼ੁਭ ਗੁਣ ਆ ਜਾਂਦੇ ਨੇ ਔਰ ਠੰਡਕ ਵਰਤ ਜਾਂਦੀ ਹੈ ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ, ਗੁਣਾਂ ਰਾਹੀਂ। ਤਾਂ ਇਹਦਾ ਮਤਲਬ ਜੇ ਕਿਤੇ ਸਾਡੀ ਜ਼ਿੰਦਗੀ ਵਿੱਚ ਦੁੱਖ ਜਾਂ ਅਸ਼ਾਂਤੀ ਹੈ ਨਾ, ਤੇ ਅਸੀਂ ਉਹਨੂੰ ਠੰਡਕ ਦੇ ਅੰਦਰ ਕਨਵਰਟ ਕਰਨਾ ਚਾਹੁੰਦੇ ਹਾਂ, ਤਾਂ ਆਪਣੇ ਅੰਦਰ ਗੁਣ ਪੈਦਾ ਕਰ ਲੈਣੇ ਚਾਹੀਦੇ ਨੇ। ਗੁਰੂ ਦੀ ਬਾਣੀ ਮੁਤਾਬਕ ਜ਼ਿੰਦਗੀ ਜੀਣਾ ਸ਼ੁਰੂ ਕਰ ਦਿਓ, ਆਟੋਮੈਟਿਕਲੀ ਅੰਦਰ ਠੰਡਕ ਵਰਤ ਜਾਏਗੀ, ਅੰਦਰ ਵਿਕਾਰਾਂ ਦੀ ਅੱਗ ਬੁਝ ਜਾਏਗੀ। ਆਨੰਦ ਭਇਆ ਦੁੱਖ ਨਾਠੇ ਭਾਈ, ਇਹਨੂੰ ਅਨੰਦ ਨਹੀਂ ਪੜਨਾ, ਆਨੰਦ। ਕਿਉਂਕਿ ਗੁਰਬਾਣੀ ਵਿੱਚ ਸਾਨੂੰ ਬਹੁਤ ਥਾਵਾਂ ਤੇ ਨੰਨੇ ਉੱਤੇ ਟਿੱਪੀ ਲੱਗੀ ਹੋਈ ਮਿਲਦੀ ਹੈ, ਆਨੰਦ ਸ਼ਬਦ ਹੈ। ਆਨੰਦ ਭਇਆ, ਜਿਹੜੇ ਆਨੰਦ ਪੜ੍ਹਦੇ ਨੇ ਨਾ, ਉਹਨਾਂ ਦਾ ਪਿੱਛੇ ਵਿਚਾਰ ਹੁੰਦਾ ਹੈ ਕਿ ਅਨਹਦ ਸ਼ਬਦ ਸੁਣਨੇ ਨੇ, ਉਹ ਯੋਗ ਕਿਰਿਆ ਦੇ ਨਾਲ ਕਈ ਵਾਰ ਆਪਣੇ ਆਪ ਨੂੰ ਰਿਲੇਟ ਕਰ ਦਿੰਦੇ ਨੇ। ਇਸ ਲਈ ਇੱਥੇ ਆਨੰਦ, ਆਨੰਦ ਦਾ ਮਤਲਬ ਖੁਸ਼ੀ, ਪ੍ਰਸੰਨਤਾ। ਆਨੰਦ ਭਇਆ, ਸੁਖ ਹੀ ਸੁਖ ਹੋ ਗਿਆ। ਦੁੱਖ ਨਾਠੇ ਭਾਈ, ਹੇ ਮੇਰੇ ਭਰਾਵਾ ਦੁੱਖ ਨਸ ਗਏ। ਜਦੋਂ ਗੁਰੂ ਦਾ ਸ਼ਬਦ ਸਾਡੇ ਅੰਦਰ ਬਲੇਗਾ, ਗੁਰੂ ਗਿਆਨ ਦਾ ਦੀਵਾ ਜਗੇਗਾ, ਯਾਨੀ ਗੁਣਾਂ ਦੇ ਧਾਰਨੀ ਅਸੀਂ ਹੋਵਾਂਗੇ, ਅੰਦਰ ਸੁਖ ਪੈਦਾ ਹੋ ਜਾਣਗੇ, ਦੁੱਖ ਨਸ ਜਾਣਗੇ। ਜਨਮ ਮਰਨ ਕੇ ਮਿਟੇ ਅੰਦੇਸੇ, ਜਿਹੜੇ ਜਨਮ ਮਰਨ ਦੇ ਅੰਦੇਸ਼ੇ ਨੇ ਨਾ, ਸਾਰੇ ਮਿਟ ਜਾਣਗੇ। ਜਨਮ ਤੋਂ ਲੈ ਕੇ ਮਰਨ ਤੱਕ, ਅੰਦੇਸ਼ੇ ਦਾ ਮਤਲਬ ਚਿੰਤਾ, ਫਿਕਰ, ਇਹ ਸਾਰੇ ਮਿਟ ਜਾਣਗੇ। ਕਿ ਮੈਂ ਮਰਨ ਤੋਂ ਬਾਅਦ ਕਿਸੇ ਜੂਨ ਵਿੱਚ ਪੈਣਾ, ਜਾਂ ਇਹ ਸਾਰੇ ਖਤਮ ਹੋ ਜਾਣਗੇ, ਕੋਈ ਚਿੰਤਾ ਨਹੀਂ ਰਹੇਗੀ। ਜਨਮ ਤੋਂ ਲੈ ਕੇ ਮਰਨ ਤੱਕ ਸਾਰੀ ਜ਼ਿੰਦਗੀ ਦੇ ਚਿੰਤਾਵਾਂ ਮਿਟ ਜਾਣਗੀਆਂ। ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਫਿਕਰ ਮਿਟ ਗਏ, ਪੂਰੇ ਜੀਵਨ ਦੇ ਫਿਕਰ ਮਿਟ ਜਾਣਗੇ, ਚਿੰਤਾਵਾਂ ਮਿਟ ਜਾਣਗੀਆਂ। ਜੀਵਨ ਦੇ ਅੰਦਰ ਫਿਰ ਦੁੱਖ ਨਹੀਂ ਰਹੇਗਾ, ਕਿਉਂਕਿ ਜਦੋਂ ਸੁੱਖ ਪੈਦਾ ਹੋ ਗਿਆ, ਗੁਣ ਆ ਗਏ, ਫਿਰ ਸਾਰੀ ਜ਼ਿੰਦਗੀ ਸੁੱਖ ਹੀ ਸੁੱਖ ਹੈ। ਕਿਵੇਂ ਇਹ ਹੋਇਆ? ਕਿਵੇਂ? ਸਾਧੂ ਕੇ, ਇੱਥੇ ਰੁਕਾਂਗੇ, ਪੂਰਨ ਉਪਦੇਸੇ। ਉਪਦੇਸ਼ ਦਾ ਮਤਲਬ ਉਪਦੇਸ਼, ਤੇ ਸਾਧੂ ਦਾ ਮਤਲਬ ਗੁਰੂ। ਇੱਥੇ ਸਾਧੂ ਦਾ ਮਤਲਬ ਕੋਈ ਡੇਰੇ ਵਾਲਾ, ਚੋਲੇ ਵਾਲਾ ਬਾਬਾ ਨਹੀਂ, ਇਹ ਖਾਸ ਖਿਆਲ ਰੱਖਣਾ ਹੈ। ਇੱਥੇ ਕਿਸੇ ਬਾਬੇ ਦੀ ਗੱਲ ਨਹੀਂ ਹੋ ਰਹੀ, ਗੁਰੂ ਦੀ ਗੱਲ ਹੋ ਰਹੀ। ਕਿਤੇ ਗੁਰੂ ਜੀ ਨੇ ਪਿਛਲੇ ਗੁਰੂ ਕਿਹਾ ਹੈ, ਸਤਿਗੁਰ ਕਿਹਾ ਹੈ, ਇੱਥੇ ਸਾਧੂ ਕਹਿ ਰਹੇ ਨੇ। ਸਾਧੂ ਸ਼ਬਦ ਉਸੇ ਸ਼ਬਦ ਦਾ ਪਰਿਆਇਵਾਚੀ ਹੈ, ਗੁਰੂ ਦਾ। ਸਾਧੂ ਕੇ ਪੂਰਨ ਉਪਦੇਸ਼ੇ, ਗੁਰੂ ਦੇ ਪੂਰਨ ਉਪਦੇਸ਼ ਦਾ ਸਦਕਾ ਐਸਾ ਹੈ। ਯਾਨੀ ਜੇ ਗੁਰੂ ਦੇ ਉਪਦੇਸ਼ ਨੂੰ ਮੰਨਾਂਗੇ ਤਾਂ ਇਹ ਚੀਜ਼ ਵਰਤ ਜਾਏਗੀ, ਬਿਲਕੁਲ ਗਾਰੰਟੀ ਹੈ। ਪਰ ਜੇ ਗੁਰੂ ਦੇ ਉਪਦੇਸ਼ ਦੀ ਬਜਾਏ ਕਿਸੇ ਹੋਰ ਦੀ ਗੱਲ ਮੰਨਾਂਗੇ ਤਾਂ ਉਹਦੀ ਗਾਰੰਟੀ ਨਹੀਂ ਪਾਈ, ਉਹ ਜਾਣੇ ਤੇ ਉਹਦਾ ਕੰਮ ਜਾਣੇ। ਗੁਰੂ ਦੇ ਉਪਦੇਸ਼ ਦੀ ਗਾਰੰਟੀ ਹੈ ਕਿ ਗੁਰੂ ਦੇ ਉਪਦੇਸ਼ ਦੇ ਨਾਲ ਇਹ ਸੁਖ ਸ਼ਾਂਤੀ ਪੈਦਾ ਹੋ ਜਾਏਗੀ। ਸਾਡੀ ਜੋ ਭੁੱਲ ਰਹੀ ਬਹੁਤ ਥਾਵਾਂ ਤੇ, ਅਸੀਂ ਬਾਹਰ ਦੀਆਂ ਪੁਸਤਕਾਂ ਨੂੰ ਇਹ ਉਹਦੇ ਵਿੱਚ ਲਿਖਿਆ, ਫਲਾਣੇ ਰਾਈਟਰ ਨੇ ਇੰਜ ਲਿਖਿਆ, ਇੰਜ ਲਿਖਿਆ, ਠੀਕ ਉਹਨਾਂ ਦੀ ਸਮਝ ਸੀ, ਜਿਵੇਂ ਉਹਨਾਂ ਨੂੰ ਸਮਝ ਆਈ, ਉਹਨਾਂ ਨੇ ਆਪਣੀ ਸਮਝ ਲਿਖੀ ਹੈ। ਪਰ ਅਸੀਂ ਉਹਨਾਂ ਰਾਈਟਰਾਂ ਦੇ ਚੇਲੇ ਨਹੀਂ ਨਾ ਹੈਗੇ। ਅਸੀਂ ਸਿੱਖ ਕਿਦੇ ਆ? ਗੁਰੂ ਦੇ। ਤੇ ਗੁਰੂ ਕੌਣ ਹੈ? ਬਾਣੀ। ਜੇ ਕਿਤੇ ਕਿਸੇ ਨੂੰ ਭੁਲੇਖਾ ਲੱਗਾ ਹੈ
ਤਾਂ ਅਸੀਂ ਉਸ ਭੁਲੇਖੇ ਚੋਂ ਬਾਹਰ ਨਿਕਲਣਾ ਹੈ। ਅਸੀਂ ਗੁਰੂ ਦੇ ਗਿਆਨ ਨੂੰ ਯੂਜ਼ ਕਰਨਾ ਹੈ, ਗੁਰੂ ਦੇ ਗਿਆਨ ਦੀ ਵਰਤੋਂ ਕਰਨੀ ਹੈ, ਗੁਰਬਾਣੀ ਨੂੰ ਗੁਰਬਾਣੀ ਰਾਹੀਂ ਸਮਝਣਾ ਹੈ। ਗੁਰੂ ਦੇ ਪੂਰਨ ਉਪਦੇਸ਼ ਦੇ ਨਾਲ ਇਹ ਸਾਰੇ ਭਰਮ ਭੁਲੇਖੇ ਦੂਰ ਹੋ ਜਾਣਗੇ। ਤਾਂ ਬੇਨਤੀ ਕਰਾਂ, ਜੇ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਨਾ ਕਿ ਫਲਾਂ ਬੰਦਾ ਤੇ ਇਹ ਕਹਿ ਰਿਹਾ ਸੀ, ਫਲਾਂ ਬੰਦਾ ਇੰਜ ਕਹਿ ਰਿਹਾ ਸੀ, ਤਾਂ ਉਹਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਓ ਕਿ ਗੁਰਬਾਣੀ ਦੇ ਵਿੱਚ ਕੀ ਕਿਹਾ ਗਿਆ ਹੈ। ਜੇ ਗੁਰਬਾਣੀ ਦੇ ਨਾਲ ਮੇਰੇ ਵਿਚਾਰ ਤਾਲਮੇਲ ਨਹੀਂ ਖਾਂਦੇ ਤਾਂ ਮੈਨੂੰ ਛੱਡ ਦਿਓ, ਗੁਰਬਾਣੀ ਵਾਲੇ ਵਿਚਾਰਾਂ ਨੂੰ ਅਪਣਾ ਲਓ। ਜੇ ਗੁਰਬਾਣੀ ਨਾਲ ਤਾਲਮੇਲ ਕਿਸੇ ਹੋਰ ਵੀਰ ਦਾ ਵਿਚਾਰ ਨਹੀਂ ਤਾਲਮੇਲ ਵਹਿ ਰਿਹਾ ਤਾਂ ਛੱਡ ਦਿਓ ਉਹਨੂੰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਮੈਂ ਥੋੜੀ ਹਾਂ ਜਾਂ ਕੋਈ ਹੋਰ ਉੱਚਾ ਥੋੜਾ। ਗੁਰੂ ਮਹਾਨ ਹੈ ਸਾਡਾ ਸਾਰਿਆਂ ਦਾ। ਅਸੀਂ ਗੁਰੂ ਦੀ ਪਾਵਨ ਬਾਣੀ ਨੂੰ ਸਮਝਣਾ ਹੈ, ਗੁਰਬਾਣੀ ਦੀ ਕਸਵੱਟੀ ਤੇ ਪਰਖਣਾ। ਭਉ ਚੂਕਾ ਇੱਥੇ ਵਿਸਰਾਮ, ਨਿਰਭਉ ਹੋਏ ਬਸੇ, ਸਾਰਾ ਡਰ ਮੁੱਕ ਗਿਆ ਤੇ ਹੁਣ ਨਿਡਰ ਹੋ ਕੇ ਵਸ ਰਹੇ ਹਾਂ। ਜਦੋਂ ਗੁਰੂ ਦੇ ਉਪਦੇਸ਼ ਮੁਤਾਬਕ ਕੋਈ ਜ਼ਿੰਦਗੀ ਜੀਂਦਾ ਨਾ, ਸਾਰੇ ਡਰ ਮੁੱਕ ਜਾਂਦੇ ਨੇ। ਭਉ ਚੂਕਾ, ਡਰ ਖਤਮ ਹੋ ਗਿਆ, ਨਿਰਭਉ ਵਸਦੇ ਆ। ਹੁਣ ਕੋਈ ਪ੍ਰੋਬਲਮ ਨਹੀਂ ਕਿ ਜੇ ਸਰਾਧ ਨਾ ਕੀਤਾ ਤੇ ਬਾਪੂ ਖੋਰੇ ਭੂਤ ਬਣ ਕੇ ਰਾਤ ਨੂੰ ਡਰਾਏਗਾ। ਹੁਣ ਜਦੋਂ ਸਮਝ ਆ ਗਈ ਵੀ ਬਾਪੂ ਦੇ ਖਤਮ ਹੋਣ ਤੋਂ ਬਾਅਦ ਕੋਈ ਕਿਰਿਆਕਰਮ ਹੈ ਹੀ ਨਹੀਂ, ਸਰਾਧ ਦਾ ਲੰਗਰ ਅੱਗੇ ਮਿਲਣਾ ਹੀ ਨਹੀਂ, ਤੇ ਡਰ ਹੁਣ ਕਾਹਦਾ, ਭੈ ਹੀ ਖਤਮ ਹੋ ਗਿਆ। ਹੁਣ ਡਰ ਲੱਗ ਰਿਹਾ ਹੈ ਵੀ ਜੇ ਨੀਲਾ ਜਿਹਾ ਧਾਗਾ ਪਿਆ, ਇਹ ਤੂੰ ਟੱਪ ਗਿਆ, ਹੁਣ ਸਿਆਪਾ ਨਾ ਕੋਈ ਪੈ ਜਾ, ਭੂਤ ਪ੍ਰੇਤ ਨਾ ਚੰਬੜ ਜਾ। ਜਦੋਂ ਭੂਤ ਪ੍ਰੇਤ ਹੈ ਹੀ ਨਹੀਂ ਤੇ ਡਰ ਕਾਹਦਾ। ਜਦੋਂ ਪਤਾ ਹੈ ਵੀ ਜੰਤਰ ਮੰਤਰ ਤੰਤਰ ਕੱਖ ਨਹੀਂ, ਜਿੰਨੀਆਂ ਮਰਜ਼ੀ ਗੰਢਾਂ ਧਾਗਿਆਂ ਨੂੰ ਮਾਰੀ ਜਾਓ ਤੇ ਸੁੱਟੀ ਜਾਓ, ਤੇ ਫਿਰ ਧਾਗਿਆਂ ਦਾ ਅੱਗੇ ਢੇਰ ਵੀ ਪਿਆ ਹੋਵੇ ਤੇ ਕੀ ਉੱਥੋਂ ਤੀਲੀ ਲੈ ਕੇ ਬਾਲ ਕੇ ਪਾਸੇ ਕਰੋ, ਜਾਂ ਉਹਨੂੰ ਚੁੱਕ ਕੇ ਪਰੇ ਰੂੜੀ ਤੇ ਸੁੱਟੋ, ਜਾਂ ਜਿੱਥੇ ਵੀ ਉਹਨੂੰ ਖਤਮ ਕਰਨਾ ਖਤਮ ਕਰੋ। ਡਰ ਹੀ ਖਤਮ ਹੋ ਗਿਆ। ਹੁਣ ਡਰ ਹੀ ਨਹੀਂ ਹੈ ਨਾ, ਜਦੋਂ ਪਤਾ ਹੈ ਵੀ ਨਰਕ ਸੁਰਗ ਮਰਨ ਤੋਂ ਬਾਅਦ ਹੈ ਹੀ ਨਹੀਂ, ਤੇ ਹੁਣ ਡਰ ਕਾਹਦਾ। ਨਾ ਤੇ ਡਰ ਕਰਕੇ ਕੰਮ ਕਰਨਾ ਵੀ ਮੈਂ ਨਰਕਾਂ ਵਿੱਚ ਨਾ ਪਾਵਾਂ, ਤੇ ਨਾ ਹੁਣ ਮੈਂ ਕਿਸੇ ਸਵਰਗ ਕਰਕੇ ਤੀਰਥ ਤੇ ਜਾ ਰਿਹਾ ਵੀ ਜੇ ਮੈਂ ਜਾਵਾਂਗਾ ਤੇ ਮੈਨੂੰ ਸਵਰਗ, ਜਦੋਂ ਹੈ ਹੀ ਨਹੀਂ। ਨਾ ਹੁਣ ਲਾਲਚ, ਨਾ ਹੁਣ ਡਰ, ਇਹਨਾਂ ਚੀਜ਼ਾਂ ਤੋਂ ਖਤਮ ਹੋ ਗਏ। ਆਪਣੀ ਜ਼ਿੰਦਗੀ ਹੀ ਸਵਰਗ ਬਣਾ ਲਈ। ਸਗਲ ਬਿਆਦ ਮਨ ਤੇ ਖੈ ਨਸੇ। ਬਿਆਦ ਦਾ ਮਤਲਬ ਰੋਗ, ਖੈ ਦਾ ਮਤਲਬ ਖਤਮ ਹੋ ਗਏ, ਨਸੇ ਦਾ ਮਤਲਬ ਨਸ ਗਏ। ਸਾਰੇ ਰੋਗ ਨਾਸ ਹੋ ਗਏ, ਸਾਰੇ ਰੋਗ ਨਸ ਗਏ। ਕਿਹੜੇ ਰੋਗ? ਜਿੰਨੇ ਵੀ ਆ ਕਾਮ ਕ੍ਰੋਧ ਲੋਭ ਮੋਹ ਸਨ, ਚਿੰਤਾਵਾਂ ਸਨ, ਫਿਕਰ ਸਨ, ਕਿੰਨੇ ਸਾਰੇ ਰੋਗ ਬੰਦੇ ਦੀ ਮਾਨਸਿਕਤਾ ਨੂੰ ਜਕੜੀ ਰੱਖਦੇ ਨੇ, ਇਹ ਸਾਰੇ ਨਸ ਗਏ ਜਦੋਂ ਸੱਚ ਨਾਲ ਜੁੜ ਗਏ, ਦਇਆ ਨਾਲ ਜੁੜ ਗਏ, ਨਿਰਭੈਤਾ ਨਾਲ ਜੁੜ ਗਏ, ਨਿਰਵੈਰਤਾ ਨਾਲ ਜੁੜ ਗਏ। ਸਾਰੇ ਰੋਗ ਈਰਖਾ ਦਵੇਸ਼ ਤੇ ਖਤਮ ਹੋ ਗਏ। ਜਿਸ ਕਾ ਸਾ, ਇੱਥੇ ਵਿਸਰਾਮ ਲਾਵਾਂਗੇ। ਤਿੰਨ ਕਿਰਪਾ ਧਾਰੀ, ਤਿੰਨ ਦਾ ਮਤਲਬ ਉਹਨੇ, ਜਦੋਂ ਤਿੰਨ ਦੇ ਨੰਨੇ ਨਾਲ, ਜਿੰਨ ਦੇ ਨੰਨੇ ਨਾਲ ਸਿਹਾਰੀ ਹੋਵੇ ਤਾਂ ਇੱਕ ਵਚਨੀ ਸ਼ਬਦ ਹੁੰਦਾ ਹੈ। ਜਿਸ ਗੁਰੂ ਦੇ ਬਣੇ ਸਾਂ, ਉਹਨੇ ਸਾਡੇ ਤੇ ਕਿਰਪਾ ਕੀਤੀ। ਹੁਣ ਜਿਸ ਗੁਰੂ ਦੇ ਅਸੀਂ ਬਣੇ, ਅਸੀਂ ਗੁਰੂ ਨਾਨਕ ਦੇਵ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਬਣੇ। ਗੁਰਬਾਣੀ ਅਨੁਸਾਰ ਜਦੋਂ ਅਸੀਂ ਜ਼ਿੰਦਗੀ ਜੀਵੀ, ਗੁਰਬਾਣੀ ਨੂੰ ਅਸੀਂ ਸਮਝਣਾ ਸ਼ੁਰੂ ਕੀਤਾ, ਤਾਂ ਗੁਰਬਾਣੀ ਦੀ ਸਾਡੇ ਤੇ ਕਿਰਪਾ ਹੋ ਗਈ ਨਾ, ਸਮਝ ਆ ਗਈ, ਗਿਆਨ ਆ ਗਈ। ਰੱਬ ਨੇ ਜਿੰਨੇ ਰਹਿਮਤ ਕੀਤੀ, ਉਹਦੇ ਅਸੀਂ ਜਦੋਂ ਬਣੇ, ਉਹਦੀ ਰਜ਼ਾ ਵਿੱਚ ਤੁਰੇ, ਉਹਨੇ ਕਿਰਪਾ ਕੀਤੀ। ਸਾਧ ਸੰਗ ਜਪ ਨਾਮ ਮੁਰਾਰੀ। ਮੁਰਾਰੀ ਦਾ ਮਤਲਬ ਮੁਰ ਰਾਖਸ਼ ਨੂੰ ਮਾਰਨ ਵਾਲਾ, ਜੋ ਰਾਖਸ਼ੀ ਬਿਰਤੀਆਂ ਨੂੰ ਖਤਮ ਕਰਨ ਵਾਲਾ ਹੈ ਰੱਬ। ਸਾਧ ਸੰਗ ਦਾ ਮਤਲਬ ਗੁਰੂ ਦੀ ਸ਼ਰਨ ਵਿੱਚ। ਜਪ ਦਾ ਮਤਲਬ ਜਾਣਨਾ, ਜਾਣ ਕੇ। ਨਾਮ ਦਾ ਮਤਲਬ ਹੁਕਮ। ਜੋ ਪ੍ਰਭੂ ਦਾ ਹੁਕਮ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਣ ਕਰਕੇ, ਗੁਰੂ ਦੇ ਚਰਨਾਂ ਦੀ ਸ਼ਰਨ ਰਾਹੀਂ ਜਦੋਂ ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀਵੀ, ਤਾਂ ਇਹ ਸਾਰੇ ਵਿਕਾਰ ਪਾਪ ਖਤਮ ਹੋ ਗਏ। ਥਿਤ ਪਾਈ ਚੂਕੇ ਭ੍ਰਮ ਗਵਨ। ਭ੍ਰਮ ਦਾ ਮਤਲਬ ਭਟਕਣਾ, ਗਵਨ ਦਾ ਮਤਲਬ ਜਿਹੜਾ ਭਟਕਣਾ ਹੈ, ਤੇ ਭਰਮ ਦਾ ਮਤਲਬ ਸਾਡੇ ਜੋ ਭੁਲੇਖੇ ਨੇ। ਭਰਮ ਦਾ ਮਤਲਬ ਭਰਮ ਭੁਲੇਖੇ, ਗਵਨ ਦਾ ਮਤਲਬ ਭਟਕਣਾ, ਥਿਤ ਪਾਈ ਦਾ ਮਤਲਬ ਟਿਕਾਓ ਆ ਗਿਆ, ਸ਼ਾਂਤੀ ਆ ਗਈ, ਨਿਹਚਲਤਾ ਪ੍ਰਾਪਤ ਹੋ ਗਈ, ਸੰਦੇਹ ਔਰ ਭਟਕਣ ਮੁੱਕ ਗਏ। ਹੁਣ ਭਟਕਣਾ ਨਹੀਂ ਰਹੀ, ਹੁਣ ਮੰਜ਼ਿਲ ਮਿਲ ਗਈ। ਪਾਣੀ ਨਦੀ ਦਾ ਵਹਿ ਰਿਹਾ ਨਾ ਬੜੀ ਤੇਜ਼ੀ ਨਾਲ, ਦਰਿਆ ਨਾਲ ਜਾ ਰਿਹਾ ਹੈ, ਦਰਿਆ ਤੁਰਿਆ ਜਾ ਰਿਹਾ ਹੈ ਸ਼ੂਕ ਦਾ, ਪਰ ਜਦੋਂ ਹੁਣ ਸਮੁੰਦਰ ਵਿੱਚ ਮਿਲ ਗਿਆ ਤੇ ਭਟਕਣਾ ਖਤਮ ਹੋ ਗਈ, ਹੁਣ ਸਫ਼ਰ ਖਤਮ ਹੋ ਗਿਆ, ਮੰਜ਼ਿਲ ਮਿਲ ਗਈ। ਤਾਂ ਜਦੋਂ ਸਾਡੀ ਸੁਰਤ ਸੱਚ ਦੇ ਵਿੱਚ ਜੁੜ ਗਈ, ਸਮਝ ਆ ਗਈ, ਤਾਂ ਫਿਰ ਜਿਹੜੇ ਆ ਵਿਕਾਰ ਸਨ, ਪਾਪ ਸਨ, ਇਧਰ ਹੁਣ ਸੁਰਤ ਨਹੀਂ ਭਟਕੇਗੀ, ਸ਼ਾਂਤੀ ਮਿਲ ਗਈ, ਟਿਕਾਵ ਮਿਲ ਗਿਆ, ਮੰਜ਼ਿਲ ਮਿਲ ਗਈ। ਸੁਣ ਨਾਨਕ ਹਰ ਹਰ ਜਸ ਰਵਨ। ਹੇ ਨਾਨਕ, ਪ੍ਰਭੂ ਦਾ ਜਸ ਕੰਨਾਂ ਦੇ ਨਾਲ ਸੁਣ, ਔਰ ਕੰਨਾਂ ਦੇ ਨਾਲ ਸਰਵਣ ਕਰਕੇ
ਹੀ ਇਹ ਭਟਕਣਾ ਜਿਹੜੀ ਹੈ ਉਹ ਮਿਟ ਸਕਦੀ ਹੈ। ਤਾਂ ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੋਵੇ ਤਾਂ ਉਹ ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣੀ ਵਿਚਾਰ ਦੇਣੀ ਹੋਏ ਤਾਂ ਉਹ ਆਪਣੀ ਵਿਚਾਰ ਦੇ ਸਕਦੇ ਹੋ। ਹੁਣ ਅਗਲੀ ਕਾਰਵਾਈ ਕਲਾਸ ਦੀ ਵੀਰ ਤਰਲੋਚਨ ਸਿੰਘ ਜੀ ਕਰਨਗੇ। ਆਪ ਸਮੂਹ ਕਲਾਸ ਵਾਲੇ ਵੀਰਾਂ ਭੈਣਾਂ ਦਾ ਧੰਨਵਾਦ। ਔਰ ਜੋ ਫੇਸਬੁੱਕ ਤੇ ਮੇਰੇ ਵੀਰ ਭੈਣਾਂ ਸਰਵਣ ਕਰ ਰਹੇ ਨੇ, ਆਪ ਫੇਸਬੁੱਕ ਤੇ ਸੁਣਨ ਵਾਲੇ ਵੀਰਾਂ ਭੈਣਾਂ ਵੀ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ, ਬਹੁਤ ਬਹੁਤ। ਤੇ ਜਿੱਦਾਂ ਅਸੀਂ ਸਾਰਿਆਂ ਨੇ ਸੁਣ ਹੀ ਲਿਆ ਜੀ, ਅੱਜ ਦੀ ਕਥਾ ਸੁਣ ਲਈ ਆ, ਤੇ ਉਹਦੇ ਵਿੱਚੋਂ ਜੇ ਕੋਈ ਸਵਾਲ ਕਿਸੇ ਨੇ ਕਰਨਾ ਹੋਵੇ ਤਾਂ ਹਮੇਸ਼ਾ ਦੀ ਤਰ੍ਹਾਂ ਆਪਾਂ ਕਹਿੰਦੇ ਹੁੰਦੇ ਕਿ ਤੁਸੀਂ ਅਨਮਿਊਟ ਹੋ ਜਾਓ ਤਾਂ ਕਿ ਤੁਸੀਂ ਆਪਣੇ ਸਵਾਲ ਰੱਖ ਸਕੋ ਜਾਂ ਆਪਣੀ ਵਿਚਾਰ ਜੋ ਤੁਹਾਡੇ ਹੋਰ ਬਣਦੀ ਹੋਵੇ ਵਿਚਾਰ ਇਸ ਚੀਜ਼ ਬਾਰੇ ਤਾਂ ਉਹ ਵੀ ਤੁਸੀਂ ਰੱਖ ਸਕੋ। ਸਾਡੇ ਨਾਲ ਭੈਣ ਸਵਿੰਦਰ ਕੌਰ ਜੀ ਅਨਮਿਊਟ ਹੋਏ ਆ ਜੀ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣਾ ਹਾਂਜੀ ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਇਹਦਾ ਮਤਲਬ ਦੱਸਿਓ ਜੀ। ਥਿਤ ਪਾਈ ਚੁੱਕੇ ਭਰਮ ਗਵਨ। ਇਹਦਾ ਮਤਲਬ ਹੈਗਾ ਭੈਣ ਟਿਕਾਵ, ਇੱਕ ਜਗ੍ਹਾ ਤੇ ਟਿਕ ਜਾਣਾ। ਅੱਛਾ ਜੀ। ਤੇ ਭਰਮ ਦਾ ਮਤਲਬ ਹੈਗਾ ਭੁਲੇਖੇ। ਹਾਂਜੀ। ਤੇ ਗਵਨ ਦਾ ਮਤਲਬ ਹੈਗੀ ਭਟਕਣਾ। ਹਾਂਜੀ। ਤੇ ਇਹ ਖਤਮ ਹੋ ਜਾਂਦੇ ਨੇ ਤੇ ਬੰਦੇ ਨੂੰ ਟਿਕਾਵ ਮਿਲ ਜਾਂਦਾ ਜਦੋਂ ਬੰਦੇ ਦੀ ਸੁਰਤ ਸੱਚ ਦੇ ਵਿੱਚ ਜੁੜ ਗਈ, ਸੱਚ ਦੀ ਸਮਝ ਆ ਗਈ। ਅੱਛਾ ਜੀ। ਤੇ ਉਹ ਬੰਦਾ ਉਹਨਾਂ ਗੁਣਾਂ ਦੇ ਵਿੱਚ ਲੀਨ ਹੋ ਗਿਆ ਤੇ ਫਿਰ ਜਿਹੜੀ ਵਿਕਾਰਾਂ ਵੱਲ ਭੱਜ ਦੌੜ ਸੀ ਉਹ ਖਤਮ ਹੋ ਗਈ। ਤੇ ਦੂਜਾ ਇਹ ਭੁਲੇਖਾ ਦੂਰ ਹੋ ਗਿਆ ਕਿ ਮੈਂ ਰੱਬ ਦੇ ਨਾਲੋਂ ਕੋਈ ਵੱਖਰੀ ਸ਼ੈ ਆ। ਸਮਝ ਆ ਗਈ ਕਿ ਮੈਂ ਵੀ ਰੱਬ ਦਾ ਰੂਪ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹਨੂੰ ਸਮਝ ਪੈ ਗਈ ਕਿ ਇੱਕ ਹੀ ਚਾਰ ਚੁਫੇਰੇ ਪਸਰਿਆ ਹੋਇਆ। ਥੈਂਕ ਯੂ ਗਿਆਨੀ ਜੀ। ਧੰਨਵਾਦ। ਧੰਨਵਾਦ ਜੀ। ਤੇ ਹੋਰ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਅਨਮਿਊਟ ਹੋ ਜਾਓ ਜੀ। ਨਹੀਂ ਜੀ, ਕੋਈ ਨਹੀਂ ਲੱਗਦਾ। ਇੱਕ ਮੇਰੇ ਦਿਮਾਗ 'ਚ ਗੱਲ ਆਈ ਆ, ਕੋਈ ਇੱਕ ਕੁਐਸਚਨ ਹੈ ਜੀ ਸਾਰਿਆਂ ਨੂੰ। ਉਹ ਹੈਗਾ ਜੀ ਆਪਣੇ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਹੁਣ 9 ਦੁਆਰਿਆਂ ਦਾ ਸਾਰਿਆਂ ਨੂੰ ਪਤਾ ਹੈ ਜੀ, ਇਹ ਗੱਲ ਹੋ ਚੁੱਕੀ ਪਹਿਲਾਂ ਵੈਸੇ, ਪਰ ਫੇਰ ਵੀ ਜਿਹੜਾ 10ਵਾਂ ਦੁਆਰ ਹੁੰਦਾ ਜੀ ਇਹ ਕੀ ਹੁੰਦਾ? ਇਹ ਮੇਰਾ ਕੁਐਸਚਨ ਹੈ ਸਾਰੀ ਆਪਣੀ ਕਲਾਸ ਨੂੰ। ਤੁਹਾਡੇ ਖਿਆਲ ਦੇ ਵਿੱਚ ਜਿਹੜਾ 10ਵਾਂ ਦੁਆਰ ਆ ਉਹ ਕੀ ਹੁੰਦਾ ਜੀ? ਕੁਲਦੀਪ ਕੌਰ ਜੀ ਤੁਸੀਂ ਅਨਮਿਊਟ ਹੋਏ, ਤੁਸੀਂ ਪੁੱਛਣਾ ਕੁਛ? ਜਿਹਨੂੰ ਸੱਚਖੰਡ ਕਹਿੰਦੇ। ਅੱਛਾ ਜੀ, ਸੱਚਖੰਡ ਮਤਲਬ ਆਪਣੇ ਕਿੱਥੇ 10ਵਾਂ ਦੁਆਰ ਸੱਚਖੰਡ ਹੈ ਜੀ? ਵੈਲ 10ਵਾਂ ਦੁਆਰ ਸਾਡਾ ਸੱਚਖੰਡ ਹੀ ਹੋ ਗਿਆ ਜਦੋਂ ਅਸੀਂ ਸਾਰੇ ਭਰਮ ਭੁਲੇਖਿਆਂ ਚੋਂ ਨਿਕਲ ਗਏ। ਅੱਛਾ ਤੇ ਉਹ ਪ੍ਰਭੂ ਦੇ ਨਾਲ ਜੁੜ ਗਏ ਜੀ, ਤੇ ਸੱਚਖੰਡ ਹੀ ਹੋ ਗਿਆ ਉੱਥੇ। ਅੱਛਾ ਜੀ, ਸੱਚਖੰਡ, ਠੀਕ ਹੈ ਜੀ। ਤੇ ਸਾਡੇ ਨਾਲ ਹਰਦੀਪ ਸਿੰਘ ਭੋਗਲ ਜੀ, ਤੁਸੀਂ ਕੀ ਕਹਿੰਦੇ ਆ ਜੀ? ਇਹ ਦੇਖੋ ਜੀ, ਬਹੁਤ ਭਰਮ ਭੁਲੇਖੇ ਪਾਏ ਹੋਏ ਆ। 10ਵਾਂ ਦੁਆਰ ਸਿਰਫ ਦਿਮਾਗ ਹੁੰਦਾ ਤੁਹਾਡਾ, ਕਿਉਂਕਿ ਉਹ ਤੁਹਾਡਾ ਦਿਸਦਾ ਨਹੀਂ ਹੁੰਦਾ, ਪਰ ਉਹ ਅੰਦਰ ਸਭ ਕੁਝ ਕਰਦੇ ਹੋ, ਹੋਰ ਕੁਝ ਨਹੀਂ ਹੁੰਦਾ। ਬਾਕੀ ਗਿਆਨੀ ਜੀ ਨੂੰ ਪੁੱਛ ਲਓ। ਨਹੀਂ, ਆਪਾਂ ਕਲਾਸ ਨੂੰ ਪੁੱਛੀਏ ਪਹਿਲਾਂ ਜੀ। ਕਲਾਸ ਨੂੰ ਪੁੱਛ ਲਓ। ਤੁਹਾਡੀ ਸੁਰਤ ਜਿਹੜੀ ਹੈ ਸਿਰਫ ਦਿਮਾਗ ਹੁੰਦਾ 10ਵਾਂ ਦੁਆਰ, ਕਿਉਂਕਿ ਉਹ ਦਿਸਦਾ ਨਹੀਂ ਹੈਗਾ ਪਰ ਕਰਦਾ ਸਾਰਾ ਕੁਝ ਹੈ। ਥੈਂਕ ਯੂ ਜੀ, ਤੁਹਾਡਾ ਜਵਾਬ ਵੀ ਮਿਲ ਗਿਆ, ਥੈਂਕ ਯੂ। ਮੈਂ ਹੋਰਨਾਂ ਨੂੰ ਵੀ ਪੁੱਛੂੰਗਾ। ਨਰਿੰਦਰ ਸਿੰਘ ਜੀ, ਸੌਰੀ ਬਲਜੀਤ ਕੌਰ ਜੀ। ਹਾਂਜੀ, ਤੁਹਾਡੀ ਸੁਰਤ ਜਿਹੜੀ 10ਵਾਂ ਦੁਆਰ ਹੈ, ਸੋਚਣ ਦੀ ਜਿਹੜੀ ਤੁਹਾਡੀ ਹੈ ਵੇ ਸੁਰਤ ਗੁਰੂ ਦੇ ਨਾਲ ਜੁੜ ਗਈ। ਠੀਕ ਹੈ ਜੀ, ਥੈਂਕ ਯੂ ਜੀ। ਜਸਵੀਰ ਕੌਰ ਜੀ? ਮੈਂ ਵੀ ਇਹੀ ਕਹਿਣਾ ਸੀ, ਸੁਰਤ ਸੋਝੀ ਆ ਗਈ ਜਿਹੜੀ ਆਪਾਂ ਨੂੰ। ਹਾਂਜੀ। ਤੁਸੀਂ ਕਾਪੀ ਤਾਂ ਨਹੀਂ ਕਰੀ ਜਾਂਦੇ ਜੀ? ਨਹੀਂ 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 ਜੀ, ਤੁਹਾਨੂੰ ਨੰਬਰ ਨਹੀਂ ਮਿਲਣੇ। ਮੈਂ ਪਹਿਲਾਂ ਕਹਿ ਰਿਹਾ ਬਲਜੀਤ ਕੌਰ ਜੀ ਨੂੰ ਕਾਪੀ ਕਰੋ, ਫਿਰ ਤੁਸੀਂ ਇਦਾਂ ਨਾ ਕਰਿਓ। 10ਵਾਂ ਦੁਆਰ ਆਪਣਾ ਮਨ ਵੀ ਹੋ ਸਕਦਾ ਹੈ ਨਾ, ਮਨ ਵੀ ਹੋ ਗਿਆ 10ਵਾਂ ਦੁਆਰ। ਹਾਂਜੀ, ਸੁਰਤ ਯਾਨੀ ਰੀਅਲਾਈਜ਼ੇਸ਼ਨ ਜੇ ਤੁਹਾਨੂੰ ਆ ਗਈ ਤਾਂ ਫਿਰ 10ਵਾਂ ਦੁਆਰ ਹੀ ਆ। ਹਾਂਜੀ, ਠੀਕ ਹੈ ਜੀ। ਸਵਿੰਦਰ ਕੌਰ ਜੀ, ਤੁਸੀਂ ਵੀ ਅਨਮਿਊਟ ਆ, ਪਤਾ ਨਹੀਂ ਪਹਿਲੇ ਕੁਐਸਚਨ ਕਰਕੇ ਜਾਂ ਤੁਸੀਂ ਕੋਈ ਜਵਾਬ ਦੇਣਾ? ਪਹਿਲੇ ਕੁਐਸਚਨ ਕਰਕੇ ਹੀ ਆ ਜੀ। ਅੱਛਾ, ਠੀਕ ਹੈ, ਠੀਕ ਹੈ ਜੀ। ਬਹੁਤ ਵਧੀਆ ਜਵਾਬ ਦਿੱਤੇ ਜੀ ਤੁਸੀਂ। ਤੇ ਗਿਆਨੀ ਜੀ, ਤੁਸੀਂ ਕੁਝ ਐਡ ਕਰਨਾ? 10ਵਾਂ ਦੁਆਰ ਦਾ ਮਤਲਬ ਹੈਗਾ ਜੀ ਦਿਮਾਗ, ਤੁਹਾਡਾ ਬ੍ਰੇਨ ਜਿਹੜਾ ਇੱਕ ਸਾਡੇ ਸਰੀਰ ਦਾ ਇੱਕ ਟੁਕੜਾ, ਇੱਕ ਅੰਗ ਜਿਹੜਾ ਬ੍ਰੇਨ, ਦਿਮਾਗ ਜਿਹੜਾ 10ਵਾਂ ਦੁਆਰ, ਜਿਵੇਂ ਭੋਗਲ ਜੀ ਕਹਿ ਰਹੇ ਸੀ, ਕਿਉਂਕਿ ਭਾਈ ਕਾਨ ਸਿੰਘ ਜੀ ਨਾਭਾ ਔਰ ਆਪਣਾ ਭਾਈ ਸਾਹਿਬ ਸਿੰਘ ਜੀ ਸਾਰੇ 10ਵਾਂ ਦੁਆਰ ਦਾ ਮਤਲਬ ਦਿਮਾਗ। ਜਦੋਂ ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋਗੇ ਤਾਂ ਦਿਮਾਗ ਸ਼ਬਦ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਆਇਆ, ਵਰਤਿਆ ਨਹੀਂ। ਤਾਂ ਇਹ 10ਵਾਂ ਦੁਆਰ ਦਿਮਾਗ ਵਾਸਤੇ ਵਰਤਿਆ ਗਿਆ।
ਅੱਗੋਂ ਜਿਹੜੀਆਂ 4 ਚੀਜ਼ਾਂ ਨੇ ਉਹ ਇਸ ਦਿਮਾਗ ਦੀਆਂ ਐਕਟੀਵਿਟੀਜ਼ ਨੇ। ਉਹ ਜੇ ਨੋਟ ਕਰਨੀਆਂ ਨੇ ਕਰ ਲਓ, ਮੈਂ ਪਹਿਲਾਂ ਵੈਸੇ ਕਰਾਈਆਂ ਨੇ, ਪਰ ਇਹ ਚੀਜ਼ਾਂ ਪੱਕੀਆਂ ਕਰ ਲਓ। ਇਹ ਤਾਂ ਪੱਕਾ ਲਿਖ ਲਓ ਕਿ ਦਸਮ ਦੁਆਰ ਦਾ ਮਤਲਬ ਹੈਗਾ ਦਿਮਾਗ, ਬ੍ਰੇਨ। ਸਾਡਾ ਜਿਹੜਾ ਬਾਡੀ ਦਾ ਪਾਰਟ ਹੈ ਨਾ, ਬ੍ਰੇਨ, ਦਿਮਾਗ, ਲਿਖ ਲਓ ਇਹਨੂੰ। ਦਸਮ ਦੁਆਰ ਦਾ ਮਤਲਬ ਦਿਮਾਗ। ਤੇ ਮਨ ਕੀ ਹੈ? ਦਿਮਾਗ ਦੀ ਉਹ ਐਕਟੀਵਿਟੀ ਜਿਸ ਰਾਹੀਂ ਸਾਡੇ ਅੰਦਰ ਵਿਚਾਰ ਪੈਦਾ ਹੁੰਦੇ ਨੇ ਕਿ ਮੈਂ ਰੋਟੀ ਖਾਵਾਂ ਜਾਂ ਮੈਂ ਵਪਾਰ ਕਰਾਂ ਜਾਂ ਇਹ ਚੰਗਾ ਹੈ ਜਾਂ ਮਾੜਾ, ਕੁਝ ਵੀ, ਜਿੰਨੇ ਵੀ ਸੰਕਲਪ ਵਿਕਲਪ ਪੈਦਾ ਹੁੰਦੇ ਨੇ, ਦਿਮਾਗ ਦੀ ਇੱਕ ਐਕਟੀਵਿਟੀ ਦਾ ਨਾਮ ਮਨ ਹੈ। ਦੂਜੀ ਐਕਟੀਵਿਟੀ ਮਨ ਦੀ, ਜੇ ਦਿਮਾਗ ਦੀ ਜਿਹੜੀ ਹੈ, ਬੁੱਧ, ਬੁੱਧੀ ਜਾਂ ਬੁੱਧ ਜਾਂ ਮਤ। ਦਿਮਾਗ ਦੀ ਉਹ ਐਕਟੀਵਿਟੀ ਜਿਸ ਰਾਹੀਂ ਅਸੀਂ ਠੀਕ ਔਰ ਗਲਤ ਦਾ ਫੈਸਲਾ ਲੈਂਦੇ ਆ ਕਿ ਇਹ ਠੀਕ ਹੈ ਜਾਂ ਇਹ ਗਲਤ ਹੈ, ਉਹਨੂੰ ਕਹਿੰਦੇ ਨੇ ਬੁੱਧੀ। ਤੇ ਮਨ, ਦਿਮਾਗ ਦੀ ਤੀਜੀ ਐਕਟੀਵਿਟੀ ਚਿੱਤ, ਜਿਸ ਰਾਹੀਂ ਹਰ ਚੀਜ਼ ਸਾਨੂੰ ਚੇਤੇ ਰਹਿੰਦੀ ਹੈ। ਦਿਮਾਗ ਦੀ ਉਸ ਐਕਟੀਵਿਟੀ ਦਾ ਨਾਮ ਚਿੱਤ ਹੈ। ਔਰ ਈਗੋ ਕਹਿ ਦਿੰਦੇ ਨੇ ਜਿਸ ਤਰ੍ਹਾਂ ਹੀ ਅਸੀਂ ਇੱਕ ਦੂਜੇ ਵਿੱਚ ਵਖੇਵੇਂ ਮਹਿਸੂਸ ਕਰਨੇ ਆ, ਤੁਸੀਂ ਮੈਨੂੰ ਆਪਣੇ ਤੋਂ ਵੱਖਰੇ ਪ੍ਰਤੀਤ ਹੁੰਦੇ ਹੋ, ਉਹਨੂੰ ਅਸੀਂ ਕਹਿ ਦਿੰਦੇ ਆ ਈਗੋ। ਜਿਹੜਾ ਦਸਮ ਦੁਆਰ ਵਿੱਚ ਸਵਾਸ ਪ੍ਰਾਣ ਚੜਾਉਣ ਦੀ ਗੱਲ ਹੈ, ਉਹਦੇ ਨਾਲ ਗੁਰਮਤ ਬਿਲਕੁਲ ਵੀ ਸਹਿਮਤ ਨਹੀਂ। ਉਹੋ ਜੀ ਕੋਈ ਮੋਰੀ ਨਹੀਂ ਅੰਦਰ ਹੈ ਵੀ ਨਿੱਕੀ ਜੀ ਮੋਰੀ ਦੇ ਵਿੱਚ ਸਵਾਸ ਚੜਾਣੇ ਨੇ। ਸਗੋਂ ਗੁਰਬਾਣੀ ਦੇ ਅੰਦਰ ਇਹਨਾਂ ਕੰਮਾਂ ਦਾ ਖੰਡਨ ਕੀਤਾ ਗਿਆ। ਉਹਦੇ ਵਾਸਤੇ ਤੁਸੀਂ ਇੱਕ ਪੰਕਤੀ ਨੋਟ ਕਰ ਲਓ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਪ੍ਰਮ ਪ੍ਰਮ ਆਵੇ ਮੂੜਾ ਵਾਰੋ ਵਾਰ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਪ੍ਰਮ ਪ੍ਰਮ ਆਵੇ ਮੂੜਾ ਵਾਰੋ ਵਾਰ। ਇਹ ਮੈਂ ਤੁਹਾਨੂੰ ਪੰਨਾ ਵੀ ਦੱਸਦਾ, ਮਨ ਨਿਰਮਲ ਨਹੀਂ। ਇਹ ਪੰਕਤੀ ਹੈਗੀ ਹੈ 1169 ਅੰਗ ਤੇ, 1169। ਇਹ ਬਸੰਤ ਮਹਿਲਾ ਤੀਜਾ, ਗੁਰੂ ਅਮਰਦਾਸ ਜੀ ਦਾ ਇਹ ਸ਼ਬਦ ਹੈ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਭ੍ਰਮ ਭ੍ਰਮ ਆਵੇ ਮੂੜਾ ਵਾਰੋ ਵਾਰ। ਇਹਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਐਵੇਂ ਕੀਤਾ ਹੈ, ਦਸਵੇਂ ਦੁਆਰ ਵਿੱਚ ਪ੍ਰਾਣ ਚੜਾਇਆ ਵੀ ਮਨ ਪਵਿੱਤਰ ਨਹੀਂ ਹੁੰਦਾ। ਅਜਿਹੇ ਸਾਧਨਾ ਵਿੱਚ ਲੱਗਾ ਹੋਇਆ ਮੂਰਖ ਭਟਕ ਭਟਕ ਕੇ ਮੁੜ ਮੁੜ ਜਨਮ ਲੈਂਦਾ ਹੈ। ਯਾਨੀ ਜਿਹੜੇ ਦਸਮ ਦੁਆਰ ਵਿੱਚ ਪ੍ਰਾਣ ਚੜਾ ਕੇ ਮੁਕਤੀ ਪਾਣਾ ਚਾਹੁੰਦੇ ਨੇ, ਉਹ ਦੁਨੀਆ ਦੇ ਸਭ ਤੋਂ ਵੱਡੇ ਮੂਰਖ ਨੇ। ਯੋਗੀਆਂ ਵਾਲਾ ਜਿਹੜਾ ਸਾਧਨ ਹੈ, ਠੀਕ ਹੈ ਨਾ। ਇਸ ਲਈ ਦਸਮ ਦੁਆਰ ਦਾ ਮਤਲਬ ਹੈਗਾ ਦਿਮਾਗ। ਅੱਗੋਂ ਇਹਦੀਆਂ 4 ਐਕਟੀਵਿਟੀਜ਼ ਨੇ। ਇਹ ਚੀਜ਼ਾਂ ਪੱਕੇ ਤੌਰ ਤੇ ਆਪਣਾ ਤੁਸੀਂ ਲਿਖ ਲਓ। ਔਰ ਇਹ ਪੰਕਤੀ ਸਾਰੇ ਯਾਦ ਜ਼ਰੂਰ ਕਰ ਲਓ, ਮੂੰਹ ਜ਼ਬਾਨੀ ਯਾਦ ਕਰ ਲਓ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਭ੍ਰਮ ਭ੍ਰਮ ਆਵੇ ਮੂੜਾ ਵਾਰੋ ਵਾਰ। ਇਹ 1169 ਅੰਗ ਤੇ ਹੈ। ਜੇ ਕੋਈ ਤੁਹਾਨੂੰ ਕਵੇ ਵੀ ਗੁਰੂ ਜੀ ਕਹਿੰਦੇ ਨੇ ਨਹੀਂ ਜੀ ਦਸਮ ਦੁਆਰ ਵਿੱਚ ਪ੍ਰਾਣ ਚੜਾਉਣੇ ਨੇ ਜਾਂ ਕੁਛ, ਤੇ ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਇਹ ਅੰਗ ਦੇ ਉੱਤੇ ਇਹ ਪੰਕਤੀ ਹੈ, ਇਹਦਾ ਮੀਨਿੰਗ ਕੀ ਹੋਏਗਾ। ਜਿਹੜੇ ਕਹਿੰਦੇ ਨੇ ਇੜਾ ਪਿੰਗਲਾ ਪਿੰਡ ਸੱਜੀ ਨਾਸ ਦੇ ਵਿੱਚੋਂ ਸਵਾਸ ਉੱਤੇ ਚੜਾਉਣਾ, ਥੱਲੇ ਉਤਾਰਨਾ, ਫਿਰ ਰੋਕਣਾ, ਤੇ ਐਵੇਂ ਕਰਕੇ ਰੱਬ ਮਿਲੇਗਾ, ਤਾਂ ਗੁਰੂ ਜੀ ਕਹਿੰਦੇ ਨੇ ਵੀ ਇੜਾ ਪਿੰਗੁਲਾ ਸੁਖਮਨ ਬੰਦੇ, ਇਹ ਅਵਗਨ ਕਤ ਜਾਹੀ। ਗੁਰੂ ਜੀ ਇਹਨਾਂ ਨੂੰ ਵੀ ਔਗਣ ਕਹਿ ਰਹੇ ਨੇ। ਇੜਾ ਪਿੰਗੁਲਾ ਸੁਖਮਨ ਬੰਦੇ, ਇਹ ਅਵਗਨ ਕਤ ਜਾਹੀ। ਇਹ ਸ਼ਬਦ ਹੈਗਾ 334 ਅੰਗ ਦੇ ਉੱਤੇ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ। ਤੇ ਇਹਦਾ ਅਰਥ ਭਾਈ ਸਾਹਿਬ ਸਿੰਘ ਜੀ ਐਵੇਂ ਕਰ ਰਹੇ ਨੇ, ਹੇ ਭਾਈ, ਇੜਾ ਪਿੰਗੁਲਾ ਸੁਖਮਨਾ ਵਾਲੇ ਪ੍ਰਾਨ ਚਾੜਨ ਤੇ ਰੋਕਣ ਆਦਿਕ ਦੇ ਕੋਝੇ ਕੰਮ ਪਤਾ ਨਹੀਂ ਕਿੱਥੇ ਚਲੇ ਜਾਂਦੇ ਨੇ। ਜਿਸ ਮਨੁੱਖ ਦੀ ਸੁਰਤ ਪ੍ਰਭੂ ਚਰਨਾਂ ਵਿੱਚ ਜੁੜ ਗਈ, ਉਹਨੂੰ ਪ੍ਰਾਣਾਯਾਮ ਆਦਿਕ ਸਾਧਨ ਤਾਂ ਜਾਪਦੇ ਹੀ ਬੇਲੋੜਵੇਂ ਨੇ। ਇਹ ਬੇਲੋੜਵੇਂ ਨੇ, ਇਹਨਾਂ ਨੂੰ ਅਵਗੁਣ ਕਹਿ ਰਹੇ ਨੇ ਗੁਰੂ ਜੀ। ਇੜਾ ਪਿੰਗੁਲਾ ਸੁਖਮਨ ਬੰਦੇ, ਇਹ ਅਵਗਨ ਕਤ ਜਾਹੀ। ਇਹ 334 ਸਫੇ ਦੇ ਉੱਤੇ ਹੈਗਾ। ਹਾਂਜੀ ਵੀਰ ਜੀ, ਠੀਕ ਹੈ, ਧੰਨਵਾਦ ਜੀ। ਤੇ ਸੁਰਿੰਦਰ ਕੌਰ 2, ਤੁਸੀਂ ਵੀ ਅਨਮਿਊਟ ਹੋਏ ਸੀਗੇ ਜੀ, ਤੁਸੀਂ ਕੁਝ ਐਡ ਕਰਨਾ? ਹਾਂਜੀ, ਨਹੀਂ ਉਹ ਵਿਚਾਰ ਹੋ ਚੁੱਕੀ ਹੈ ਜੀ, 10ਵੇਂ ਦੁਆਰ ਬਾਰੇ ਕਹਿਣਾ ਸੀ। ਥੈਂਕ ਠੀਕ ਯੂ ਹੈ ਜੀ।
ਤੇ ਭਾਈ ਗਗਨਦੀਪ ਸਿੰਘ ਜੀ ਤੁਸੀਂ ਵੀ ਅਨਮਿਊਟਡ ਆ। ਖਾਲਸਾ ਫਤਿਹ ਜੀ। ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਮੈਂ ਬੁੱਕ ਪੜ੍ਹ ਰਿਹਾ ਸੀ ਅੱਜ, ਤਵਾਰੀਖ ਗੁਰ ਖਾਲਸਾ, ਤੇ ਉਹਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਗੁਰਬਾਣੀ ਲਿਖਾ ਰਹੇ ਸੀ ਭਾਈ ਮਨੀ ਸਿੰਘ ਜੀ ਤੋਂ, ਤਾਂ ਸਿੱਖਾਂ ਨੇ ਕਿਹਾ ਗੁਰੂ ਸਾਹਿਬ ਜੀ ਨੂੰ ਵੀ ਤੁਸੀਂ ਜੋ ਸਵੇਰੇ ਬਾਣੀ ਲਿਖਦੇ, ਸ਼ਾਮ ਨੂੰ ਸੰਧਿਆ ਸਮੇਂ ਗੁਰੂ ਸਾਹਿਬ ਜੀ ਉਹਦਾ ਵਿਆਖਿਆ ਕਰਦੇ ਹੁੰਦੇ ਸੀ। ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਜੋ ਵੀ ਕਥਾ ਕਰਦੇ ਹੋ ਇਹਦਾ ਜੋ ਵੀ ਅਰਥ ਹੈ ਇਹ ਲਿਖ ਦਿਓ ਤੁਸੀਂ। ਤਾਂ ਉਹਦੇ ਵਿੱਚ ਲਿਖਿਆ ਵੀ ਤੁਸੀਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਇਹ ਅਰਥ ਸਿੱਖ ਆਪਣੀ ਮੱਤ ਅਨੁਸਾਰ ਕਰੂਗਾ, ਕਿੱਥੇ ਵਿਸ਼ਰਾਮ ਜਾਂ ਉਹਦਾ ਅਰਥ ਭਾਵ, ਇਸ ਤੇ ਮਾੜਾ ਤੁਸੀਂ ਵਿਚਾਰ ਦਓਗੇ ਆਪਾਂ? ਅਸਲ ਦੇ ਵਿੱਚ ਬੇਟੇ ਗਗਨਦੀਪ ਦੀ ਗੱਲ ਇਹ ਹੈ ਕਿ ਮੈਂ ਇੱਕ ਤਾਂ ਨਾ ਪੜ੍ਹਿਆ ਨਹੀਂ, ਤੇ ਦੂਜਾ ਨਾ ਇਤਿਹਾਸ ਬਾਰੇ ਮੈਨੂੰ ਨੌਲੇਜ ਨਹੀਂ, ਮੈਂ ਜ਼ੀਰੋ ਹੈਗਾ ਇਤਿਹਾਸ ਵਿੱਚ। ਅੱਛਾ ਜੀ। ਹਾਂਜੀ, ਤੇ ਨਹੀਂ, ਮੈਨੂੰ ਤੁਸੀਂ ਇਹਦੇ ਵਿੱਚ ਕਹਿਣ ਚ ਮੈਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਮੈਂ ਇਤਿਹਾਸ ਵਿੱਚ ਜ਼ੀਰੋ ਹਾਂ। ਕਿਉਂਕਿ ਗੁਰਬਾਣੀ ਵੱਲ ਥੋੜਾ ਜ਼ਿਆਦਾ ਮੇਰਾ ਝੁਕਾਵ ਹੈਗਾ, ਤੇ ਫੈਮਿਲੀ ਰਿਲੇਸ਼ਨਸ਼ਿਪ ਨੂੰ ਲੈ ਕੇ ਤੇ ਗੁਰਬਾਣੀ ਦੀ ਫਿਲਾਸਫੀ ਨੂੰ ਲੈ ਕੇ ਮੇਰੀ ਜ਼ਿਆਦਾ ਸਟੱਡੀ ਇੱਧਰ ਹੈ। ਨਹੀਂ, ਉਹ ਮੈਂ ਪੁੱਛਣਾ ਚਾਹੁੰਦਾ ਸੀ ਵੀ ਜਿਵੇਂ ਗੁਰੂ ਸਾਹਿਬ ਜੀ ਨੇ ਉਹਦੇ ਵਿੱਚ ਲਿਖਿਆ ਗਿਆ ਵੀ ਸਿੱਖ ਆਪਣੀ ਮੱਤ ਅਨੁਸਾਰ ਵੀ ਇਹਦੀ ਵਿਆਖਿਆ ਕਰਨਗੇ, ਉਹ ਉੱਤੇ ਮਾੜਾ ਮੈਨੂੰ ਕਲੀਅਰ ਕਰ ਦੋ। ਹਾਂਜੀ, ਕੋਈ ਹੋਰ ਕੋਈ ਵੀਰ ਬੋਲਣਾ ਚਾਹੁੰਦਾ ਇਹਦੇ ਬਾਰੇ? ਵੀਰ ਤਰਲੋਚਨ ਸਿੰਘ ਜੀ, ਤੁਸੀਂ ਇਹਦੇ ਬਾਰੇ ਬੋਲਣਾ ਚਾਹੋਗੇ? ਮੈਂ ਇਹਦੇ ਬਾਰੇ ਕੁਝ ਨਹੀਂ, ਕਿਉਂਕਿ ਮੈਂ ਜਿੱਥੋਂ ਤਾਈਂ ਇਤਿਹਾਸ ਦਾ ਕੰਸਰਨ ਹੈ ਜੀ, ਆਪਾਂ ਜਿਹੜਾ ਇਤਿਹਾਸ ਅਸੀਂ ਪੜ੍ਹਿਆ ਹੈ ਨਾ ਜੀ, ਉਹ ਤੋਂ ਤਾਂ ਇਹ ਸਿੱਖਿਆ ਮਿਲੀ ਹੈਗੀ ਹੈ ਵੀ ਇਹ ਇਤਿਹਾਸ ਕਈ ਵਾਰੀ ਹੁਣ ਜਦੋਂ ਨਜ਼ਰ ਆਉਂਦਾ ਹੈ ਨਾ, ਇਹ ਉਸ ਟਾਈਮ ਤੇ ਲਿਖਿਆ ਹੀ ਨਹੀਂ ਗਿਆ। ਠੀਕ ਹੈ ਜੀ। ਜਦੋਂ ਬਾਅਦ 'ਚ ਲਿਖਿਆ ਗਿਆ ਤਾਂ ਕਈ ਸਾਖੀਆਂ ਏਦਾਂ ਦੀਆਂ ਜੋੜ ਦਿੱਤੀਆਂ ਗਈਆਂ ਜਿਹੜੀਆਂ ਇਤਿਹਾਸ ਜੋ ਕੁਝ ਗੁਰੂ ਹੋਏ ਆ ਉਹਨਾਂ ਦੇ ਨਾਲ ਫਿਰ ਮੜੀਆਂ ਗਈਆਂ। ਉਹਨਾਂ ਨੂੰ ਮੈਂ ਇੱਦਾਂ ਨਹੀਂ ਕਹਿ ਸਕਦਾ ਵੀ ਸਹੀ ਸੀਗੀਆਂ ਜਾਂ ਗਲਤ ਸੀਗੀਆਂ। ਮੈਂ ਭਾਈ ਸਾਹਿਬ ਜੀ, ਮੈਂ ਇੱਦਾਂ ਗਗਨਦੀਪ ਸਿੰਘ ਜੀ, ਮੈਂ ਇੱਦਾਂ ਨਹੀਂ ਕਹਿ ਰਿਹਾ ਜੋ ਤੁਸੀਂ ਕਹਿ ਰਹੇ ਨਾ ਤਵਾਰੀ, ਸ਼ਾਇਦ ਤਵਾਰੀ ਖਾਲਸਾ ਮੈਂ ਵੀ ਪੁੱਛ ਹੀ ਰਿਹਾ ਜੀ, ਮੈਂ ਵੀ ਕਿਹਾ ਸਹੀ ਜਾਂ ਗਲਤ ਨਹੀਂ। ਠੀਕ ਹੈ ਜੀ, ਚਲੋ ਕਲਾਸ ਦੇ ਵਿੱਚ ਗੱਲ ਕਰਨੀ ਬਹੁਤ ਚੰਗੀ ਗੱਲ ਹੈ ਜੀ। ਤਰਲੋਚਨ ਸਿੰਘ ਜੀ, ਆਪਣਾ ਭੋਗਲ ਜੀ ਨੇ ਹੱਥ ਖੜਾ ਕੀਤਾ ਸੀ, ਉਹ ਕੁਝ ਕਹਿਣਾ ਚਾਹੁੰਦੇ ਨੇ। ਸੌਰੀ, ਹਾਂਜੀ ਮੈਂ ਦੇਖਿਆ ਨਹੀਂ ਜੀ। ਭੋਗਲ ਸਾਹਿਬ। ਹਾਂਜੀ, ਮੈਂ ਸਿਰਫ ਇੰਨੇ ਕਹਿਣਾ ਚਾਹੁੰਦਾ ਹੈਗਾ ਕਿ ਉਹਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਨਹੀਂ ਕਿਹਾ, ਮਗਰ ਗੁਰੂ ਗ੍ਰੰਥ ਸਾਹਿਬ ਜੋ ਲਿਖਿਆ ਆ ਉਹ ਉਹਦੀ ਗਾਰੰਟੀ ਹੈ ਗੁਰੂ ਸਾਹਿਬ ਦੀ ਬਾਣੀ ਹੈਗੀ ਹੈ, ਭਗਤਾਂ ਦੀ ਬਾਣੀ ਹੈਗੀ ਹੈ, ਜਾਂ ਸਿੱਖਾਂ ਦੀ ਬਾਣੀ ਹੈਗੀ ਆ ਜੀ। ਉਹਦਾ ਪ੍ਰਮਾਣ ਆਪਾਂ ਲੈ ਸਕਦੇ ਹਾਂ। ਹੁਣ ਜੋ ਹੁਣ ਕੋਈ ਵੀ ਐਸਾ ਮੈਂ ਕਹਿ ਸਕਦਾ ਕਿ ਹਾਂ ਗੁਰੂ ਸਾਹਿਬ ਨੇ ਕਿਹਾ ਸੀਗਾ, ਕੀ ਪਤਾ ਕਿਹਾ ਕਿ ਨਹੀਂ ਕਿਹਾ, ਉਹ ਤਾਂ ਪ੍ਰਮਾਣ ਤਾਂ ਨਹੀਂ ਹੈਗਾ ਨਾ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਮੈਂ ਵੀ ਇਹ ਇੱਥੇ ਤੇ ਆਉਣ ਲੱਗਾ ਸੀਗਾ, ਕਿਉਂਕਿ ਇਤਿਹਾਸ ਦੇ ਬਾਰੇ ਜੋ ਕੁਝ ਵੀ ਸਾਡੇ ਕੋਲ ਪੇਸ਼ ਕੀਤਾ ਗਿਆ ਨਾ, ਉਹ ਹੁਣ ਕਈ ਵਾਰੀ ਦੇਖਣ ਦੇ ਵਿੱਚ ਇਹ ਆਉਂਦਾ ਹੈ ਕਿ ਉਹ ਪ੍ਰੂਵ ਗਲਤ ਹੋ ਰਿਹਾ ਆ। ਤੇ ਜਦੋਂ ਇਹ ਕਹਾਣੀਆਂ ਕਹੀ ਜਾਂਦੀਆਂ ਨਾ ਵੀ ਗੁਰੂ ਸਾਹਿਬ ਨੇ ਏਦਾਂ ਕਿਹਾ, ਗੁਰੂ ਸਾਹਿਬ ਨੇ ਏਦਾਂ ਕਿਹਾ, ਜਦੋਂ ਤੁਸੀਂ ਉਹਨੂੰ ਮਾਪਦੇ ਆ, ਤੋਲਦੇ ਆ, ਪਰ ਉਹ ਕਈ ਵਾਰੀ ਉਹ ਉਸ ਤੱਕੜੀ ਦੇ ਵਿੱਚ ਪੂਰੀ ਤਰ੍ਹਾਂ ਫਿੱਟ ਨਹੀਂ ਹੁੰਦੀ। ਠੀਕ ਹੈ। ਸੋ ਇਸ ਕਰਕੇ ਤੁਹਾਡੀ ਗੱਲ ਬਿਲਕੁਲ ਭੋਗਲ ਸਾਹਿਬ ਠੀਕ ਆ ਕਿ ਜਿਹੜੀ ਚੀਜ਼ ਗੁਰੂ ਗ੍ਰੰਥ ਸਾਹਿਬ, ਕਿਉਂਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਵਿੱਚ ਰਲਾ ਰੋਲਾ ਹੈ ਨਹੀਂ ਕੁਝ ਵੀ। ਠੀਕ ਹੈ ਜੀ। ਇਸ ਕਰਕੇ ਉਹਨੂੰ ਤੁਸੀਂ ਜੇ ਪੂਰਾ ਮੰਨੋਗੇ ਤਾਂ ਉਹਦੇ ਵਿੱਚੋਂ ਤੁਸੀਂ ਆਪਣਾ ਅੰਦਾਜ਼ਾ ਆਪ ਲਾ ਸਕਦੇ ਆ ਵੀ ਉਹਦੇ ਵਿੱਚ ਜੋ ਲਿਖਿਆ ਤੁਹਾਨੂੰ ਕਿੱਦਾਂ ਲੱਗਦਾ। ਦੇਖੋ, ਲਗਾ ਮਾਤਰਾ ਲਾਉਣੀਆਂ, ਬਿੰਦੀਆਂ ਟਿੱਪੀਆਂ ਲਾਉਣੀਆਂ ਜਾਂ ਕਿੱਦਾਂ। ਭਾਈ ਸਾਹਿਬ ਗਗਨਦੀਪ ਸਿੰਘ ਨੇ ਕਿਹਾ ਸੀਗਾ ਪਿਛਲੇ ਹਫ਼ਤੇ ਵੀ ਕੋਈ ਗੁਟਕੇ ਤਿਆਰ ਹੋ ਰਹੇ ਆ ਜਿਨ੍ਹਾਂ ਦੇ ਵਿੱਚ ਜਾਂ ਉਹਦੇ ਬਿੰਦੀਆਂ ਟਿੱਪੀਆਂ ਲਾ ਕੇ ਤੇ ਸਾਡੇ ਸਾਹਮਣੇ ਰੱਖੀ ਜਾਣ। ਇਹ ਗੱਲ ਗਲਤ ਹੈ ਜੀ, ਤਾਂ ਹੋਣਾ ਨਹੀਂ ਚਾਹੀਦਾ। ਪਰ ਇੰਨਾ ਜ਼ਰੂਰ ਆ ਵੀ ਸਾਡੇ ਕੋਲ ਜਦੋਂ ਜਿੱਦਾਂ ਹੁਣ ਆਪਣੇ ਗਿਆਨੀ ਮੋਹਨ ਸਿੰਘ ਜੀ ਵਿਆਖਿਆ ਕਰਦੇ ਆ, ਇਸ ਤਰ੍ਹਾਂ ਜੇ ਸਾਨੂੰ ਨਹੀਂ ਪਤਾ ਲੱਗਦਾ ਤਾਂ ਅਸੀਂ ਕਿਸੇ ਵਿਦਵਾਨ ਨੂੰ ਪੁੱਛ ਲਈਏ। ਠੀਕ ਹੈ ਜੀ। ਪਰ ਮੈਂ ਇਹਨਾਂ ਕਹਾਣੀਆਂ ਬੁੱਕਾਂ ਦੇ ਵਿੱਚ ਮੈਂ ਬਹੁਤਾ ਵਿਸ਼ਵਾਸ ਨਹੀਂ ਰੱਖਦਾ, ਟੂ ਬੀ ਓਨੈਸਟ ਵਿਦ ਯੂ। ਠੀਕ ਹੈ ਜੀ। ਮੇਰਾ ਇੰਨਾ ਨਜ਼ਰ ਆ ਗਿਆ ਹੈ ਜੀ ਉਹਦੇ ਵਿੱਚ, ਫਿਰ ਕਈ ਵਾਰੀ ਸਹੀ ਗੱਲ ਦਾ ਵੀ ਤੁਹਾਨੂੰ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ। ਇਸ ਕਰਕੇ ਬੈਟਰ ਇਹੀ ਹੈ ਵੀ ਜਿਹੜੇ ਵਿਦਵਾਨ ਸਾਡੇ ਕੋਲ ਹੈਗੇ ਆ ਉਹਨਾਂ ਦੇ ਨਾਲ ਜੋ ਵਿਚਾਰਧਾਰਾ ਚੱਲ ਰਹੀ ਆ ਉਹਦੇ ਲੈਵਲ ਤੇ ਆਪਾਂ ਜੇ ਕਰ ਲਈਏ ਤਾਂ ਠੀਕ ਆ। ਤੇ ਜੇ ਬਾਕੀ ਕਿਸੇ ਨੂੰ ਲੱਗਦੀ ਵੀ ਆ, ਉਹ ਉਹਨਾਂ ਦੀ ਆਪਣੀ ਮਰਜ਼ੀ ਆ, ਮਤਲਬ ਵੀ ਉਹ ਕਿੱਦਾਂ ਮੰਨਣਾ ਚਾਹੁੰਦੇ ਜਾਂ ਕਿੱਦਾਂ ਨਹੀਂ ਮੰਨਣਾ ਚਾਹੁੰਦੇ। ਪਰ ਮੇਰਾ ਖਿਆਲ ਨਹੀਂ ਵੀ ਇਹਨੂੰ ਤੋਲਣਾ ਚਾਹੀਦਾ। ਹਾਂਜੀ
ਹਾਂਜੀ ਵੀਰ ਜੀ, ਆਪਣਾ ਗਗਨਦੀਪ ਜੀ, ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਜਿਵੇਂ ਉਹ ਲਿਖਿਆ ਵੀ ਸਿੱਖ ਆਪਣਾ ਕਰਨਗੇ, ਕਰ ਲੈਣਗੇ, ਤਾਂ ਕਾਫੀ ਹੱਦ ਤੱਕ ਗੱਲ ਠੀਕ ਹੈਗੀ ਵੀ ਜਿਹੜਾ ਸਿੱਖ ਹੈਗਾ ਉਹਨੂੰ ਆਪ ਜਿਹੜੀ ਨਾ ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਔਰ ਆਪ ਗੁਰਬਾਣੀ ਦੇ ਅਰਥਾਂ ਨੂੰ ਗੁਰਬਾਣੀ ਅਨੁਸਾਰ ਸਮਝਣ ਦੀ ਟਰਾਈ ਕਰਨੀ ਚਾਹੀਦੀ ਹੈ। ਇਹ ਤੋਂ ਸਾਨੂੰ ਇਹ ਪੋਜ਼ਿਟਿਵ ਸੋਚ ਤਾਂ ਮਿਲਦੀ ਹੈ ਕਿ ਤੁਸੀਂ ਹਾਂਜੀ, ਆਪ ਜਿਵੇਂ ਉਹਦੇ ਵਿੱਚ ਲਿਖਿਆ ਉਹਨਾਂ ਨੇ ਵੀ ਕੋਈ ਵੀ ਸ਼ਬਦ ਆ ਉਹਦੇ 4 ਅਰਥ ਨਿਕਲਦੇ। 4 ਅਰਥ ਨਹੀਂ ਬਿਲਕੁਲ ਨਿਕਲਦੇ, 4 ਘੱਟੋ ਅਰਥ ਘੱਟ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਨਾ। ਦੇਖੋ ਬੇਟੇ, ਪਤਾ ਕਿ 4 ਅਰਥ ਨਿਕਲ ਸਕਦੇ ਨੇ, 10-10 ਅਰਥ ਵੀ ਕੱਢੇ ਨੇ ਕਈ ਲੋਕਾਂ ਨੇ। ਜਿਵੇਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸ਼ਬਦ ਦੱਸਦਾ, ਟਾਈਮ ਹੈ ਨਾ ਆਪਣੇ ਕੋਲ? 2-4-5 ਹੈਗਾ ਜੀ, ਹੈਗਾ, ਕਰੋ ਗੱਲ। ਮੈਂ ਇੱਕ ਨਾ ਪੜ੍ਹ ਰਿਹਾ ਸਾਂ ਮੈਂ ਜਪਜੀ ਸਾਹਿਬ ਦੇ ਅਰਥ ਸ਼ੁਰੂ ਚ, ਤਾਂ ਉਹਦੇ ਵਿੱਚ ਲਿਖਿਆ ਸੀ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਇਹਦੇ ਅਰਥ ਹੁਣ ਆਮ ਦੇਖੋ, ਪਹਿਲਾ ਅਰਥ ਤਾਂ ਇਹ ਲਿਖਿਆ ਵੀ ਜੇ 4 ਯੁਗਾਂ ਦੀ ਉਮਰ ਹੋਵੇ ਔਰ ਹੋਰ 10 ਗੁਣੀ ਹੋ ਜਾਏ। ਇਹ ਤਾਂ ਸਿੰਪਲ ਗੱਲ ਹੈ, ਪਹਿਲਾ ਅਰਥ ਇਹ ਲਿਖਿਆ ਸੀ। ਦੂਜਾ ਅਰਥ ਉਹਨੇ ਉਸੇ ਹੀ ਵਿਦਵਾਨ ਵੀਰ ਨੇ ਲਿਖਿਆ ਹੈ ਕਿ ਗੁਰੂ ਜੀ ਤੋਂ ਪੁੱਛਿਆ ਸਿੱਧਾ ਨੇ ਵੀ ਇਹ ਜਿਹੜੀ ਜੀਵ ਆਰਜਾ ਦਾ ਮਤਲਬ ਸ੍ਰੇਸ਼ਟ ਕਿਵੇਂ ਹੋਵੇ, ਤਾਂ ਫਿਰ ਦੂਜਾ ਅਰਥ ਕੀਤਾ ਵੀ ਜੇ ਜੁਗ ਚਾਰੇ, ਜੁਗ ਦਾ ਮਤਲਬ ਜੁੜੇ, ਚਾਰੇ ਦਾ ਮਤਲਬ ਭਗਤੀ ਦੇ 4 ਸਾਧਨਾਂ ਨਾਲ, ਤਾਂ ਜੀਵ ਆਰਜਾ ਸ੍ਰੇਸ਼ਟ ਹੁੰਦਾ ਹੈ। ਤੀਜਾ ਅਰਥ ਫਿਰ ਲਿਖਿਆ ਹੈ ਜੇ ਜੁਗ ਚਾਰੇ, ਜੁਗ ਦਾ ਮਤਲਬ 2, 4 ਦਾ ਮਤਲਬ ਚਾਰੇ, ਜੇ ਭਗਤੀ ਦੇ 6 ਸਾਧਨਾਂ ਦੇ ਨਾਲ ਜੁੜੇ ਤਾਂ ਆਰਜਾ ਹੁੰਦਾ ਹੈ। ਅੱਗੇ ਚੌਥਾ ਅਰਥ ਲਿਖਿਆ ਹੈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਦਸੂਣੀ ਨੂੰ ਕਰਤਾ 10 ਊਣੀ। 10 ਦਾ ਮਤਲਬ 10 ਤੇ ਊਣੀ ਦਾ ਮਤਲਬ ਅਭਾਵ, ਜੇ ਮਤਲਬ 10 ਗਿਆਨ ਇੰਦਰੀਆਂ ਦਾ ਅਭਾਵ ਕਰੇ, ਹੋਰ 10 ਊਣੀ ਹੋਏ ਤਾਂ ਬੰਦਾ ਸ੍ਰੇਸ਼ਟ ਹੋਏਗਾ। ਪੰਜਵਾਂ ਅਰਥ ਲਿਖਿਆ ਹੈ ਜੇ ਜੁਗ ਚਾਰੇ ਆਰਜਾ ਹੋ ਰੱਦ ਸੋਣੀ ਹੋਏ। ਹੋਰ ਦਸੂਣੀ ਨੂੰ ਐਵੇਂ ਕਰ ਦਿੱਤਾ ਹੈ ਹੋ ਰੱਦ ਸੋਣੀ ਹੋਏ। ਸੋਣੀ ਦਾ ਮਤਲਬ ਅਵਿਦਿਆ, ਵੀ ਹੇ ਭਾਈ ਜੇ ਜੀਵ ਜਿਹੜਾ ਨਾ ਅਵਿਦਿਆ ਨੂੰ, ਅਵਿਦਿਆ ਦਾ ਅਭਾਵ ਕਰੇ। ਹੁਣ ਦੇਖੋ ਇਹ ਅਰਥ ਤੇ ਇੰਨੇ ਸਾਰੇ ਕਰ ਦਿੱਤੇ, ਪਰ ਕਨਫਿਊਜ਼ਨ ਪੈਦਾ ਹੋ ਰਹੀ ਨਾ ਵੀ ਅਰਥ ਹੈ ਕੀ। ਜੇ ਜ਼ਿਆਦਾ ਅਰਥ ਕਰੋਗੇ ਤਾਂ ਫਿਰ ਉਹਦੀ ਕਨਫਿਊਜ਼ਨ ਪੈਦਾ ਹੋਏਗੀ। ਤਾਂ ਇਸ ਕਰਕੇ ਕਨਫਿਊਜ਼ਨ ਪੈਦਾ ਨਾ ਹੋਏ ਤਾਂ ਜਦੋਂ ਅਸੀਂ ਗ੍ਰਾਮੈਟਿਕਲੀ ਵੇਖਦੇ ਹਾਂ ਗੁਰਬਾਣੀ ਨੂੰ, ਗੁਰਬਾਣੀ ਨਾ ਗ੍ਰਾਮਰ, ਗੁਰਬਾਣੀ ਦੀ ਆਪਣੀ ਵੱਖਰੀ ਗ੍ਰਾਮਰ ਹੈ ਜਿਹੜੀ ਦੂਜੀ ਪੰਜਾਬੀ ਨਾਲੋਂ ਵੱਖਰੀ ਹੈ। ਜਿਹੜੀ ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ ਉਹਦੇ ਨਾਲੋਂ ਇਹ ਗ੍ਰਾਮਰ ਵੱਖਰੀ ਹੈ, ਕਿਉਂਕਿ ਗੁਰਬਾਣੀ ਕਾਵਿ ਸਰੂਪ ਦੇ ਵਿੱਚ ਹੈ। ਤੇ ਜਿਹੜੀ ਗੁਰਬਾਣੀ ਦੀ ਵਿਆਕਰਨ ਹੈ ਨਾ, ਜਦੋਂ ਤੁਸੀਂ ਇਹਨੂੰ ਪੜੋਗੇ ਫਿਰ ਅਰਥ ਇੱਕ ਹੀ ਨਿਕਲੇਗਾ। ਜਿਵੇਂ ਮਿਸਾਲ ਵਜੋਂ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਇੱਥੇ ਹੁਣ ਤੇਰੀ ਸ਼ਬਦ ਫੀਮੇਲ ਜੈਂਡਰ ਹੈ ਔਰ ਭਗਤ ਦੇ ਤੱਤੇ ਨਾਲ ਸਿਹਾਰੀ ਹੈ, ਇਹ ਫੀਮੇਲ ਜੈਂਡਰ ਹੋਗਾ ਤਾਂ ਇਹਦਾ ਅਰਥ ਇੱਕ ਹੀ ਹੋਏਗਾ। ਤੇਰੇ ਭਗਤ, ਇੱਥੇ ਹੁਣ ਤੇਰੇ ਬਹੁਵਚਨੀ ਸ਼ਬਦ ਹੈ ਪਲੂਰਲ, ਤੇ ਭਗਤ ਦੇ ਤੱਤੇ ਥੱਲੇ ਮੁਕਤਾ ਹੈ ਤੱਤਾ, ਤਾਂ ਇੱਥੇ ਆਟੋਮੈਟਿਕਲੀ ਅਰਥ ਸਾਰੇ ਇੱਕ ਹੀ ਕਰਨਗੇ ਵੀ ਤੇਰੇ ਭਗਤ ਬਹੁਵਚਨੀ ਹੋ ਗਏ। ਤੇ ਜਿੱਥੇ ਭਗਤ ਦੇ ਤੱਤੇ ਥੱਲੇ ਔਂਕੜ ਆ ਗਿਆ ਤੇਰਾ ਭਗਤ, ਉੱਥੇ ਭਗਤ ਦਾ ਮਤਲਬ ਸਿੰਗੂਲਰ ਸ਼ਬਦ ਹੋ ਗਿਆ। ਤਾਂ ਜਦੋਂ ਅਸੀਂ ਗੁਰਬਾਣੀ ਵਿਆਕਰਨ ਨੂੰ ਸਮਝ ਕੇ ਅਰਥ ਕਰਾਂਗੇ ਨਾ, ਉਦੋਂ ਫਿਰ 4-5 ਅਰਥ ਨਹੀਂ, ਉਦੋਂ ਇੱਕ ਹੀ ਅਰਥ ਨਿਕਲੇਗਾ। ਇਸ ਲਈ ਜਿਹੜੀ ਅਰਥਾਂ ਦੇ ਵਿੱਚ ਕਨਫਿਊਜ਼ਨ ਹੈ, ਇਸ ਕਨਫਿਊਜ਼ਨ ਨੂੰ ਕੱਢਣ ਲਈ ਸਾਨੂੰ ਗੁਰਬਾਣੀ ਦੀ ਵਿਆਕਰਨ ਦਾ ਸਹਾਰਾ ਲੈਣਾ ਚਾਹੀਦਾ ਹੈ, ਪਹਿਲੀ ਗੱਲ। ਦੂਜੀ ਗੱਲ ਇਹ ਹੁੰਦੀ ਕਿ ਕਿਸੇ ਵੀ ਧਰਮ ਗ੍ਰੰਥ ਨੂੰ, ਚਾਹੇ ਉਹ ਕਿਸੇ ਵੀ ਧਰਮ ਦਾ ਹੈ, ਜਿਸ ਵੀ ਧਰਮ ਦਾ ਧਰਮ ਗ੍ਰੰਥ ਹੈ ਨਾ, ਉਸ ਧਰਮ ਦੀ ਫਿਲਾਸਫੀ ਨੂੰ ਪੜ੍ਹਨਾ ਬੜਾ ਜ਼ਰੂਰੀ ਹੈ ਕਿ ਧਰਮ ਦੀ ਮੁਕੰਮਲ ਫਿਲਾਸਫੀ ਕੀ ਹੈ। ਉਹਦੀ ਫਿਲਾਸਫੀ ਨੂੰ ਸਮਝ ਕੇ ਫਿਰ ਉਸ ਧਰਮ ਗ੍ਰੰਥ ਦੇ ਅਰਥ ਜਿਹੜੇ ਨੇ ਕੀਤੇ ਜਾ ਸਕਦੇ ਨੇ। ਇਸੇ ਤਰ੍ਹਾਂ ਜੇ ਕਿਸੇ ਇੱਕ ਸ਼ਬਦ ਦੇ ਅਰਥ ਕਰਨੇ ਨੇ ਤਾਂ ਉਸ ਧਰਮ ਦੀ ਫਿਲਾਸਫੀ ਮੁਤਾਬਕ ਹੀ ਉਹਦੀ ਜਿਹੜੀ ਹੈ ਨਾ ਸਾਨੂੰ ਡੈਫੀਨੇਸ਼ਨ ਬਣਾਉਣੀ ਪਵੇਗੀ। ਐਵੇਂ ਜਿਵੇਂ ਹੁਣ ਭਗਤੀ ਦੀ ਗੱਲ ਆ ਗਈ, ਤਾਂ ਜਦੋਂ ਅਸੀਂ ਭਗਤੀ ਕਰਾਂਗੇ ਤਾਂ ਆਮ ਕਰਕੇ ਸਾਡੇ ਸਾਹਮਣੇ ਕੀ ਆਉਂਦਾ ਹੈ, ਮਾਲਾ ਫੇਰਨੀ ਜਾਂ ਸਮਾਧੀ ਲਾਣੀ ਜਾਂ ਮਤਲਬ ਹੋਰ ਜਿੰਨੇ ਵੀ ਕਰਮ ਬਾਹਰ ਦੇ ਦੁਨੀਆ ਵਿੱਚ ਕੀਤੇ ਜਾ ਰਹੇ ਨੇ, ਗੁਰੂ ਨਾਨਕ ਦੇਵ ਜੀ ਤੋਂ ਜੋ ਪਹਿਲੇ ਕੀਤੇ ਜਾ ਰਹੇ ਸਨ, ਉਧਰ ਸਾਡਾ ਧਿਆਨ ਚਲਾ ਜਾਏਗਾ। ਪਰ ਜਦੋਂ ਅਸੀਂ ਗੁਰਬਾਣੀ ਨੂੰ ਲਵਾਂਗੇ ਵੀ ਤੇਰੀ ਭਗਤੀ ਹੈ ਕੀ ਹੈ, ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ, ਤਾਂ ਫਿਰ ਅਸੀਂ ਭਗਤੀ ਦਾ ਅਰਥ ਇਹ ਕਰਾਂਗੇ। ਠੀਕ ਹੈ ਨਾ। ਐਵੇਂ ਸਾਨੂੰ ਜਦੋਂ ਅਸੀਂ ਚੀਜ਼ ਸਮਝਾਂਗੇ ਤਾਂ ਫਿਰ ਅਰਥ ਗੁਰਬਾਣੀ ਦੇ 4-5 ਨਹੀਂ ਨਿਕਲਣਗੇ, ਇੱਕ ਥਾਂ ਦੇ ਉੱਤੇ ਇੱਕ ਸ਼ਬਦ ਦਾ ਇੱਕ ਹੀ ਅਰਥ ਹੋਏਗਾ।
ਔਰ ਉਹ ਸਾਨੂੰ ਸਾਡੀ ਜਿਹੜੀ ਕਨਫਿਊਜ਼ਨ ਹੈ ਉਹ ਖਤਮ ਹੋ ਜਾਏਗੀ। ਹਾਂ, ਇੱਕ ਹੀ ਸ਼ਬਦ ਕਈ ਵਾਰੀ ਕਈ ਅਰਥਾਂ ਵਿੱਚ ਵਰਤਿਆ ਹੁੰਦਾ, ਪਰ ਉਹ ਅਲੱਗ-ਅਲੱਗ ਥਾਂ ਤੇ ਵਰਤਿਆ ਹੋਏਗਾ। ਜਿਵੇਂ ਸੰਤ ਸ਼ਬਦ ਦੀ ਆਪਾਂ ਗੱਲ ਕੀਤੀ, ਤਾਂ ਉਹ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਅਰਥ ਨੇ। ਜਿਵੇਂ 2 ਮਿੰਟ ਵਾਸਤੇ ਘਰ ਸ਼ਬਦ ਨੂੰ ਮੈਂ ਲੈ ਲਵਾਂ, ਤਾਂ ਘਰ ਸ਼ਬਦ, ਘਰ ਮੈਂ ਸੂਖ ਬਾਹਰ ਫੁਨਸੂਖਾ, ਇੱਥੇ ਘਰ ਦਾ ਮਤਲਬ ਹੈਗਾ ਰਹਿਣ ਵਾਲੇ ਮਕਾਨ। ਹੁਣ ਇੱਥੇ ਅਸੀਂ 4-5 ਅਰਥ ਨਹੀਂ ਕਰ ਸਕਦੇ। ਦੂਜਾ ਹੈਗਾ ਘਰ ਮੈਂ ਪੰਚ ਵਰਤਦੇ, ਇੱਥੇ ਘਰ ਦਾ ਮਤਲਬ ਸਰੀਰ। ਤੀਜਾ ਘਰ ਦਾ ਅਰਥ ਹੈਗਾ ਸੋ ਘਰ ਗੁਰੂ ਨਾਨਕ ਕੋ ਦੀਆ, ਯਾਨੀ ਰੁਤਬਾ। ਤੇ ਚੌਥਾ ਘਰ ਦਾ ਅਰਥ ਹੈਗਾ ਘਰ ਮੈਂ ਘਰ ਦੇ ਖਾਏ ਦੇ, ਇੱਥੇ ਮਤਲਬ ਮੈਂਟੈਲਿਟੀ। ਪੰਜਵਾਂ ਘਰ ਸ਼ਬਦ ਵਰਤਿਆ 6 ਘਰ 6 ਗੁਰ, ਇੱਥੇ ਘਰ ਸ਼ਬਦ ਵਰਤਿਆ ਸ਼ਾਸਤਰ ਵਾਸਤੇ। ਇੱਥੇ ਬਾਕੀ ਦੇ ਅਰਥ ਨਹੀਂ ਅਸੀਂ ਲਾਵਾਂਗੇ, ਇੱਕ ਹੀ ਅਰਥ ਬਣੇਗਾ ਸ਼ਾਸਤਰ। 6ਵਾਂ ਹੈਗਾ ਬਾਹਰ ਕਾ ਮਾਸ ਮੰਦਾ ਸੁਆਮੀ, ਘਰ ਕਾ ਮਾਸ ਚੰਗੇਰਾ, ਇੱਥੇ ਘਰ ਦਾ ਮਤਲਬ ਘਰ ਵਾਲੀ। 7ਵਾਂ ਹੈਗਾ 72 ਘਰ ਇੱਕ ਪੁਰਖ ਸਮਾਇਆ, ਇੱਥੇ ਘਰ ਦਾ ਅਰਥ ਹੋਏਗਾ ਸਰੀਰ ਦੇ ਪ੍ਰਧਾਨ ਅੰਗ। ਇੱਥੇ ਬਾਕੀ ਦੇ ਅਰਥ ਨਹੀਂ ਲੱਗਣਗੇ, ਹਨਾ। ਤੇ ਬਾਕੀ ਮਤਲਬ ਜਿਹੜਾ ਘਰ ਹੈਗਾ ਤਾਲ ਦੇ ਨਾਲ, ਘਰ ਪਹਿਲਾ ਦੂਜਾ ਤੀਜਾ, ਇਹਦੇ 3 ਅਰਥ ਕੀਤੇ ਨੇ। ਘਰ ਦਾ ਮਤਲਬ ਸਰਗਮ ਪ੍ਰਸਥਾਰ, ਘਰ ਦਾ ਮਤਲਬ ਤਾਲ, ਔਰ ਘਰ ਦਾ ਮਤਲਬ ਤਾਲੀ। ਜੋ ਘਰ ਤੀਜਾ ਹੈ ਜਾਂ ਚੌਥਾ ਹੈ, ਇੱਥੇ ਇਹਦਾ ਅਰਥ ਤਾਲੀ ਹੈਗਾ। ਘਰ ਤੀਜਾ ਦਾ ਮਤਲਬ 3 ਮਾਤਰਾ, 3 ਤਾਲੀਆਂ ਜਿਸ ਵਿੱਚ ਨੇ, 3 ਤਾਲੀਆਂ ਜਿਹਦੇ ਵਿੱਚ 16 ਮਾਤਰਾ ਨੇ, ਧਾ ਧਿਨ ਧਿਨ ਧਾ, ਤੇ 3 ਤਾਲੀਆਂ ਨੇ, ਇੱਕ ਖਾਲੀ ਹੈ। ਜਿੱਥੇ ਘਰ ਪਹਿਲਾ ਹੈ ਉਹਦਾ ਮਤਲਬ ਜਿਸ ਤਾਲ ਦੇ ਅੰਦਰ ਇੱਕ ਤਾਲੀ ਹੈ। ਤਾਂ ਐਵੇਂ ਜਦੋਂ ਅਸੀਂ ਚੀਜ਼ ਨੂੰ ਸਮਝਾਂਗੇ ਫਿਰ ਸਾਡੀ ਸਮਝ ਵਿੱਚ ਆ ਜਾਏਗੀ। ਇਸ ਲਈ ਅਰਥ ਜਿਹੜੇ ਨੇ ਬਿਲਕੁਲ ਸਪਸ਼ਟ ਹੋ ਸਕਦੇ ਨੇ ਜੇ ਅਸੀਂ ਗੁਰਬਾਣੀ ਦੀ ਵਿਆਕਰਨ ਅਨੁਸਾਰ ਕਰਨ ਦਾ ਯਤਨ ਕਰੀਏ, ਔਰ ਨਾਲ ਸਿੱਖ ਫਿਲਾਸਫੀ ਦਾ ਵੀ ਪਤਾ ਹੋਏ, ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ, ਫਿਰ ਸਾਡੇ ਅਰਥ ਜਿਹੜੇ ਨੇ ਸਪਸ਼ਟ ਹੋ ਜਾਣ। ਠੀਕ ਹੈ ਜੀ, ਧੰਨਵਾਦ ਜੀ। ਮੈਂ ਸ਼ੋਰ ਹਾਂ ਜੀ ਵੀ ਜਦੋਂ ਗੁਰੂਆਂ ਨੇ ਇਹ ਬਾਣੀ ਲਿਖੀ ਹੈ ਤਾਂ ਇਹ ਸਾਨੂੰ 20-20 10-10 ਅਰਥ ਕਰਨ ਦੇ ਵਾਸਤੇ ਨਹੀਂ ਲਿਖੀ, ਕਨਫਿਊਜ਼ ਕਰਨ ਵਾਸਤੇ ਨਹੀਂ ਲਿਖੀ। ਅਰਥ ਉਹਦਾ ਇੱਕੋ ਹੀ ਹੋਊਗਾ, ਪਰ ਤੁਹਾਨੂੰ ਸਾਰਾ ਸ਼ਬਦ ਪੜ੍ਹਨਾ ਪੈਣਾ ਤਾਂ ਕਿ ਤੁਹਾਨੂੰ ਪਤਾ ਲੱਗੇ ਉਹ ਕਹਿਣਾ ਕੀ ਚਾਹੁੰਦੇ ਪਹਿਲੇ ਤੋਂ ਲੈ ਕੇ ਅਖੀਰ ਤੱਕ। ਬਿਲਕੁਲ। ਠੀਕ ਹੈ ਜੀ। ਤੇ ਮੋਹਣੀ ਜੀ ਤੁਸੀਂ ਅਨਮਿਊਟ ਹੋਏ ਸੀਗੇ, ਤੁਸੀਂ ਕੁਝ? ਮੈਂ ਕਹਿਣਾ ਚਾਹ ਰਹੀ ਸੀ ਭਾਈ ਸਾਹਿਬ ਕਿ ਜੇ ਸਾਨੂੰ ਸਾਖੀਆਂ ਪੜ੍ਹਨੀਆਂ ਚਾਹੀਦੀਆਂ ਨਾ, ਤਾਂ ਉਹ ਪੜ੍ਹਨੀਆਂ ਚਾਹੀਦੀਆਂ ਜਿਨ੍ਹਾਂ ਨਾਲ ਸਾਨੂੰ ਸ਼ਬਦ ਵੀ ਨਾਲ ਹੋਵੇ, ਤਾਂ ਜੇ ਸਾਨੂੰ ਕਲੀਅਰ ਹੋ ਜਾਏ ਕਿ ਹਾਂ ਇਹ ਸਾਖੀ ਹੋਈ ਸੀਗੀ। ਜਿਸ ਤਰ੍ਹਾਂ ਭਾਈ ਵੀਰ ਸਿੰਘ ਉਹਨਾਂ ਨੇ ਗੁਰੂ ਨਾਨਕ ਚਮਤਕਾਰ 'ਚ ਲਿਖਿਆ, ਉਹਨਾਂ ਨੇ ਹਰ ਸਾਖੀ ਦੇ ਨਾਲ ਸ਼ਬਦ ਵੀ ਉਚਾਰਿਆ, ਸੋ ਉਹਦਾ ਪਤਾ ਲੱਗਦਾ ਕਿ ਹਾਂ ਇਹ ਸਾਖੀ ਰੀਅਲੀ ਹੋਈ ਹੈ ਤੇ ਗੁਰੂ ਸਾਹਿਬ ਦੇ ਨਾਲ ਹੋਈ। ਮੇਰਾ ਇਹ ਵਿਚਾਰ ਹੈ ਕਿ ਸਾਨੂੰ ਐਵੇਂ ਜੀਆਂ ਕਿਤਾਬਾਂ ਨਹੀਂ ਪੜ੍ਹਨੀਆਂ ਚਾਹੀਦੀਆਂ ਜਿਨ੍ਹਾਂ ਤੋਂ ਸਾਨੂੰ ਭੁਲੇਖਾ ਹੋਏ ਜਾਂ ਗਲਤ ਇਨਫੋਰਮੇਸ਼ਨ ਮਿਲੇ। ਇਹ ਮੇਰਾ ਤੁਹਾਡੀ ਗੱਲ ਠੀਕ ਹੈ, ਤੁਹਾਡੀ ਗੱਲ ਠੀਕ ਹੈ ਭੈਣ, ਪਰ ਥੋੜਾ ਜਿਹਾ ਇਹ ਧਿਆਨ ਰੱਖਣ ਦੀ ਲੋੜ ਹੈ। ਕਈ ਵਾਰ ਨਾ ਸ਼ਬਦਾਂ ਦੇ ਨਾਲ ਜਿਹੜੀਆਂ ਸਾਖੀਆਂ ਨੇ ਉਹ ਗਲਤ ਜੋੜ ਦਿੱਤੀਆਂ ਗਈਆਂ ਨੇ। ਸਾਨੂੰ ਥੋੜਾ ਜਿਹਾ ਇਹ ਵੀ ਨਿਰਣਾ ਕਰਨਾ ਪੈਣਾ ਵੀ ਕਿਹੜੀ ਸਾਖੀ ਹੈ ਔਰ ਕਿਹੜੀ ਕਹਾਣੀ ਹੈ। ਕਹਾਣੀ ਔਰ ਸਾਖੀ ਦੇ ਵਿੱਚ ਫਰਕ ਹੁੰਦਾ ਹੈ। ਸਾਖੀ ਹੁੰਦੀ ਹੈ ਇਤਿਹਾਸ, ਗਵਾਹ, ਸੱਚਾਈ, ਤੇ ਕਹਾਣੀ ਇੱਕ ਕਹਾਣੀ ਹੁੰਦੀ ਹੈ। ਬਹੁਤ ਸਾਰੀਆਂ ਕਹਾਣੀਆਂ ਨੂੰ ਅਸੀਂ ਸਾਖੀਆਂ ਬਣਾ ਕੇ ਪੇਸ਼ ਕਰ ਦਿੰਦੇ ਹਾਂ। ਇਸ ਲਈ ਸਾਨੂੰ ਇਹ ਵੀ ਵੇਖਣਾ ਪਵੇਗਾ ਵੀ ਜਿਹੜੀ ਕਹਾਣੀ ਜੋੜੀ ਗਈ ਹੈ ਕਿ ਉਹ ਯੂਨੀਵਰਸਲ ਟਰੂਥ ਉੱਤੇ ਜਾਂ ਗੁਰਬਾਣੀ ਦੇ ਉੱਤੇ ਪੂਰੀ ਉਤਰਦੀ ਹੈ। ਜਿਵੇਂ ਭਗਤ ਧੰਨਾ ਜੀ ਦੇ ਨਾਲ ਇੱਕ ਕਹਾਣੀ ਜੋੜ ਦਿੱਤੀ ਕਿ ਭਗਤ ਧੰਨਾ ਜੀ ਜਾਂਦੇ ਨੇ ਹਲ ਲੈ ਕੇ, ਰਾਸਤੇ ਦੇ ਵਿੱਚ ਇੱਕ ਬ੍ਰਾਹਮਣ ਪੂਜਾ ਕਰਦਾ ਹੈ ਤੇ ਉਹ ਪੁੱਛਦੇ ਨੇ ਵੀ ਕਿਉਂ ਪੂਜਾ ਕਰਨਾ ਹੈ, ਤੇ ਉਹ ਕਹਿੰਦਾ ਵੀ ਸਾਰੇ ਕੰਮ ਕਰਦਾ ਹੈ, ਤੇ ਉਹ ਕਹਿੰਦਾ ਫਿਰ ਮੈਨੂੰ ਇੱਕ ਦੇ, ਤੇ ਉਹ ਫਿਰ ਉਹਨੂੰ ਇੱਕ ਪੱਥਰ ਲਪੇਟ ਕੇ ਦੇ ਦਿੰਦਾ ਹੈ, ਤੇ ਪੱਥਰ ਦੀ ਜਾ ਕੇ ਉਹ ਨਵਾ ਕੇ ਤੇ ਪੂਜਾ ਕਰਦਾ ਹੈ, ਤੇ ਉਹਦੇ ਅੱਗੇ ਸਾਗ ਤੇ ਮੱਕੀ ਰੱਖਦਾ। ਉਹ ਕਹਿੰਦਾ ਮੇਰੇ ਕੋਲ ਵੀ ਪੰਡਤ ਵਾਲੇ ਖੀਰ ਕੜਾ ਤੇ ਹੈ ਨਹੀਂ ਰੱਬਾ, ਮੈਂ ਤੇ ਜੱਟ ਬੰਦਾ, ਮੇਰੇ ਕੋਲ ਤਾਂ ਮੱਕੀ ਦੀ ਰੋਟੀ ਅੱਜ ਬੜੀ ਸਵਾਦ ਬਣੀ ਹੈ, ਮੱਖਣ ਨਾਲ ਬੜਾ ਮਜ਼ਾ ਆਏਗਾ, ਖਾ ਥੋੜੀ ਜੀ। ਤੇ ਹੁਣ ਉਹ ਪੱਥਰ ਖਾਂਦਾ ਨਹੀਂ, ਤੇ ਭਗਤ ਧੰਨਾ ਕਹਿੰਦਾ ਵੀ ਉਹ ਮੈਂ ਕੋਈ ਬਾਹਮਣ ਤੇ ਹੈ ਨਹੀਂ ਵੀ ਜਿਹੜਾ ਮਤਲਬ ਨਾ ਕਰਾਂਗਾ, ਮੈਂ ਤੇ ਜੱਟ ਬੰਦਾ ਹੈਗਾ ਵਾਂ, ਤੇਰੇ ਨਾਲ ਇੱਕੋ ਹੀ ਵਾਅਦਾ ਵੀ ਜੇ ਤੂੰ ਨਹੀਂ ਤੇ ਮੈਂ ਵੀ ਭੁੱਖਾ ਹੀ ਮਰ ਜਾਵਾਂਗਾ, ਪਰ ਮੈਂ ਤੈਨੂੰ ਖਵਾਉਣ ਤੋਂ ਬਿਨਾਂ ਹਿਲਣਾ ਨਹੀਂ। ਤੇ ਉਹ ਰੱਬ ਵਿੱਚੋਂ ਪ੍ਰਗਟ ਹੋਇਆ ਤੇ ਉਹਦਾ ਸਾਗ ਤੇ ਮੱਕੀ ਖਾਧੀ, ਦੀ ਲੱਸੀ ਪੀ ਕੇ ਜਦੋਂ ਤੁਰਨ ਲੱਗਾ ਤੇ ਉਹਨੇ ਬਾਹ ਫੜ ਲਈ। ਉਹਨੇ ਆਖਿਆ ਵੀ ਯਾਰ ਤੂੰ ਉਹੀ ਕੰਮ ਕੀਤਾ, ਮੰਗਤਿਆਂ ਵਾਲਾ ਖਾ ਕੇ ਤੁਰ ਜਾਣਾ। ਮੈਨੂੰ ਤੇ ਪੰਡਤ ਕਹਿੰਦਾ ਸੀ ਉਹ ਕੰਮ ਸਵਾਰਦਾ, ਤੇ ਹਲ ਤੇਰੇ ਪਿਓ ਨੇ ਵਾਣਾ ਵੀ ਹਲਵਾ, ਉਹਨੇ ਹਲਵਾਨ ਤੇ ਲਾਤਾ ਰੱਬ ਨੂੰ, ਰੱਬ ਨੇ ਉਹਦੇ ਹਲਵਾਏ ਤੇ ਸਾਰਾ ਕੁਛ। ਹੁਣ ਇਹ ਸਾਖੀ ਜੋੜੀ ਹੈ ਨਾ, ਲੇਕਿਨ ਇਹ ਸਾਖੀ ਗਲਤ ਜੋੜੀ ਹੈ। ਭਗਤ ਧੰਨੇ ਨੇ ਪੱਥਰ ਦੇ ਵਿੱਚੋਂ ਰੱਬ ਨਹੀਂ ਪਾਇਆ, ਉਹਨੇ ਪੱਥਰ ਦੀ ਪੂਜਾ ਨਹੀਂ ਕੀਤੀ।
ਅਸਲੀ ਗੱਲ ਇਹ ਹੈ, ਬਾਣੀ ਦੇ ਵਿੱਚ ਆਉਂਦਾ ਵੀ ਧੰਨੇ ਧਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆ। ਔਰ ਗੁਰੂ Right. ਅਰਜਨ ਦੇਵ ਜੀ ਨੇ ਸਪੈਸ਼ਲ ਮਤਲਬ ਇਹਦੇ ਵਾਸਤੇ ਫਿਰ ਲਿਖ ਦਿੱਤਾ ਵੀ ਗੋਬਿੰਦ 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 ਸੰਗ ਨਾਮ ਦਿਓ ਮਨ ਲੈਣਾ, ਆੜ ਦਾਮ ਕੋ ਛੀਪਰ ਹੋਇਓ ਲਾਖੀਣਾ, ਬੁਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਦੁਲਹਰਾ। रविदास टू अंता टोर नीत तिन त्यागी माया, प्रगट हुआ सात संग हर दर्शन पाया, सैन नाई बुतकारिया ओ कर कर सुनिया, हृदय वस्या पार ब्रह्म भगता में गणिया। एह बिद सुन के जाट रो, उठ भगती लागा, मिले प्रतख गुसाइया धन्ना वड भागा। ਤਾਂ ਇਸ ਕਰਕੇ ਨਾ ਸਾਨੂੰ ਸਾਖੀਆਂ ਵੀ ਵੇਖਣੀਆਂ ਪੈਣਗੀਆਂ ਵੀ ਸਾਖੀਆਂ ਠੀਕ ਵੀ ਹੈ ਨੇ ਜਾਂ ਨਹੀਂ। ਇਹ ਜ਼ਰੂਰ ਨਿਰਣਾ ਬਾਣੀ ਦੇ ਬੇਸ ਤੇ ਕਰ ਲੈਣਾ ਚਾਹੀਦਾ ਹੈ। ਯਾ ਮੈਂ ਸਮਝ ਗਈ ਭਾਈ ਸਾਹਿਬ ਤੁਹਾਡੀ ਗੱਲ ਗਿਆਨੀ ਜੀ। ਮੈਂ ਸਿਰਫ ਇਹ ਕਹਿ ਰਹੀ ਸੀ ਕਿ ਜਿਸ ਤਰ੍ਹਾਂ ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ ਨਾ, ਉਹਨਾਂ ਨੂੰ ਅਸੀਂ ਟਰਸਟ ਕਰ ਸਕਦੇ ਹਾਂ, ਇਹ ਮੇਰਾ ਕਹਿਣ ਤੋਂ ਭਾਵ ਹੈਗਾ। ਹਾਂਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਲੇਕਿਨ ਨਾ ਫਿਰ ਵੀ ਕਈ ਵਾਰੀ ਹੁੰਦਾ ਵੀ ਜੇ ਬਾਈ ਦੀ ਵੇ ਗਲਤੀ ਕਿਤੇ ਭਾਈ ਵੀਰ ਸਿੰਘ ਜੀ ਤੋਂ ਵੀ ਹੋ ਸਕਦੀ ਹੈ। ਜੇ ਕੋਈ ਮੇਰਾ ਮਤਲਬ ਕਹਿਣ ਦਾ ਇਹ ਨਹੀਂ ਕਿ ਉਹ ਗਲਤ ਨੇ, ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਹ ਪਰਖ ਜ਼ਰੂਰ ਲਓ ਕਿ ਕੀ ਉਹ ਸਾਖੀ ਗੁਰਬਾਣੀ ਦੀ ਕਸਵੱਟੀ ਤੇ ਉਤਰਦੀ ਹੈ ਪੂਰੀ। ਜੇ ਉਤਰਦੀ ਹੈ ਤਾਂ ਮੰਨ ਲਓ, ਤੇ ਜੇ ਨਹੀਂ ਉਤਰਦੀ ਪੂਰੀ ਤਾਂ ਫਿਰ ਇਸ ਕਰਕੇ ਨਹੀਂ ਕਿ ਉਹ ਭਾਈ ਵੀਰ ਸਿੰਘ ਨੇ ਕਹਿਤਾ ਜਾਂ ਭਾਈ ਸਾਹਿਬ ਸਿੰਘ ਨੇ ਕਹਿਤਾ ਤੇ ਉਹਨੂੰ ਫਿਰ ਉਹਨੂੰ ਕਰ ਦੇਣਾ ਚਾਹੀਦਾ। ਯਾਨੀ ਗੁਰਬਾਣੀ ਦੀ ਕਸਵੱਟੀ ਤੇ ਸਾਖੀ ਪਰਖ ਲੈਣੀ ਚਾਹੀਦੀ। ਇਹ ਇੰਨਾ ਜ਼ਰੂਰ ਕਰ ਲੈਣਾ ਚਾਹੀਦਾ। ਅੱਛਾ, ਮੇਰਾ ਇਹ ਵਿਚਾਰ ਹੈ। ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ ਜੀ, ਬਿਲਕੁਲ ਸਹੀ ਗੱਲ ਹੈ ਜੀ। ਲੌਜਿਕ ਤੇ ਲਾ ਕੇ ਇਹ ਗੱਲ ਸਾਰੀ ਪਰਖ ਲੈਣੀ ਚਾਹੀਦੀ ਹੈ, ਤਾਂ ਹੀ ਸਾਨੂੰ ਪਤਾ ਲੱਗ ਸਕਦਾ ਵੀ ਗਲਤ ਜਾਂ ਠੀਕ ਹੈ। ਕਈ ਵਾਰੀ ਇਦਾਂ ਹੋ ਜਾਂਦੀ ਹੈ ਕਿ ਜਿਨ੍ਹਾਂ ਤੇ ਅਸੀਂ ਟਰਸਟ ਕਰਦੇ ਹਾਂ ਉਹਨਾਂ ਦੇ ਕੋਲੋਂ ਸੁਣੀਆਂ ਹੋਈਆਂ ਗੱਲਾਂ ਜੇ 5, 10, 20 ਸਾਲ ਬਾਅਦ ਫਿਰ ਉਹਨੂੰ ਪਤਾ ਲੱਗਦਾ ਨਾ ਵੀ ਇਹ ਗੱਲ ਗਲਤ ਨਿਕਲੀ ਹੈ, ਤਾਂ ਉਹ ਫਿਰ ਤੁਹਾਡੇ ਦਿਲ ਨੂੰ ਠੇਸ ਬਹੁਤ ਪਹੁੰਚਦੀ ਆ। ਤਾਂ ਸਾਡੇ ਨਾਲ ਵੀ ਇਦਾਂ ਹੋਈ ਆ ਹੈ ਜੀ। ਜਿਹੜੇ ਪ੍ਰਚਾਰਕਾਂ ਨੂੰ ਅਸੀਂ ਸੁਣਦੇ ਹੁੰਦੇ ਸੀ 1980, 82, 85 ਤਾਈਂ, ਉਸ ਟਾਈਮ ਤੋਂ ਲੈ ਕੇ ਤੇ ਉਹਨਾਂ ਦਾ ਹੁਣ ਸਾਨੂੰ ਪਤਾ ਲੱਗਦਾ ਵੀ ਜਦੋਂ ਹੁਣ ਲੌਜਿਕ ਤੇ ਲਾ ਕੇ ਉਹ ਗੱਲਾਂ ਨਿਕਲਦੀਆਂ, ਉਹ ਸਿਰਫ ਸਾਡਾ ਟਰਸਟ ਬਣਿਆ ਸੀਗਾ ਉਹਨਾਂ ਤੇ, ਪਰ ਉਹ ਗੱਲਾਂ ਗਲਤ ਨਿਕਲੀਆਂ। ਜਿੱਦਾਂ ਭੂਤਾਂ ਪ੍ਰੇਤਾਂ ਵਾਲੀਆਂ ਗੱਲਾਂ ਸੀਗੀਆਂ ਨਾ ਸਾਨੂੰ ਸੁਣਾਈਆਂ ਗਈਆਂ, ਉਹ ਗੱਲਾਂ ਗਲਤ ਨਿਕਲੀਆਂ, ਪਰ ਅਸੀਂ 100% ਉਹਨਾਂ ਨੂੰ ਟਰਸਟ ਕਰਕੇ ਇਦਾਂ ਹੀ ਮੰਨਦੇ ਆ ਰਹੇ ਸੀਗੇ, ਪਰ ਉਹ ਗੱਲਾਂ ਗਲਤ ਸੀਗੀਆਂ। ਇਸ ਕਰਕੇ ਮੈਂ ਇਹ ਕਹਿਣਾ ਹੁੰਦਾ ਜੀ, ਜਿੱਦਾਂ ਜੇ 200 ਸਾਲ ਬਾਅਦ 250 ਸਾਲ ਬਾਅਦ ਸਾਨੂੰ ਕਿਸੇ ਵਿਦਵਾਨ ਨੇ ਕੋਈ ਲਿਖ ਕੇ ਦੇ ਦਿੱਤਾ ਹੈ, ਉਹ ਕਿੱਦਾਂ ਕਹਿ ਸਕਦੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਆ ਕਿਹਾ ਸੀਗਾ? ਇੱਦਾਂ ਕਹਿ ਨਹੀਂ ਸਕਦੇ। ਸੁਣੀ ਸੁਣਾਈ ਗੱਲ ਜ਼ਰੂਰ ਹੋ ਸਕਦੀ ਹੈ, ਪਰ ਇੱਦਾਂ ਕਹਿ ਨਹੀਂ ਸਕਦੇ ਵੀ ਉਹਨਾਂ ਨੇ ਉਸ ਟਾਈਮ ਤੇ ਆਹ ਗੱਲ ਕਹੀ ਸੀਗੀ। ਉਹ ਤਾਂ ਇਸ ਤਰ੍ਹਾਂ ਕਈ ਵਾਰੀ ਭੂਮਿਕਾ ਬੰਨ੍ਹਦੇ ਹੁੰਦੇ ਆ ਜਿਹੜੇ ਲਿਖਣ ਵਾਲੇ ਆ, ਕਿ ਜਿੱਦਾਂ ਉਹ ਕੋਲ ਬੈਠੇ ਐ ਲਿਖਦੇ ਹੁੰਦੇ ਨਾ, ਮਤਲਬ ਵੀ ਉਹਨਾਂ ਨੇ ਏਦਾਂ ਦੇਖਿਆ, ਏਦਾਂ ਕਿਹਾ, ਏਦਾਂ ਜਿਹਦਾ ਸਵਾਲ ਜਵਾਬ ਜਿਹਦਾ ਕਹਾਣੀਕਾਰ ਨਹੀਂ ਲਿਖ ਦਿੰਦਾ ਹੁੰਦਾ ਵੀ ਉਹਨੇ ਇਹ ਕਿਹਾ ਤੇ ਉਹਨੇ ਇਹ ਕਿਹਾ। ਪਰ ਤੁਸੀਂ 200 ਸਾਲ ਬਾਅਦ ਕਿੱਦਾਂ ਲਿਖ ਸਕਦੇ ਆ? ਹਾਂਜੀ, ਇਹ ਤਾਂ ਵੈਸੇ ਇੱਕ ਵੈਸੇ ਪੱਖ ਆ। ਪਰ ਜਿੱਦਾਂ ਭਾਈ ਵੀਰ ਸਿੰਘ ਜੀ ਤੁਸੀਂ ਗੱਲ ਕੀਤੀ ਆ, ਅਸੀਂ ਨਹੀਂ ਕਹਿੰਦੇ ਵੀ ਭਾਈ ਵੀਰ ਸਿੰਘ ਜੀ ਨੇ ਜੋ ਕੁਝ ਲਿਖਿਆ ਉਹ ਗਲਤ ਲਿਖਿਆ, ਜਾਂ 100% ਆਪਾਂ ਇਹਦਾ ਟਰਸਟ ਨਹੀਂ ਕਰ ਸਕਦੇ। ਪਰ ਦੂਏ ਪਾਸੇ ਇੰਨਾ ਜ਼ਰੂਰ ਹੈ ਜੀ ਵੀ ਜਿੱਦਾਂ ਗੁਰਬਾਣੀ ਦੇ ਤਲ ਤੇ ਜੇ ਤੁਸੀਂ ਉਹਨੂੰ ਵੇ ਅਪ ਕਰਕੇ ਦੇਖ ਲਓਗੇ, ਤੱਕੜੀ ਤੋਲ ਕੇ ਦੇਖ ਲਓਗੇ, ਜਿੱਦਾਂ ਗਿਆਨੀ ਜੀ ਨੇ ਕਿਹਾ, ਠੀਕ ਹੈ ਜੀ, ਤੇ ਉਹਦੇ ਨਾਲ ਸਾਨੂੰ ਜ਼ਿਆਦਾ ਮਤਲਬ ਚਾਨਣਾ ਹੋ ਸਕਦਾ। ਥੈਂਕ ਯੂ ਜੀ। ਜਵਿੰਦਰ ਕੌਰ ਜੀ ਤੁਸੀਂ ਹਾਂਜੀ ਕੁਝ ਕਹਿਣਾ? ਹਾਂਜੀ ਗਿਆਨੀ ਜੀ, ਸੁਣਦੇ ਆ ਜੀ, ਸੁਣਦੇ, ਗੱਲ ਕਰੋ। ਗਿਆਨੀ ਜੀ, ਈੜਾ ਪਿੰਗੜਾ ਵਾਲੀ ਗੱਲ ਦੁਬਾਰਾ ਦੱਸੋਗੇ? ਹਾਂ ਭੈਣ, ਮੈਂ 1 ਮਿੰਟ ਤੁਹਾਨੂੰ ਫਿਰ ਦੁਬਾਰਾ ਕੱਢ ਕੇ ਦੱਸਣਾ, 1 ਮਿੰਟ ਵੇਟ ਕਰੋ। ਈੜਾ ਪਿੰਗੁਲਾ ਸੁਖਮਨ ਬੰਦੇ ਇਹ ਅਵਗਨ ਕਤ ਜਾਹੀ। ਈੜਾ ਪਿੰਗੁਲਾ ਸੁਖਮਨ ਬੰਦੇ ਇਹ ਅਵਗਨ ਕਤ ਜਾਹੀ। ਇਹ 334 ਅੰਗ ਤੇ ਹੈਗਾ ਭਗਤ ਕਬੀਰ ਜੀ ਦਾ ਸ਼ਬਦ ਰਾਗ ਗੌੜੀ ਵਿੱਚ। ਹਾਂਜੀ। ਔਰ ਇਹ ਸ਼ਬਦ ਸ਼ੁਰੂ ਹੁੰਦਾ ਹੈ ਜਹ ਕਛ ਆਹ ਤਹਾਂ ਕਿਛ ਨਾਹੀ, ਪੰਚ ਤਤ ਨਾਹੀ। ਜੀ ਹਾਂ, ਤੁਸੀਂ ਈੜਾ ਪਿੰਗਲਾ ਲਿਖ ਲਓ, ਇੱਥੋਂ ਵੀ ਨਿਕਲ ਆਏਗਾ ਰਾਹੋ ਵਾਲੀ ਪੰਕਤੀ ਇਹ ਹੈਗੀ ਹੈ। ਅੱਛਾ ਜੀ, ਠੀਕ ਹੈ ਜੀ, ਧੰਨਵਾਦ ਜੀ ਸਾਰਿਆਂ ਦਾ। ਹਾਂਜੀ ਧੰਨਵਾਦ ਜੀ। ਗਿਆਨੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਸਾਰੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਅੱਜ ਜਿੰਨਾ ਵੀ ਹਿੱਸਾ ਲਿਆ ਤੁਸੀਂ ਗੱਲਾਂ ਬਾਤਾਂ ਦੇ ਵਿੱਚ। ਤੇ ਆਪਾਂ ਕੱਲ ਨੂੰ ਫਿਰ ਇੱਥੇ ਸਮਾਪਤੀ ਕਰਦੇ ਜੀ। ਕੱਲ ਨੂੰ ਫਿਰ ਮੁੜ ਕੇ ਆਵਾਂਗੇ 1 ਵਜੇ ਇੱਥੇ ਇੰਗਲੈਂਡ ਦੇ ਹਿਸਾਬ ਦੇ ਨਾਲ, ਤੇ ਉਤਾਂ ਹੀ ਆਪਾਂ ਛੁੱਟੀਆਂ ਲਈਏ ਜੀ ਇੱਕ ਦੂਜੇ ਤੋਂ। ਤਾਂ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਪ੍ਰੋਬਲਮ ਆਉਂਦੀ ਆ, ਕੋਈ ਸੁਣਦਾ ਹੀ ਨਹੀਂ ਹੈਗਾ। ਫ੍ਰੀਜ਼ ਹੁੰਦਾ ਹੈ, ਹਾਂ। ਮੈਨੂੰ ਤਾਂ ਤੇ ਹੁਣ ਠੀਕ ਹੋ ਜਾਣਾ ਜੀ। ਦੋ ਵਾਰੀ ਜੁਆਇਨ ਕਰਨਾ ਪਿਆ, ਮੇਰੀ ਤਾਂ ਕੱਟ ਹੋ ਗਈ ਮੀਟਿੰਗ, ਫਿਰ ਦੁਬਾਰਾ ਜੁਆਇਨ ਕੀਤਾ। ਹਾਂਜੀ, ਮੈਂ ਕਿਹਾ ਸੀਗਾ ਜੀ ਇੱਥੇ ਥੋੜੀ ਪ੍ਰੋਬਲਮ ਪੈ ਰਹੀ ਆ, ਤੇ ਹੁਣ ਦੇਖਦੇ ਆ ਜੀ। ਹੁਣ ਕਾਫੀ ਜੁਆਇਨ ਹੋਈ ਜਾਂਦੇ, ਮੇਰੇ ਨਾਲ ਸਾਰੇ ਜਿਹੜੇ ਕੱਟ ਆਫ ਹੋ ਗਏ ਸੀਗੇ। ਅੱਛਾ, ਮੇਰੀ ਆਵਾਜ਼ ਸਾਰਿਆਂ ਨੂੰ ਆ ਰਹੀ ਹੈ ਜੀ, ਜਿੰਨੇ ਵੀ ਜੁਆਇਨ ਹੋਏ ਆ? ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਉਹ ਸ਼ੁਰੂ ਦੇ ਵਿੱਚ ਨਾ ਥੋੜੀ ਪ੍ਰੋਬਲਮ ਪਈ ਸੀ, ਇੱਕ ਦੋ ਵਾਰੀ ਜਿੱਦਾਂ ਫ੍ਰੀਜ਼ ਹੋ ਗਿਆ ਸੀਗਾ, ਤਾਂ ਮੈਂ ਨਹੀਂ ਚਾਹੁੰਦਾ ਕਿ ਜਿਹੜਾ ਸਾਡੀ ਰਿਕਾਰਡਿੰਗ ਦੇ ਵਿੱਚ ਕੋਈ ਹੋਵੇ। ਮੈਂ ਸੌਰੀ ਹੈ ਜੀ, ਇਹਦੇ ਬਾਰੇ ਪੇਜ ਤੁਹਾਨੂੰ ਬੰਦ ਕਰਨਾ ਪਿਆ। ਇੱਕ ਮਿੰਟ, ਉਹਨਾਂ ਨੇ ਬੰਦ ਕਰਨਾ ਪਿਆ। ਹਾਂਜੀ, ਸਾਨੂੰ ਬੰਦ ਕਰਨਾ ਪਿਆ ਸੀਗਾ, ਤੇ ਹੁਣ ਬੈਕ ਟੂ ਨਾਰਮਲ ਹੋ ਗਿਆ ਜੀ। ਤੇ ਉਮੀਦ ਹੈ ਕਿ ਮੇਰੀ ਆਵਾਜ਼ ਸਾਰਿਆਂ ਨੂੰ ਪਹੁੰਚ ਰਹੀ ਹੋਊਗੀ, ਤੇ ਆਪਾਂ ਜਦੋਂ ਕਥਾ ਸ਼ੁਰੂ ਹੋਣੀ ਹੈ ਤੇ ਸਾਨੂੰ ਕੋਈ ਦਿੱਕਤ ਨਾ ਹੋਊਗੀ, ਇਸੇ ਕਰਕੇ ਕੀਤਾ। ਸੌਰੀ ਜੀ। ਮੈਨੂੰ ਲੱਗਦਾ ਜੁੜ ਗਏ, ਤਕਰੀਬਨ ਸਾਰੇ ਜਣੇ ਜੁੜ ਗਏ। ਗੁਰਚਰਨ ਸਿੰਘ ਜੀ। ਹਾਂਜੀ 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 ਹਾਂਜੀ, ਤੁਸੀਂ ਅੱਜ ਲੇਟ ਹੋ ਗਏ, ਕੀ ਗੱਲ ਹੋਈ ਜੀ? ਹਾਂ ਜੀ, ਮੈਂ ਲੇਟ ਨਹੀਂ ਹੋਇਆ ਹੈਗਾ, ਜੋਇਨ ਦੇ ਵਿੱਚ ਹੀ ਪ੍ਰੋਬਲਮ ਪਿਆ ਹੈ। ਨਹੀਂ, ਐਵੇਂ ਏਦਾਂ ਨਾ ਸਾਡੇ ਨਾਲ ਧੋਖਾ ਨਾ। ਪੁਲਿਸਮੈਨ ਹੋ ਕੇ ਸਾਡੇ ਨਾਲ ਝੂਠ ਬੋਲਦੇ ਫਿਰ ਦੁਪਹਿਰੇ। ਨਹੀਂ ਉਹ ਯਾਰ ਬੋਲਣਾ ਪੈਂਦਾ ਆ। ਉਹ ਗੱਲ ਸੁਣੋ, ਮੇਰੀ ਗੱਲ ਸੁਣੋ, ਆਪਣੀ ਸਟੇਟਮੈਂਟ ਚੇਂਜ ਕਰੋ। ਗਿਆਨੀ ਜੀ ਬੈਠੇ ਆ। ਗਿਆਨੀ ਜੀ ਕਹਿੰਦੇ ਹੁੰਦੇ ਆ ਵੀ ਛੋਟੇ ਛੋਟੇ ਸਟੈਪ ਲਓ। ਤੂੰ ਹੁਣੇ ਡਿਕਲੇਅਰ ਕਰਤਾ ਵੀ ਝੂਠ ਬੋਲਣਾ ਪੈਂਦਾ, ਇਹ ਮੁਸ਼ਕਲ ਆ। ਨਹੀਂ, ਉਹ ਤਾਂ ਤੇਰਾ ਜਵਾਬ ਸੀ ਗੱਲ ਦਾ। ਅਸੀਂ ਕਲਾਸ ਚੋਂ ਏਦਾਂ ਥੋੜਾ ਬੈਨ ਕਰਨ ਲੱਗ ਪੈਣਾ ਥੋੜੇ ਹੁਣ, ਕਿਉਂਕਿ ਜਿਹੜੇ ਨਹੀਂ ਚੱਲਦੇ ਕਹੀ ਕਰਦੇ। ਮੈਂ ਸੱਚੇ ਬੋਲਿਆ, ਪਰ ਤੈਂ ਹੀ ਝੂਠ ਨਾ ਦਿੱਤਾ ਕਿ ਮੈਂ 3 ਵਾਰ ਜੁਆਇਨ ਕੀਤਾ ਜਾਂਦਾ। ਨਹੀਂ, ਗੱਲ ਤੁਹਾਡੀ ਸਹੀ ਹੈ ਜੀ। ਆਪਾਂ ਤਾਂ ਥੋੜਾ ਸ਼ੁਗਲ ਜਿਹਾ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਜੁਆਇਨ ਤੁਸੀਂ ਕੀਤਾ, ਉਹ ਫਿਰ ਕੱਟ ਹੋ ਗਿਆ ਸੀਗਾ। ਕੁਛ ਇਧਰੋਂ ਵੀ ਪ੍ਰੋਬਲਮ ਪਈ ਨਾ, ਮੈਂ ਕਿਹਾ ਜਿੱਦਾਂ, ਤੇ ਉਹਦੇ ਨਾਲ ਉਮੀਦ ਮੈਨੂੰ ਬੜੀ ਆ ਜੀ ਹੁਣ ਤੇ ਨਾ ਹੋਊਗਾ। ਲੱਗਿਆ ਹੀ ਪਤਾ ਕਿ ਵੀ ਪ੍ਰੋਬਲਮ ਲੱਗਦੀ ਆ। ਹਾਂਜੀ, ਉਹ ਕੰਪਿਊਟਰ ਵੀ 2 ਦਿਨ ਨਾ ਛੇੜੋ ਨਾ, ਤਾਂ ਉਹ ਕਹਿੰਦਾ ਮੈਨੂੰ ਹੁਣ ਕੋਈ ਨਹੀਂ ਪੁੱਛਦਾ, ਤੇ ਉਹ ਆਪਣੀ ਮਰਜ਼ੀ ਕਰਨ ਲੱਗ ਪੈਂਦਾ। ਡੰਡਾ ਫਿਰਦਾ ਰਹੇ ਤਾਂ ਠੀਕ ਆ। ਇਹ IT ਰਿਹਾ। ਮੈਂ ਤੈਨੂੰ ਦੱਸਿਆ ਸੀ, ਟੈਲੀਫੋਨ ਬਹੂ ਨੇ ਲੈਤਾ, ਜਾਣੀ ਕਿ ਆਈਫੋਨ। ਇੰਨਾ ਪ੍ਰੋਬਲਮ ਪਿਆ ਵੀ ਉਹ ਕੰਟੈਕਟ ਸੀ, ਉਹ ਹੀ ਟ੍ਰਾਂਸਫਰ ਹੁੰਦੇ ਸੀ। ਤੇ ਪਰਸੋਂ ਜਾਣੀ ਕਿ ਨਾ, ਪਤਾ ਨਹੀਂ, ਮੈਂ ਰਾਤ ਨੂੰ ਲੱਗਾ 8 ਵਜੇ ਟੈਲੀਵਿਜ਼ਨ ਲਾ ਲਿਆ। ਅੱਛਾ ਜੀ। ਤੇ ਮੇਰਾ ਕਿਤੇ ਗਲਤੀ ਦੇ ਨਾਲ ਕਿਤੇ ਹੱਥ ਲੱਗ ਗਿਆ ਕਿਸੇ ਚੀਜ਼ ਨੂੰ, ਔਰ ਸੈਟਿੰਗ ਦੇ ਵਿੱਚ। ਅੱਛਾ। ਮੈਜੋਰਟੀ ਆਫ ਦ ਕੰਟੈਕਟਸ ਉਹ ਟ੍ਰਾਂਸਫਰ ਹੋ ਗਿਆ WhatsApp ਦੇ ਵਿੱਚ, ਥੋੜੇ ਜਿਹੇ ਨਹੀਂ ਹੋਏ। ਮੈਂ ਕਿਹਾ ਵੀ ਅਸੀਂ 2-3 ਦਿਨ ਲੱਗੇ ਰਹੇ ਆ, ਹੋਇਆ ਨਹੀਂ। ਕੋਈ ਬਾਈ ਐਕਸੀਡੈਂਟ ਦੀ ਹੱਥ ਲੱਗ ਗਿਆ ਤਾਂ ਉਹ ਠੀਕ ਹੋ ਗਿਆ। ਗੱਲ ਏਦਾਂ ਹੈ ਵੀ ਸਾਡੇ ਜਿਹੜੇ ਪੋਤੇ ਪੋਤੀਆਂ ਆ ਨਾ, ਜੇ ਉਹਨਾਂ ਦੇ ਕੋਲ ਤੁਸੀਂ ਹਵਾਲੇ ਕਰੋ ਤਾਂ ਉਹਨਾਂ ਨੇ ਸਕਿੰਟਾਂ 'ਚ ਵਿੱਚ ਸਿੱਧੇ ਕਰ ਦੇਣੇ ਆ। ਵਾਕਿਆ ਉਹ ਪਤਾ ਨਹੀਂ ਕੀ ਕਰਦੇ ਰਹਿੰਦੇ ਆ ਫੋਨ ਤੇ। ਨਹੀਂ, ਉਹ ਪਿੱਛੋਂ ਇਨਫੋਰਮੇਸ਼ਨ ਲੈ ਕੇ ਆਏ ਭਾਈ ਸਾਹਿਬ। ਵਾਕਿਆ ਹਾਂ, ਅਸੀਂ ਆ ਥੋੜਾ ਜਿਹਾ ਲੇਟ ਨਾ। ਸਾਡੇ ਟਾਈਮ ਤੇ ਉਹ ਸਲਾਈਡ ਰੂਲ ਵੀ ਨਹੀਂ ਵਰਤਣ ਦਿੰਦੇ ਹੁੰਦੇ ਸੀ ਕਦੇ। ਇਹ ਗੱਲ ਸਹੀ ਹੈ। ਬਲਜੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ? ਹਾਂ ਜੀ, ਹਾਲ ਚਾਲ ਬਹੁਤ ਵਧੀਆ ਜੀ, ਬਹੁਤ ਵਧੀਆ। ਥੈਂਕ ਯੂ ਫॉर ਕਮਿੰਗ। ਇੱਥੇ ਵੀ ਬਹੁਤ ਵਧੀਆ। ਅੱਛਾ ਜੀ। ਵੈਦਰ ਵਾਈਜ਼ ਜਾਂ ਅਦਰਵਾਈਜ਼? ਐਵਰੀਥਿੰਗ। ਆ ਗੱਲ ਕੀਤੀ ਆ। ਆ ਗੱਲ ਸਹੀ ਆ ਜੀ। ਆ ਤੁਹਾਡਾ ਜਵਾਬ ਬੜਾ ਵਧੀਆ ਲੱਗਾ ਜੀ, ਤੇ ਅਸੀਂ ਸਾਰਿਆਂ ਨੂੰ ਰეკਮੈਂਡ ਕਰਦੇ ਹਾਂ ਵੀ ਇਹ ਜਵਾਬ ਦੀ ਭਾਵੇਂ ਜੇ ਆਪਣੇ ਕੋਲ ਨਾ ਵੀ ਕੋਸ਼ਿਸ਼ ਹੋਵੇ ਤਾਂ ਕਾਪੀ ਕਰ ਲਓ। ਥੈਂਕ ਯੂ ਜੀ। ਇਹ ਆਪਣੇ ਵਾਸਤੇ ਜੇ ਨਾ। ਹਾਂਜੀ, ਬਿਲਕੁਲ। ਚਲੋ ਠੀਕ ਹੈ ਜੀ। ਸੁਰਿੰਦਰ ਕੌਰ ਨੰਬਰ 2 ਜੀ। ਜੀ ਫਤਿਹ। ਹਾਂਜੀ, ਕਿੱਦਾਂ? ਅੱਛਾ ਜੀ, ਫਤਿਹ ਜੀ, ਫਤਿਹ। ਹਰਦੀਪ ਸਿੰਘ ਭੋਗਲ ਸਾਹਿਬ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਅੱਜ ਪਿਕਚਰ ਧੁੰਦਲੀ ਆ ਜੀ। ਤੁਹਾਡਾ ਵੀ ਮੇਰਾ ਖਿਆਲ ਇਸਤੇਮਾਲ ਨਹੀਂ ਹੋਇਆ ਫੋਨ ਦਾ ਵੀਕਐਂਡ ਤੇ। ਕੁਛ ਹੋਊਗੀ, ਧੁੰਦਲੀ ਜਿਹੀ ਆਉਂਦੀ ਜਿੱਦਾਂ ਕੈਮਰਾ ਕਲੀਨ ਕਰਨ ਵਾਲਾ ਹੁੰਦਾ ਜਾਂ ਕਿੱਦਾਂ। ਉਹ ਸਟਿਲ ਵੀਕਐਂਡ ਹੀ ਸੀ ਨਾ। ਮੂੰਹ ਧੋਣੇ ਵਾਲਾ। ਧੋਣ ਵਾਲਾ ਕਹਿੰਦੇ। ਠੀਕ ਹੈ ਜੀ, ਠੀਕ ਹੈ। ਤੁਸੀਂ ਆ ਡਰਾਈਵਿੰਗ ਤੇ ਜਾਇਆ ਤਾਂ ਉੱਥੇ ਦੇ ਆਇਓ। ਤੁਹਾਡੀ ਫੋਟੋ ਬਹੁਤ ਸੋਹਣੀ ਹੁੰਦੀ ਹੈ। ਅੱਛਾ, ਥੈਂਕ ਯੂ ਜੀ, ਥੈਂਕ ਯੂ।
ਉਹ ਹਰ ਵੇਲੇ ਚੀਅਰ ਅਪ ਰਹਿੰਦੇ ਨਾ ਵੀਰ ਜੀ। ਅੱਛਾ That's ਉਹ why. ਸਪੈਸ਼ਲ ਲਾਈਟਿੰਗ ਲਾਈ ਹੋਈ ਹੈ ਇਹਨਾਂ ਨੇ। ਸਪੈਸ਼ਲ That's ਉਹਦੀ ਖਾਸੀਅਤ ਹੈ ਚੀਅਰ ਅਪ ਰਹਿਣਾ। ਥੈਂਕ ਯੂ ਜੀ। ਅੱਛਾ ਜੀ, ਹੁਣ ਤਾਂ ਮੇਰਾ ਸਾਡੇ ਕੋਲ ਟਾਈਮ ਹੈ ਨਹੀਂ ਜੀ, 13:20 ਹੋ ਗਿਆ ਜੀ, ਤੇ ਸਾਡੇ ਕੋਲ ਜੁਆਇਨ ਵੀ ਕਾਫੀ ਹੋ ਗਏ, ਤਾਂ ਮੇਰਾ ਖਿਆਲ ਆਪਾਂ ਜੇ ਗਿਆਨੀ ਜੀ ਕਲਾਸ ਕਰ ਲਈਏ ਸ਼ੁਰੂ ਜੀ। ਹਾਂਜੀ, ਜਿਵੇਂ ਤੁਸੀਂ ਠੀਕ ਸਮਝਦੇ ਜੀ। ਥੈਂਕ ਯੂ ਜੀ, ਥੈਂਕ ਯੂ। ਜੇ ਸਾਰਿਆਂ ਨੂੰ ਇਜਾਜ਼ਤ ਇੱਦਾਂ ਕਰਦੇ ਆ ਤਾਂ ਆਪਾਂ ਕਰ ਹੀ ਦਿੰਦੇ ਮੇਰਾ ਖਿਆਲ ਹੁਣ। ਤੇ ਮੈਨੂੰ ਮਿਊਟ ਕਰ ਲੈਣ ਦਿਓ ਸਾਰਿਆਂ ਨੂੰ ਪਹਿਲਾਂ ਜੀ। ਸਫਲ ਦਰਸ਼ਨ ਪੇਖਤ ਪੁਨੀਤ ਇੱਥੋਂ ਹੀ ਹੈ ਨਾ ਜੀ? ਹਾਂਜੀ, ਇਹ ਹੀ ਹੈ ਜੀ, ਸਫਲ ਦਰਸ਼ਨ ਪੇਖਤ ਪੁਨੀਤ। ਇਹ ਹੈਗਾ ਪੰਨਾ ਨੰਬਰ 287 ਤੇ ਚੌਥੀ ਕਹਿ ਲਓ ਪਦ ਹੈਗਾ, ਤੇ ਸਫਲ ਦਰਸ਼ਨ ਪੇਖਤ ਪੁਨੀਤ। ਸਾਰੇ ਮਿਊਟ ਆ ਜੀ, ਹੁਣ ਤੁਸੀਂ ਅਨਮਿਊਟ ਹੋ ਜਾਓ ਗਿਆਨੀ ਜੀ। ਆ ਰਹੀ ਜੀ ਆਵਾਜ਼? ਆ ਰਹੀ ਵੀਰ ਜੀ। ਠੀਕ ਹੈ ਜੀ। ਅਜੇ ਤੁਹਾਡੀ ਆਵਾਜ਼ ਬਹੁਤ ਵਧੀਆ ਆ ਰਹੀ ਹੈ ਜੀ, ਤੇ ਮੈਨੂੰ ਬੜੀ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਰਹੂਗੀ ਜੀ। ਤੇ ਹੁਣ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਆਪਾਂ ਗਿਆਨੀ ਜੀ ਕਥਾ ਸ਼ੁਰੂ ਕਰਨ ਲੱਗੇ ਆ, ਤੇ ਆਪਾਂ ਟਿਕ ਕੇ ਬੈਠੀਏ, ਤੇ ਆਪਾਂ ਘੰਟੇ ਕੁ ਬਾਅਦ ਮੁੜ ਕੇ ਸਵਾਲ ਜਵਾਬ ਜਦੋਂ ਕਰਨੇ ਹੁੰਦੇ ਉਹਦੇ ਵਿੱਚ ਮੁੜ ਕੇ ਆਵਾਂਗੇ ਜੀ। ਤੇ ਗਿਆਨੀ ਜੀ ਨੂੰ ਹੁਣ ਬੇਨਤੀ ਹੈ ਕਿ ਜਦੋਂ ਵੀ ਰੈਡੀ ਹੋਵੋ ਤੁਸੀਂ ਅੱਜ ਦੀ ਕਥਾ ਸ਼ੁਰੂ ਕਰ ਸਕਦੇ ਹਾਂ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਇੰਗਲੈਂਡ ਦੇ ਹਿਸਾਬ ਨਾਲ 1 ਤੋਂ ਲੈ ਕੇ 3 ਵਜੇ ਤੱਕ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰਦੇ ਹਾਂ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜੋ ਕੇਂਦਰੀ ਭਾਵ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਯਾਨੀ ਜੋ ਸੁੱਖਾਂ ਦੀ ਮਣੀ ਹੈ, ਭਾਵ ਸੁੱਖਾਂ ਦਾ ਜੋ ਮੂਲ ਹੈ, ਉਹ ਹੈ ਪ੍ਰਭੂ ਦਾ ਹੁਕਮ, ਜੋ ਆਤਮਿਕ ਜੀਵਨ ਦੇਣ ਵਾਲਾ ਹੈ। ਤੇ ਪ੍ਰਭੂ ਦੇ ਭਗਤ ਉਹ ਨੇ ਜੋ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ, ਜੋ ਪ੍ਰਭੂ ਦੇ ਹੁਕਮ ਨੂੰ ਪਿਆਰ ਦੇ ਨਾਲ ਆਪਣੇ ਮਨ ਵਿੱਚ ਵਸਾਉਂਦੇ ਨੇ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਵੀ ਇਨਸਾਨ ਆਪਣੀ ਜ਼ਿੰਦਗੀ ਅੰਦਰ ਸੁੱਖ, ਸ਼ਾਂਤੀ, ਆਨੰਦ ਖੇੜਾ ਪਾਣਾ ਚਾਹੁੰਦਾ ਹੈ, ਉਹ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਵੇ, ਪ੍ਰਭੂ ਦੇ ਹੁਕਮ ਦੇ ਨਾਲ ਪ੍ਰੀਤ ਪਾਏ। ਪ੍ਰਭੂ ਦਾ ਹੁਕਮ ਹੀ ਸਾਰੇ ਸੁੱਖਾਂ ਦਾ ਮੂਲ ਹੈ। ਆਓ ਅਗਲੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਸਫਲ ਦਰਸ਼ਨ ਪੇਖਤ ਪੁਨੀਤ। ਸਫਲ ਦਾ ਮਤਲਬ ਫਲ ਦੇਣ ਵਾਲਾ, ਪੇਖਤ ਦਾ ਮਤਲਬ ਵੇਖਦਿਆਂ ਹੀ, ਪੁਨੀਤ ਦਾ ਅਰਥ ਹੈ ਪਵਿੱਤਰ। ਜੋ ਗੁਰੂ ਦਾ ਦਰਸ਼ਨ ਹੈ ਉਹ ਸਾਰੇ ਫਲ ਦੇਣ ਵਾਲਾ ਹੈ। ਦੀਦਾਰ ਕੀਤਿਆਂ ਪਵਿੱਤਰ ਹੋ ਜਾਈਦਾ। ਦਰਸ਼ਨ ਦਾ ਮਤਲਬ ਵੇਖਣਾ ਵੀ ਹੁੰਦਾ ਹੈ, ਤੇ ਦਰਸ਼ਨ ਦਾ ਮਤਲਬ ਫਿਲਾਸਫੀ ਵੀ ਹੁੰਦਾ ਹੈ, ਵਿਚਾਰਧਾਰਾ, ਗੁਰੂ ਦਾ ਗਿਆਨ, ਗੁਰੂ ਦਾ ਜੋ ਵਿਚਾਰਧਾਰਾ ਹੈ, ਗੁਰੂ ਦੀ ਫਿਲਾਸਫੀ ਹੈ, ਗੁਰੂ ਦੇ ਸਿਧਾਂਤ ਨੇ, ਉਹ ਫਲ ਦੇਣ ਵਾਲਾ ਹੈ। ਯਾਨੀ ਉਹ ਅਫਲ ਨਹੀਂ ਜਾਂਦਾ। ਗੁਰੂ ਦੇ ਗਿਆਨ ਅਨੁਸਾਰ ਜੇ ਜ਼ਿੰਦਗੀ ਜੀਵੀ ਜਾਏ ਤਾਂ ਬੰਦਾ ਜੀਵਨ ਦੇ ਹਰ ਖੇਤਰ ਦੇ ਅੰਦਰ ਸਫਲ ਹੁੰਦਾ ਹੈ। ਗੁਰੂ ਦਾ ਗਿਆਨ ਫਲ ਦੇਣ ਵਾਲਾ ਹੈ, ਗੁਰੂ ਦਾ ਦਰਸ਼ਨ ਫਲ ਦੇਣ ਵਾਲਾ ਹੈ। ਪੇਖਤ ਪੁਨੀਤ, ਔਰ ਗੁਰੂ ਦੇ ਦਰਸ਼ਨ ਕਰਦਿਆਂ ਹੀ ਬੰਦਾ ਪੁਨੀਤ ਹੋ ਜਾਂਦਾ ਹੈ, ਯਾਨੀ ਪਵਿੱਤਰ ਹੋ ਜਾਂਦਾ ਹੈ। ਜਦੋਂ ਅਸੀਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਾਂ ਤਾਂ ਉਦੋਂ ਸਾਡੀ ਸੋਚ ਦੇ ਅੰਦਰ ਪਵਿੱਤਰਤਾ ਆ ਜਾਂਦੀ ਹੈ। ਪਰਸਤ ਚਰਨ, ਇੱਥੇ ਵਿਸਰਾਮ ਲਾਵਾਂਗੇ। ਗਤ ਨਿਰਮਲ ਰੀਤ, ਪਰਸਤ ਚਰਨ, ਗਤ ਨਿਰਮਲ ਰੀਤ। ਪਰਸਤ ਦਾ ਮਤਲਬ ਛੂੰਹਦਿਆਂ, ਚਰਨ ਦਾ ਮਤਲਬ ਚਰਨ, ਗਤ ਦਾ ਮਤਲਬ ਉੱਚੀ ਆਤਮਿਕ ਅਵਸਥਾ, ਉੱਚੀ ਸੋਚ, ਤੇ ਰੀਤ ਦਾ ਮਤਲਬ ਹੈ ਜੀਵਨ ਦੀ ਮਰਿਆਦਾ, ਜੀਵਨ ਦਾ ਢੰਗ। ਗੁਰੂ ਦੇ ਚਰਨ ਛੂਹਿਆਂ ਅਵਸਥਾ ਉੱਚੀ ਸੁੱਚੀ ਹੋ ਜਾਂਦੀ ਹੈ, ਔਰ ਜੋ ਜੀਵਨ ਦੀ ਰੀਤ ਹੈ, ਜੀਵਨ ਦਾ ਜੋ ਢੰਗ ਹੈ, ਉਹ ਮੈਲ ਤੋਂ ਰਹਿਤ ਹੋ ਜਾਂਦਾ ਹੈ, ਬੇਦਾਗ ਹੋ ਜਾਂਦਾ ਹੈ। ਗੁਰੂ ਦੇ ਚਰਨ ਛੂਹਣ ਦੇ ਨਾਲ ਬੰਦੇ ਦੀ ਸੋਚ ਉੱਚੀ ਹੁੰਦੀ ਹੈ, ਔਰ ਬੰਦੇ ਦਾ ਜੋ ਜੀਵਨ ਦਾ ਢੰਗ ਹੈ ਉਹ ਬੇਦਾਗ ਹੋ ਜਾਂਦਾ ਹੈ, ਮੈਲ ਤੋਂ ਰਹਿਤ ਹੋ ਜਾਂਦਾ ਹੈ। ਹੁਣ ਇੱਥੇ ਗੁਰੂ ਦੇ ਚਰਨ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦਾ ਉਪਦੇਸ਼। ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ,
ਗੁਰੂ ਦੇ ਚਰਨ ਛੂਹਣ ਦਾ ਮਤਲਬ ਗੁਰੂ ਅੱਗੇ ਆਤਮ ਸਮਰਪਣ ਹੋਣਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ। ਤਾਂ ਜੋ ਵੀ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ ਉਹਦੀ ਸੋਚ ਉੱਚੀ ਹੋ ਜਾਏਗੀ ਔਰ ਉਹਦਾ ਜਿਹੜਾ ਜੀਵਨ ਦਾ ਢੰਗ ਹੈ ਉਹ ਮੈਲ ਤੋਂ ਰਹਿਤ ਹੋ ਜਾਏਗਾ। ਤੇ ਜਿਸ ਦੀ ਸੋਚ ਉੱਚੀ ਹੈ, ਜਿਹਦਾ ਜੀਵਨ ਦਾ ਢੰਗ ਵਿਕਾਰਾਂ ਤੋਂ ਰਹਿਤ ਹੈ, ਮੈਲ ਤੋਂ ਰਹਿਤ ਹੈ, ਉਹ ਬੰਦੇ ਦੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਖੇੜਿਆਂ ਆਨੰਦ ਦੇ ਫੁੱਲ ਖਿੜਦੇ ਨੇ। ਉਹ ਬੰਦਾ ਚੜ੍ਹਦੀ ਕਲਾ ਦੇ ਅੰਦਰ ਰਹਿੰਦਾ ਹੈ। ਦੇਖੋ ਕਿੰਨਾ ਸੌਖਾ ਕੰਮ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਗੁਰੂ ਦੇ ਦੱਸੇ ਰਾਹ ਤੇ ਤੁਰੋ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਓ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੋ, ਤਾਂ ਸੋਚ ਵੀ ਉੱਚੀ ਔਰ ਮਹਾਨ ਹੋ ਜਾਏਗੀ ਔਰ ਜੀਵਨ ਦਾ ਢੰਗ ਵੀ ਮੈਲ ਤੋਂ ਰਹਿਤ ਹੋ ਜਾਏਗਾ। ਜੀਵਨ ਦੇ ਅੰਦਰ ਸੁਖ ਸ਼ਾਂਤੀ ਆ ਜਾਏਗੀ। ਭੇਟਤ ਸੰਗ ਰਾਮ ਗੁਣ ਰਵੇ। ਭੇਟਤ ਦਾ ਮਤਲਬ ਮਿਲਿਆ, ਰਵੇ ਦਾ ਮਤਲਬ ਗਾਏ ਜਾਂਦੇ ਨੇ ਜਾਂ ਗਾ ਸਕੀਦੇ ਨੇ। ਗੁਰੂ ਦੀ ਸੰਗਤ ਵਿੱਚ ਮਿਲਿਆ, ਗੁਰੂ ਦੀ ਸੰਗਤ ਵਿੱਚ ਰਹਾ। ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ, ਰਮੇ ਹੋਏ ਪ੍ਰਭੂ ਦੇ ਗੁਣ ਗਾਏ ਜਾ ਸਕਦੇ ਨੇ। ਜੋ ਜਰਰੇ ਜਰਰੇ ਅੰਦਰ ਸਮਾਇਆ ਹੈ ਉਹਦੇ ਗੁਣ ਗਾਏ ਜਾ ਸਕਦੇ ਨੇ, ਉਹਦੇ ਗੁਣਾਂ ਨੂੰ ਅਪਣਾਇਆ ਜਾ ਸਕਦਾ ਹੈ। ਜਿਵੇਂ ਆਪਾਂ ਰੋਜ਼ ਇਹ ਗੱਲ ਕਰ ਰਹੇ ਹਾਂ ਕਿ ਹਰ ਇਨਸਾਨ ਦੇ ਅੰਦਰ ਰੱਬੀ ਗੁਣ ਮੌਜੂਦ ਨੇ, ਪਰ ਆਮ ਬੰਦਾ ਉਹਨਾਂ ਨੂੰ ਵਰਤ ਨਹੀਂ ਪਾਉਂਦਾ। ਰੀਜ਼ਨ ਕੀ ਹੈ ਕਿ ਉਸ ਬੰਦੇ ਦੀ ਉਹਨਾਂ ਗੁਣਾਂ ਤੱਕ ਪਹੁੰਚ ਨਹੀਂ ਹੈ। ਉਹਨੂੰ ਇਹ ਸਮਝ ਨਹੀਂ ਕਿ ਮੇਰੇ ਅੰਦਰ ਇਹ ਪੋਸੀਬਿਲਿਟੀਜ਼ ਨੇ, ਮੈਂ ਇੰਨਾ ਮਹਾਨ ਹੋ ਸਕਦਾ ਹਾਂ। ਆਮ ਬੰਦੇ ਨੂੰ ਇੰਨੀ ਸਮਝ ਨਹੀਂ ਹੈ। ਜਦੋਂ ਬੰਦਾ ਗੁਰੂ ਗਿਆਨ ਦੇ ਅਨੁਸਾਰ ਜ਼ਿੰਦਗੀ ਜੀਂਦਾ ਹੈ ਨਾ, ਤਾਂ ਇਹਨੂੰ ਸਮਝ ਪੈਂਦੀ ਹੈ। ਗੁਰੂ ਇਹਨੂੰ ਕਾਮਨ ਸੈਂਸ ਦਿੰਦਾ ਹੈ, ਇਹਨੂੰ ਸਮਝ ਪੈਂਦੀ ਹੈ ਕਿ ਮੈਂ ਇੰਨਾ ਮਹਾਨ ਹੋ ਸਕਦਾ ਹਾਂ ਜੇ ਮੈਂ ਆਪਣੇ ਅੰਦਰ ਵਸਤੇ ਇਹਨਾਂ ਗੁਣਾਂ ਨੂੰ ਯੂਜ਼ ਕਰਾਂ। ਭੇਟਤ ਦਾ ਮਤਲਬ ਮਿਲਿਆ, ਭੇਟਤ ਸੰਗ ਰਾਮ ਗੁਣ ਰਵੇ। ਗੁਰੂ ਦੀ ਸੰਗਤ ਵਿੱਚ ਰਹਾ, ਪ੍ਰਭੂ ਦੇ ਗੁਣ ਗਾਏ ਜਾ ਸਕਦੇ ਨੇ, ਅਪਣਾਏ ਜਾ ਸਕਦੇ ਨੇ, ਉਹਨਾਂ ਗੁਣਾਂ ਨੂੰ ਮਾਣਿਆ ਜਾ ਸਕਦਾ ਹੈ। ਹੁਣ ਮਿਲਣ ਵਾਲੀ ਗੱਲ ਜਿਹੜੀ ਆਪਾਂ ਕਈ ਵਾਰ ਇਸ ਚੀਜ਼ ਨੂੰ ਸਪਸ਼ਟ ਕਰ ਹੀ ਚੁੱਕੇ ਹਾਂ ਕਿ ਮਿਲਣ ਦਾ ਔਰ ਰਹਿਣ ਦਾ ਫਰਕ ਹੈ ਨਾ। ਜਿਵੇਂ ਪਤਾਸਾ ਤੇ ਪਾਣੀ ਵਿੱਚ ਪਾਈਏ, ਪੱਥਰ 10 ਸਾਲ ਬਾਅਦ ਵੀ ਕੱਢੀਏ ਬਾਹਰ ਨਿਕਲ ਆਉਂਦਾ ਹੈ, ਲੇਕਿਨ ਪਾਣੀ ਦੇ ਭਰੇ ਟੱਬ ਵਿੱਚ ਜੇ ਪਤਾਸਾ ਪਾਈਏ ਤੇ 2 ਪਲ ਬਾਅਦ ਵੀ ਬਾਹਰ ਨਹੀਂ ਨਿਕਲਦਾ, ਕਿਉਂਕਿ ਪਤਾਸਾ ਗਲ ਗਿਆ, ਮਿਲ ਗਿਆ। ਐਵੇਂ ਗੁਰੂ ਦੀ ਸੰਗਤ ਵਿੱਚ ਕੁਝ ਲੋਕ ਨੇ ਜੋ ਸਿਰਫ ਬਹਿੰਦੇ ਨੇ, ਆਉਂਦੇ ਨੇ ਪੱਥਰ ਦੀ ਤਰ੍ਹਾਂ, ਲੇਕਿਨ ਮਿਲਦੇ ਨਹੀਂ। ਕੁਝ ਲੋਕ ਉਹ ਨੇ ਜੋ ਪਤਾਸੇ ਦੀ ਤਰ੍ਹਾਂ ਮਿਲ ਜਾਂਦੇ ਨੇ, ਆਪਣੀ ਮੱਤ ਛੱਡ ਦਿੰਦੇ ਨੇ ਔਰ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਂਦੇ ਨੇ। ਤਾਂ ਜੋ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਦਾ ਧਾਰਨੀ ਹੋ ਜਾਂਦਾ ਹੈ, ਉਹ ਫਿਰ ਉਹਨਾਂ ਗੁਣਾਂ ਦਾ ਆਨੰਦ ਮਾਣ ਸਕਦਾ ਹੈ। ਇਸੇ ਨੂੰ ਕਹਿੰਦੇ ਨੇ ਭੇਟਤ ਸੰਗ ਰਾਮ ਗੁਣ ਰਵੇ। ਗੁਰੂ ਦੀ ਸ਼ਰਨ ਵਿੱਚ ਰਹਾ, ਗੁਰੂ ਦੀ ਸ਼ਰਨ ਵਿੱਚ ਮਿਲਿਆ। ਜਿਹੜੇ ਸਰਵ ਵਿਆਪਕ ਪ੍ਰਭੂ ਦੇ ਗੁਣ ਨੇ ਉਹ ਗਾਏ ਜਾ ਸਕਦੇ ਨੇ, ਆਪਣੇ ਅੰਦਰ ਪੈਦਾ ਕੀਤੇ ਜਾ ਸਕਦੇ ਨੇ। ਤੇ ਜਿਹੜਾ ਇਨਸਾਨ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਇਹਨਾਂ ਗੁਣਾਂ ਦਾ ਧਾਰਨੀ ਹੋ ਜਾਏ, ਅਗਲਾ ਬਚਨ ਕਰਦੇ ਨੇ ਪਾਰ ਬ੍ਰਹਮ ਕੀ ਦਰਗਾਹ ਗਵੇ। ਪਾਰ ਬ੍ਰਹਮ ਕੀ ਦਰਗਾਹ, ਇੱਥੇ ਵਿਸ਼ਰਾਮ ਲਗਾਵਾਂਗੇ। ਗਵੇ ਦਾ ਮਤਲਬ ਪਹੁੰਚ ਹੋ ਜਾਂਦੀ ਹੈ, ਤੇ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪਹੁੰਚ ਹੋ ਜਾਂਦੀ ਹੈ, ਯਾਨੀ ਰੱਬ ਦੇ ਦਰਬਾਰ ਵਿੱਚ ਪਹੁੰਚ ਜਾਈਦਾ ਹੈ, ਰੱਬ ਦੇ ਘਰ ਵਿੱਚ ਪਹੁੰਚ ਜਾਈਦਾ ਹੈ, ਰੱਬ ਦੇ ਵਿੱਚ ਲੀਨ ਹੋ ਜਾਈਦਾ ਹੈ। ਹੁਣ ਰੱਬ ਦੀ ਦਰਗਾਹ ਕਿੱਥੇ ਹੈ? ਹਰ ਥਾਂ ਤੇ ਇਹ ਚੀਜ਼ਾਂ ਅਸੀਂ ਵਿਚਾਰ ਚੁੱਕੇ ਹਾਂ ਕਿ ਰੱਬ ਤੇ ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ। ਰੱਬ ਦੀ ਦਰਗਾਹ ਵਿੱਚ ਪਹੁੰਚਣ ਦਾ ਮਤਲਬ ਬੰਦੇ ਦੀ ਸੂਰਤ ਰੱਬ ਵਿੱਚ ਮਿਲ ਕੇ ਰੱਬ ਵਰਗੀ ਹੀ ਹੋ ਜਾਂਦੀ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗਜੋਤ ਸਮਾਨਾ। ਰੱਬ ਗੁਣਾਂ ਦਾ ਮੁਜੱਸਮਾ ਹੈ। ਜਿਵੇਂ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਮੂਲ ਮੰਤਰ ਵਿੱਚ ਰੱਬੀ ਗੁਣਾਂ ਦਾ ਜ਼ਿਕਰ ਕੀਤਾ ਹੈ, ਬਿਆਨ ਕੀਤਾ ਹੈ। ਬੰਦੇ ਦੀ ਸੁਰਤ ਉਹਨਾਂ ਗੁਣਾਂ ਦੇ ਵਿੱਚ ਮਿਲ ਕੇ ਉਹਨਾਂ ਵਰਗੀ ਹੀ ਹੋ ਜਾਂਦੀ ਹੈ ਔਰ ਬੰਦਾ ਰੱਬੀ ਗੁਣਾਂ ਦੇ ਵਿੱਚ ਸਦਾ ਵਾਸਤੇ ਟਿਕ ਜਾਂਦਾ ਹੈ। ਇਸੇ ਨੂੰ ਕਹਿੰਦੇ ਨੇ ਪ੍ਰਭੂ ਦੀ ਦਰਗਾਹ ਦੇ ਅੰਦਰ ਪਹੁੰਚ ਹੋ ਜਾਣੀ, ਰੱਬ ਵਰਗੇ ਬਣ ਜਾਣਾ। ਤਾਂ ਜਿਹੜਾ ਇਨਸਾਨ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ, ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਉਹ ਰੱਬ ਦੇ ਅੰਦਰ ਸਮਾ ਕੇ ਰੱਬ ਵਰਗਾ ਹੀ ਹੋ ਜਾਂਦਾ ਹੈ। ਸੁਣ ਕਰ ਬਚਨ ਕਰਨ ਆਗਾਨੇ। ਆਗਾਨੇ ਦਾ ਮਤਲਬ ਹੁੰਦਾ ਹੈ ਰੱਜ ਜਾਣਾ, ਕਰਨ ਦਾ ਮਤਲਬ ਕੰਨ।
ਸੁਣਕਰ ਦਾ ਮਤਲਬ ਸੁਣ ਕੇ, ਸੁਣਕਰ ਬਚਨ ਕਰਨ ਆਘਾਨੇ, ਗੁਰੂ ਦੇ ਬਚਨ ਸੁਣ ਕੇ ਕੰਨ ਰੱਜ ਜਾਂਦੇ ਨੇ। ਯਾਨੀ ਗੁਰੂ ਦੇ ਬਚਨਾਂ ਰਾਹੀਂ ਸਾਨੂੰ ਤ੍ਰਿਪਤੀ ਆ ਜਾਂਦੀ ਹੈ, ਅਸੀਂ ਸੱਚ ਤੱਕ ਪਹੁੰਚ ਜਾਂਦੇ ਹਾਂ। ਜਿੰਨੇ ਵੀ ਅਸੀਂ ਗੀਤ ਸੰਗੀਤ ਸੁਣਦੇ ਹਾਂ ਜਾਂ ਹੋਰ ਬੋਲ ਬੁਲਾਰੇ ਸੁਣਦੇ ਹਾਂ, ਉਹਨਾਂ ਦੇ ਨਾਲ ਸਾਨੂੰ ਕਦੇ ਰਜੇਵਾ ਨਹੀਂ ਆਉਂਦਾ, ਸੁਣ ਸੁਣ ਕੇ ਕਦੇ ਤ੍ਰਿਪਤੀ ਹੁੰਦੀ ਨਹੀਂ, ਸਗੋਂ ਹੋਰ ਵਿਕਾਰ ਕਮਾਉਣ ਦੀ ਚਾਹਤ ਪੈਦਾ ਹੁੰਦੀ ਹੈ। ਪਰ ਬੰਦਾ ਜਦੋਂ ਗੁਰੂ ਦੇ ਗਿਆਨ ਦੀ ਗੱਲ ਸੁਣਦਾ ਹੈ ਔਰ ਆਪਣੀ ਸੁਰਤ ਨੂੰ ਰੱਬੀ ਗੁਣਾਂ ਦੇ ਅੰਦਰ ਲੀਨ ਕਰ ਦਿੰਦਾ ਹੈ, ਤਾਂ ਗੁਣਾਂ ਦੀ ਗੱਲ ਸੁਣ ਕੇ, ਸਕਾਰਾਤਮਕ ਬੋਲ ਸੁਣ ਕੇ ਬੰਦੇ ਨੂੰ ਤ੍ਰਿਪਤੀ ਆ ਜਾਂਦੀ ਹੈ, ਸ਼ਾਂਤੀ ਆ ਜਾਂਦੀ ਹੈ, ਕਿਉਂਕਿ ਇਹਨੂੰ ਆਪਣੀ ਮੰਜ਼ਿਲ ਦਾ ਪਤਾ ਲੱਗ ਜਾਂਦਾ ਹੈ ਕਿ ਮੈਂ ਇਸ ਦੁਨੀਆ ਵਿੱਚ ਸਚਿਆਰ ਹੋਣ ਵਾਸਤੇ ਆਇਆ। ਤਾਂ ਗੁਰੂ ਦੇ ਬਚਨ ਕਰਨ ਦੇ ਨਾਲ ਸਾਡੀ ਜ਼ਿੰਦਗੀ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ। ਜੇ ਅਸੀਂ ਚੁਗਲੀਆਂ ਸੁਣਾਂਗੇ, ਕਿਸੇ ਦੀ ਨਿੰਦਿਆ ਬਦਖੋਈ ਸੁਣਾਂਗੇ, ਨਕਾਰਾਤਮਕ ਬੋਲ ਸੁਣਾਂਗੇ, ਤਾਂ ਸਾਡੀ ਜ਼ਿੰਦਗੀ ਅੰਦਰ ਸ਼ਾਂਤੀ ਨਹੀਂ ਨਾ ਪੈਦਾ ਹੋਣੀ। ਪਰ ਜੇ ਅਸੀਂ ਪੋਜ਼ਿਟਿਵ, ਸਕਾਰਾਤਮਕ, ਚੜ੍ਹਦੀ ਕਲਾ ਵਾਲੇ ਰੱਬੀ ਪਿਆਰ ਦੇ ਬੋਲ ਸੁਣਾਂਗੇ, ਤਾਂ ਸਾਡੇ ਜੀਵਨ ਦੇ ਅੰਦਰ ਸ਼ਾਂਤੀ ਆਏਗੀ। ਮਨ ਸੰਤੋਖ ਆਤਮ ਪਤਿਆਨੇ, ਪਤਿਆਨੇ ਦਾ ਮਤਲਬ ਪਤੀਜਦਾ ਹੈ, ਯਾਨੀ ਤਸੱਲੀ ਫੜਦਾ ਹੈ, ਨਿਸ਼ਾ ਹੋ ਜਾਂਦੀ ਹੈ, ਪਤੀਜ ਜਾਂਦਾ ਹੈ, ਮੰਨ ਜਾਂਦਾ ਹੈ। ਮਨ ਸੰਤੋਖ ਆਤਮ ਪਤਿਆਨੇ, ਗੁਰੂ ਜੀ ਕਹਿੰਦੇ ਨੇ ਗੁਰੂ ਦੇ ਬਚਨ ਸੁਣਨ ਦੇ ਨਾਲ ਮਨ ਵਿੱਚ ਸੰਤੋਖ ਆ ਜਾਂਦਾ ਹੈ ਤੇ ਮਨੁੱਖ ਦਾ ਜਿਹੜਾ ਆਪਣਾ ਆਪਾ ਹੈ ਨਾ, ਪਤੀਜ ਜਾਂਦਾ ਹੈ, ਇਹਦਾ ਵਿਸ਼ਵਾਸ ਬਣ ਜਾਂਦਾ ਹੈ, ਇਹਨੂੰ ਸਮਝ ਆ ਜਾਂਦੀ ਹੈ ਕਿ ਗੁਰੂ ਦੇ ਬਚਨਾਂ ਰਾਹੀਂ ਮੇਰੀ ਜ਼ਿੰਦਗੀ ਅੰਦਰ ਸ਼ਾਂਤੀ ਆ ਗਈ ਹੈ। ਕਿਉਂਕਿ ਜਦੋਂ ਅਸੀਂ ਗੁਰੂ ਦੇ ਬਚਨ ਸੁਣਾਂਗੇ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵਾਂਗੇ ਤੇ ਉਸ ਜੀਵਨ ਢੰਗ ਦੇ ਅੰਦਰੋਂ ਸਾਡੇ ਜੀਵਨ ਵਿੱਚ ਸੁੱਖ